ਦੇਖ ਲਓ ਕਿੰਨਾ ਜਿਹੜਾ ਹੈਗਾ ਨੁਕਤੇ ਦੀ ਗੱਲ ਕਰ ਰਿਹਾ ਬਿਲਕੁਲ ਜਿਹੜੇ ਹੈਗੇ ਆ ਰਵਿਦਾਸ ਜੀ। ਔਰ ਉਹਨਾਂ ਦਾ ਪੇਸ਼ਾ ਦੇਖ ਲਓ ਕਿ ਮਰੇ ਹੋਏ ਜਿਹੜੇ ਹੈਗੇ ਪਸ਼ੂ ਜਿਹੜੇ ਹੈਗੇ ਉਹਨਾਂ ਨੂੰ ਢੋਣਾ, ਹੱਡਾਂ ਰੂੜੀ 'ਤੇ ਲਿਜਾਣਾ, ਉੱਥੇ ਫਿਰ ਜਿਹੜਾ ਹੈ ਖੱਲ ਲਾਉਣੀ ਉਹਨਾਂ ਦੀ ਔਰ ਸੁਕਾਉਣੀ, ਫਿਰ ਜਿਹੜਾ ਹੈਗਾ ਫਿਰ ਉਹਨੂੰ ਜਿਹੜੇ ਹੈਗੇ ਆ ਉਹ ਸਮਾਨ ਜਿਹੜਾ ਬਣਾਉਣੇ ਆ, ਜੁੱਤੀਆਂ, ਬੈਗ, ਜੋ ਵੀ ਕੁਛ ਬਣਾਉਣਾ ਹੈ, ਚਮਰਪੋਸ਼, ਜੋ ਕੁਛ ਵੀ ਬਣਾਉਣਾ ਹੈ। ਅਤੇ ਉਹਨਾਂ ਦੇ ਕੋਲ ਆਹ ਗਿਆਨ ਹੈਗਾ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਕਹਿੰਦੇ ਜਦ ਅਸੀਂ ਜਾਂ ਸਾਡੀ ਹਉਮੈ ਸੀਗੀ ਉਦੋਂ ਤੂੰ ਨਹੀਂ ਸੀਗਾ। ਹੁਣ ਸਾਡੀ ਹਉਮੈ ਨਹੀਂ ਹੈਗੀ, ਮੇਰੀ ਹਉਮੈ ਨਹੀਂ ਹੈਗੀ ਆ, ਮੇਰੇ ਅੰਦਰ ਮੈਂ ਨਾਮ ਦੀ ਚੀਜ਼ ਨਹੀਂ ਹੈ, ਮੈਂ ਕੁਛ ਨਹੀਂ ਹੈਗਾ, ਅਤੇ ਹੁਣ ਤੂੰ ਹੀ ਤੂੰ ਹੈਗਾ ਹੈ। जब हम होते तब तू नाही, अब तू ही मैं नाही, अब तू ही मैं नाही। अनल अगम जैसे लहर में उद्दत जल केवल जल माही। ਕਹਿੰਦੇ ਇਹ ਤਾਂ ਇਸ ਤਰੀਕੇ ਦੇ ਨਾਲ ਹੈਗਾ। ਅਨਲ ਕਹਿੰਦੇ ਆ ਤੂਫਾਨ, ਅਗਮ ਕਹਿੰਦੇ ਆ ਬਹੁਤ ਜ਼ਿਆਦਾ। ਅਗਮ ਜਿਹਦੀ ਗਮਤਾ ਨਾ ਹੋਏ। ਅਨਲ ਅਗਮ ਜੈਸੇ ਲਹਿਰ, ਇੰਨੀਆਂ ਲਹਿਰਾਂ ਆ ਜਾਂਦੀਆਂ ਸਮੁੰਦਰ ਦੇ ਵਿੱਚ। ਕਦੀ ਤੂਫਾਨ ਆਏ ਅਤੇ ਦੇਖੋ ਕਿੰਨੀਆਂ ਲਹਿਰਾਂ ਆ ਜਾਂਦੀਆਂ ਹੈ। ਅਨਲ ਅਗਮ ਜੈਸੇ ਲਹਿਰ ਮੈਂ ਉੱਦਤ ਕਹਿੰਦੇ ਸਮੁੰਦਰ। ਕਹਿੰਦੇ ਸਮੁੰਦਰ ਦੇ ਵਿੱਚ ਤੂਫਾਨ ਆਏ ਅਤੇ ਲਹਿਰਾਂ ਹੀ ਲਹਿਰਾਂ ਦਿਖਦੀਆਂ ਹੈ। ਪਾਣੀ ਉੱਪਰ ਹੀ ਉੱਪਰ ਦਿਖਦਾ, ਅਲੱਗ ਅਲੱਗ ਲਹਿਰਾਂ ਅਲੱਗ ਅਲੱਗ ਨਜ਼ਰ ਆਉਂਦੀਆਂ ਹੈ। ਪਰ ਜਲ ਕੇਵਲ ਜਲ ਮਾਹੀ, ਕਹਿੰਦੇ ਸਿਰਫ ਉਹ ਪਾਣੀ ਦਾ ਪਾਣੀ ਹੀ ਹੈਗਾ। ਇਸੇ ਤਰੀਕੇ ਦੇ ਨਾਲ ਇਹ ਸਾਰੀ ਸ੍ਰਿਸ਼ਟੀ ਜਿਹੜੇ ਜੀਵ ਹੈਗੇ ਸਾਰੇ ਦੇ ਸਾਰੇ ਲਹਿਰਾਂ ਹੈਗੀਆਂ ਭਾਈ, ਉਸੇ ਪਾਣੀ ਤੋਂ ਬਣੀਆਂ ਹੋਈਆਂ। ਉਹੀ ਮਾਲਕ ਹੈਗਾ। जब हम होते तब तू नाही, अब तू ही मैं नाही। अनल अगम जैसे लहर में उद्धत जल केवल जल माही। हाँ जी वीर जी। हाँ जी ठीक है साध संगत जी। ये देखो बड़ा उन्होंने क्लियर समझाया है। ये बाणी किन्ना दी हैगी है? रविदास जी दी। एक सेकंड जी साहब, मैनू फोन हट रहा है। माधवे क्या कहिए परम ऐसा, जैसा मानिए होए ना तैसा रहाओ। ਕਹਿੰਦੇ ਇਹ ਤਾਂ ਧੋਖਾ ਹੈ, ਭਰਮ ਹੈ, ਟਰੈਪ ਹੈ ਗਈ। ਇਹ ਤਾਂ ਭਰਮ ਹੈ ਸਿਰਫ, ਕਿਉਂਕਿ ਪਾਣੀ ਨੂੰ ਆਪਾਂ ਜਿਹੜੇ ਹੈਗੇ ਆ ਲਹਿਰਾਂ ਸਮਝ ਲਿਆ, ਲਹਿਰਾਂ ਅਲੱਗ ਸਮਝ ਲਈਆਂ। ਇੱਕ ਇੱਕ ਲਹਿਰ ਦੇ ਨਾਲ ਆਪਾਂ ਪੰਗਾ ਲੈ ਰਹੇ ਹਾਂ। ਕਹਿੰਦੇ ਇਹ ਤਾਂ ਭਰਮ ਹੈਗਾ। ਜਿਹੋ ਜਿਹਾ ਅਸੀਂ ਮੰਨ ਕੇ ਬੈਠੇ ਹਾਂ ਲਹਿਰਾਂ ਔਰ ਪਾਣੀ ਅਲੱਗ ਅਲੱਗ, ਕਹਿੰਦੇ ਇਹ ਤਾਂ ਹੈ ਨਹੀਂ ਇਸ ਤਰ੍ਹਾਂ ਦਾ। ਜੈਸਾ ਮਾਨੀਏ ਹੋਏ ਨਾ ਤੈਸਾ। ਇਹੀ ਆਪਾਂ ਜਿਹੜੇ ਸੰਸਾਰ ਦੇ ਵਿੱਚ ਦੇਖ ਲਓ ਬਈ ਇਹ ਭਰਮ ਆ। ਇਹੀ ਰੱਸੀ ਨੂੰ ਆਪਾਂ ਨੇ ਸੱਪ ਸਮਝਿਆ ਹੋਇਆ ਹੈ। हाँ जी फिर तो पहली अच्छा, जब हम होते तब तू नहीं, अब तू ही मैं नहीं। देखो साध संगत जी, बिल्कुल ही एक लाइन दे विच उन्होंने बहुत चंगी तरह क्लीयर करता है। ਜਿਹੜੇ ਲੋਕ ਕਹਿੰਦੇ ਨਾ ਕਿ ਪ੍ਰਮਾਤਮਾ ਪਤਾ ਨਹੀਂ ਕਿੱਥੇ ਬੈਠਾ, ਉਹਨੂੰ ਮਿਲ ਜਾਣਾ ਹੈ। ਫਿਰ ਮਿਲਣ ਦੇ ਲਈ ਕੋਈ ਸਤਿਗੁਰੂ ਚਾਹੀਦਾ। ਹੁਣ ਸਤਿਗੁਰੂ ਨੂੰ ਲੱਭੋ, ਸਤਿਗੁਰੂ ਪਤਾ ਨਹੀਂ ਕਿੱਥੋਂ ਲੱਭਣਾ। ਉਹ ਕਹਿੰਦੇ ਨੇ ਕਿ ਜਬ ਹਮ ਹੋਤੇ ਤਬ ਤੂੰ ਨਹੀਂ, ਜਦੋਂ ਤੂੰ ਆ ਤੇ ਮੈਂ ਨਹੀਂ, ਜਦੋਂ ਮੈਂ ਫਿਰ ਤੂੰ ਨਹੀਂ, ਇੰਨਾ ਫਰਕ ਆ। ਹੁਣ ਮੰਨ ਲਓ ਇਹ ਜਿਹੜੀਆਂ ਇੰਦਰੀਆਂ ਆਪਾਂ ਵਰਤੋਂ ਕਰ ਰਹੇ ਹਾਂ ਤੇ ਇਹ ਸਾਡਾ ਜਿਹੜਾ ਵਾ ਬਾਹਰੀ ਸੰਸਾਰ ਦੇ ਨਾਲ ਸਾਡਾ ਕਨੈਕਸ਼ਨ ਜੁੜਿਆ ਹੋਇਆ ਹੈ। ਹੁਣ ਮੰਨ ਲਓ ਇਹ ਜਿਹੜੀਆਂ ਕਬੀਰ ਜੀ ਵੀ ਕਹਿ ਰਹੇ ਨੇ, ਮੂੰਹ ਚਲੀਏ ਦਰਵਾਜੇ ਬਾਜੀ ਲਿਆ ਅਨਹਦ ਬਾਜੇ। ਹਾਂ, ਮੈਂ ਸਾਰੇ ਦਰਵਾਜੇ ਬੰਦ ਕਰ ਲਏ। ਕਹਿ ਦਫਾ ਕੰਨਾਂ 'ਚ ਰੂੰ ਦੇ ਲਿਆ, ਉਹ ਅੱਖਾਂ ਬੰਦ ਕਰ ਲਈਆਂ, ਮੂੰਹ ਬੰਦ ਕਰ ਲਿਆ। ਤੇ ਉਹ ਕੀ ਹੋਇਆ ਕਿ ਮੇਰੇ ਅੰਦਰ ਜਿਹੜੇ ਉਹ ਅਨਹਦ ਨਾਦ ਜਿਹੜਾ ਉਹ ਪ੍ਰਗਟ ਹੋ ਗਿਆ, ਜਿਹਨੂੰ ਮੈਂ ਹੋਇਆ ਸੀ, ਜਿਹਨੂੰ ਮੈਂ ਸੁਣਨਾ ਸ਼ੁਰੂ ਕਰਤਾ। ਹੁਣ ਇੱਥੇ ਪਤਾ ਕੀ ਆ, ਇਹ ਹੁਣ ਜਦੋਂ ਆਪਾਂ ਅੱਖਾਂ ਬੰਦ ਕਰ ਲੈਂਦੇ ਹਾਂ ਤੇ ਸਾਡਾ ਪ੍ਰਵੇਸ਼ ਜਿਹੜਾ ਸੂਖਮ ਸਰੀਰ 'ਚ ਹੋ ਜਾਂਦਾ। ਸੂਖਮ ਸਰੀਰ ਮਤਲਬ ਜਿਹੜਾ ਸਾਡੇ ਅੰਦਰ ਪ੍ਰੋਸੈਸ ਚੱਲ ਰਿਹਾ, ਪਰ ਪਤਾ ਨਹੀਂ ਬੰਦੇ ਨੂੰ ਕਿ ਮੇਰੇ ਅੰਦਰ ਇੱਕ ਵਿਚਾਰ ਸ਼ਕਤੀ ਆ
ਜਿਹੜੀ ਚਿੱਤ ਦੇ ਵਿੱਚ ਚੱਲਦੀ ਹੈ, ਔਰ ਮਨ ਜਿਹੜਾ ਹੈ ਉਹ ਸੰਕਲਪ ਕਰਦਾ ਹੈ, ਵਿਕਲਪ ਕਰਦਾ ਹੈ, ਕੰਮ ਕਰਨਾ ਜਾਂ ਨਹੀਂ ਕਰਨਾ, ਪੈਰ ਚੁੱਕਣਾ ਜਾਂ ਨਹੀਂ ਚੁੱਕਣਾ, ਰੋਟੀ ਖਾਣੀ ਜਾਂ ਨਹੀਂ ਖਾਣੀ, ਪਾਣੀ ਪੀਣਾ ਜਾਂ ਨਹੀਂ ਪੀਣਾ, ਚੱਲ ਕੇ ਜਾਣਾ ਜਾਂ ਗੱਡੀ ਤੇ ਬਹਿ ਕੇ ਜਾਣਾ ਜਾਂ ਜਹਾਜ਼ ਤੇ ਬਹਿ ਕੇ ਜਾਣਾ, ਇਹ ਜਿਹੜਾ ਫੈਸਲਾ ਹੈ ਇਹ ਮਨ ਕਰਦਾ। ਹੁਣ ਮਨ ਜਦੋਂ ਫੈਸਲਾ ਕਰਦਾ ਹੈ ਤੇ ਮਨ ਦੇ ਕੋਲ ਇੱਕ ਬਹੁਤ ਪਾਵਰਫੁਲ ਚੀਜ਼ ਹੈ, ਉਹਨੂੰ ਬੁੱਧੀ ਕਹਿੰਦੇ ਆ ਆਪਾਂ। ਬੁੱਧੀ ਕੋਈ ਵੀ ਆਪਾਂ ਦੇਖੀਏ ਨਾ, ਆਪਾਂ ਜਦੋਂ ਵੀ ਆਪਾਂ ਕੋਈ ਫੈਸਲਾ ਕਰਦੇ ਹਾਂ ਤੇ ਆਪਾਂ ਬੁੱਧੀ ਦਾ ਇਸਤੇਮਾਲ ਕਰਦੇ ਹਾਂ। ਮੰਨ ਲਓ ਤੁਸੀਂ ਬਾਜ਼ਾਰ ਗਏ, ਕੱਪੜਾ ਬੜਾ ਸੋਹਣਾ ਤੁਹਾਨੂੰ ਪਸੰਦ ਆ ਗਿਆ। ਹੁਣ ਕੱਪੜਾ ਕੱਲਾ ਪਸੰਦ ਆ ਗਿਆ, ਮਨ ਚਾਹੁੰਦਾ ਖਰੀਦਣਾ, ਉੱਥੇ ਫੈਸਲਾ ਬੁੱਧੀ ਦਾ ਚੱਲਣਾ। ਬੁੱਧੀ ਨੇ ਮਨ ਨੂੰ ਸਮਝਾਉਣਾ ਹੈ ਕਿ ਇਹ ਜਿਹੜਾ ਕੱਪੜਾ ਹੈ ਇਹ ਬਹੁਤ ਮਹਿੰਗਾ ਹੈ, ਇੰਨੇ ਪੈਸਿਆਂ ਦੇ ਵਿੱਚ ਮੈਂ ਕਈ ਕੱਪੜੇ ਖਰੀਦ ਸਕਦੀ ਹਾਂ, ਔਰ ਪਲੱਸ ਇਹ ਜਿਹੜੇ ਪੈਸੇ ਜੇ ਆਪਾਂ ਇੱਥੇ ਵੇਸਟ ਕਰਾਂਗੇ ਤੇ ਫਿਰ ਘਰ ਦੇ ਜਿਹੜੇ ਦੂਜੇ ਜਿਹੜੇ ਆਪਣੇ ਹੈਗੇ ਨੇ ਜ਼ਰੂਰਤਾਂ ਨੇ ਉਹ ਮੁਸ਼ਕਲ ਆਵੇਗੀ। ਸਹੀ ਨੇ ਜੀ ਸਾਹਿਬ? ਹਾਂਜੀ, ਘਰ ਦੇ ਖਰਚੇ ਚੱਲਣ ਨਹੀਂ ਫਿਰ। ਹਾਂ, ਪਰ ਤੁਹਾਨੂੰ ਦੱਸਦੀ ਹੈ ਬੁੱਧੀ ਕਿ ਇਹ ਜਿਹੜਾ ਸੋਨੇ ਦਾ ਤੂੰ ਕੜਾ ਬਣਾ ਲੇਗਾ, ਮੰਨ ਲਾ ਥੋੜੇ ਜਿਹੇ ਕੋਲ ਪੈਸੇ ਹੈਗੇ ਆ, ਉਹ ਪੈਸੇ ਤੋਂ ਇਸਤੇਮਾਲ ਕਰ ਲੇਗਾ, ਕੱਲ ਨੂੰ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਜਾਂ ਸਾਡੇ ਚ ਕੋਈ ਬੰਦਾ ਬਿਮਾਰ ਹੋ ਗਿਆ, ਉਹ ਤੋਂ ਪੈਸੇ ਕਿੱਥੋਂ ਆਉਣਗੇ? ਸੋ ਇਹ ਜਿਹੜੀਆਂ ਗੱਲਾਂ ਨੇ ਇਹ ਤੁਹਾਨੂੰ ਬੁੱਧੀ ਦੱਸਦੀ ਹੈ, ਕਿਉਂਕਿ ਬੁੱਧੀ ਤੁਹਾਨੂੰ ਬਹੁਤ ਜੀਵਨ ਨੂੰ, ਤੁਹਾਡੇ ਜੀਵਨ ਨੂੰ ਬਹੁਤ ਸੁਖੀ ਰੱਖਣਾ ਚਾਹੁੰਦੀ ਹੈ। ਆਪ ਕੁਛ ਵੀ ਲੈਂਦੇ ਜੋ ਨਾ, ਬੁੱਧੀ ਉੱਥੇ ਬੈਠੀ ਹੈ, ਉਹ ਤੁਹਾਨੂੰ ਕੁਛ ਨਹੀਂ ਕਹਿੰਦੀ, ਫੈਸਲਾ ਨਹੀਂ ਜੇ ਕਰਦੀ ਹੈ ਬੁੱਧੀ। ਬੁੱਧੀ ਤੇ ਕੇਵਲ ਤੁਹਾਨੂੰ ਇੱਕ ਪ੍ਰਤੱਖ ਪ੍ਰਮਾਣ ਕਰਾਉਂਦੀ ਹੈ ਕਿ ਬਈ ਆਹ ਦੇਖ, ਇਹ ਚੀਜ਼ ਹੈ, ਇਹ ਚੀਜ਼ ਤੂੰ ਇੰਨੇ ਦੀ ਲਵੇਂਗਾ, ਇਹਦਾ ਮੁੱਲ ਘਟ ਜਾਣਾ ਹੀ, ਜਾਂ ਆਹ ਕੰਮ ਕਰੇਗਾ ਤੇ ਆਹ ਹੋ ਜਾਊਗਾ, ਜੇ ਤੂੰ ਆਹ ਕੰਮ ਕਰੇਗਾ ਤੇ ਆਹ ਹੋ ਜਾਣਾ। ਤੁਹਾਨੂੰ ਇੱਕ ਐਂਗਲ ਤੋਂ ਦਿਖਾਉਂਦੀ ਹੈ, ਇਹ ਜਿਹੜਾ ਮਕਾਨ ਹੈ ਤੂੰ ਖਰੀਦੇਂਗਾ ਤੇ ਕੀ ਫਾਇਦਾ ਹੋਊਗਾ, ਜੇ ਤੂੰ ਇਹ ਮਕਾਨ ਖਰੀਦੇਂਗਾ ਕੀ ਨੁਕਸਾਨ ਹੋਊਗਾ। ਇਹ ਸਾਰੀ ਜਾਣਕਾਰੀ ਬੁੱਧੀ ਦੇ ਅੰਦਰ ਹੈ। ਬੱਚੇ ਨੂੰ ਕਿਹੜੇ ਸਕੂਲੇ ਪਾਉਣਾ ਹੈ ਜਾਂ ਕਿਹੜੇ ਸਕੂਲੇ ਨਹੀਂ ਪਾਉਣਾ ਹੈ, ਘਰ ਤੋਂ ਕਿੰਨਾ ਦੂਰ ਹੈ, ਲਾਗੇ ਆ, ਛੱਡਣਾ ਲਿਆਉਣਾ, ਮਹੀਨੇ ਦਾ ਖਰਚਾ, ਉਹ ਸਾਰੇ ਫੈਸਲੇ ਬੁੱਧੀ ਦੇ ਅਧੀਨ ਨੇ। ਸੋ ਬੁੱਧੀ ਬਹੁਤ ਇੰਪੋਰਟੈਂਟ ਜੇ, ਇਹ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੈ। ਪਰ ਪ੍ਰੋਬਲਮ ਤੇ ਹੈ ਕਿ ਇਸ ਬੁੱਧੀ ਦਾ ਆਪਾਂ ਇਸਤੇਮਾਲ ਸੰਸਾਰ ਦੇ ਪਦਾਰਥਾਂ ਲਈ ਕਰਦੇ ਹਾਂ, ਪਰ ਜਦੋਂ ਅਧਿਆਤਮਿਕ ਜੀਵਨ ਦੀ ਗੱਲ ਚੱਲਦੀ ਹੈ ਅਸੀਂ ਕਹਿੰਦੇ ਹਾਂ ਕਿ ਬੁੱਧੀ ਨੂੰ ਸਾਈਡ ਤੇ ਬਹਾ ਦਿਓ। ਹੁਣ ਬੁੱਧੀ ਨੂੰ ਸਾਈਡ ਤੇ ਬਹਾਇਆ ਬਹੁਤ ਨੁਕਸਾਨ ਹੈ, ਕਿਉਂਕਿ ਫਿਰ ਤੁਹਾਡੇ ਅੰਦਰ ਅੰਧ ਵਿਸ਼ਵਾਸ ਪੈਦਾ ਹੋ ਜਾਣਾ, ਵਿਵੇਕ ਖਤਮ ਹੋ ਜਾਣਾ। ਕਿਉਂਕਿ ਬੁੱਧੀ ਨੇ ਤੇ ਫੈਸਲਾ ਕਰਨਾ ਹੈ ਤੁਹਾਡੇ ਜੀਵਨ ਦੇ ਵਿੱਚ ਕਿ ਤੁਸੀਂ ਸਹੀ ਜਾ ਰਹੇ ਜੋ, ਗਲਤ ਜਾ ਰਹੇ ਜੋ, ਕੀ ਹਨੇਰੇ ਨੂੰ ਤੁਸੀਂ ਕਿਤੇ ਚਾਨਣ ਤੇ ਨਹੀਂ ਸਮਝ ਲਿਆ। ਇਹ ਜਵਾਬ ਤੁਹਾਨੂੰ ਬੁੱਧੀ ਨੇ ਦੇਣਾ ਹੈ। ਹਾਂਜੀ ਜੀ ਸਾਹਿਬ, ਸਹੀ ਹੈ ਬਿਲਕੁਲ। ਜਿਹਦੇ ਮਗਰ ਲੱਗੇ ਹੋਏ ਆ ਤੇ ਕੀ ਪਤਾ, ਇਹ ਤਾਂ ਆਪ ਹੀ ਡੁੱਬ ਰਿਹਾ ਹੈ ਤੇ ਸਾਨੂੰ ਕੀ ਤਾਰੂਗਾ। ਹਾਂ, ਬੁੱਢੀ ਤੇ ਰੌਲਾ ਪਾ ਦਿੰਦੀ ਹੈ ਬੁੱਧੀ। ਤੁਸੀਂ ਮੂਰਤੀ ਗੜੀ ਮੱਥਾ ਟੇਕੋ, ਬੁੱਧੀ ਕਹਿੰਦੀ ਹੈ ਤੇ ਪੱਥਰ ਦੀ, ਕਿਉਂਕਿ ਉਹਦੇ ਅੰਦਰ ਪਤਾ ਵਾ ਕਿ ਪੱਥਰ ਦੀ ਬਣੀ ਹੈ, ਇਹਨੂੰ ਫਲਾਣੇ ਮਿਸਤਰੀ ਨੇ ਬਣਾਇਆ, ਬੁੱਧੀ ਕਹਿੰਦੀ ਹੈ। ਮਨ ਕਹਿੰਦਾ ਨਹੀਂ ਜੀ ਇਹ ਬਾਬੇ ਦੀ ਮੂਰਤੀ ਹੈ। ਤੋ ਬੁੱਧੀ ਜਿਹੜੀ ਆ, ਬੁੱਧੀ ਤੁਹਾਨੂੰ ਇਹ ਕਹੂਗੀ, ਤੁਸੀਂ ਦਾਨ ਵੀ ਕਰਨ ਜਾਓਗੇ, ਬੁੱਧੀ ਕਹਿੰਦੀ ਹੈ ਬਈ ਇਹਨੂੰ ਦਾਨ ਨਾ ਦਿਓ, ਕਿਉਂਕਿ ਤੂੰ ਇਹਨੂੰ ਦਾਨ ਦੇਵੇਂਗਾ ਇਹ ਛੋਟੇ ਛੋਟੇ ਬੱਚਿਆਂ ਨੂੰ, ਇਹਨਾਂ ਦੇ ਮਾਪੇ ਇਹਨਾਂ ਤੋਂ ਜੀਵਨ ਭਰ ਭੀਖ ਮੰਗਾਉਣਗੇ। ਬੁੱਧੀ ਤੁਹਾਨੂੰ ਕਹਿੰਦੀ ਆ ਕਿ ਨਹੀਂ ਵੀ ਇਹ ਨਹੀਂ ਕੰਮ, ਇਹ ਤੂੰ ਦਾਨ ਕਰਨਾ ਚਾਹੁੰਦਾ ਵਾ ਕਿ ਹਾਂ ਵੀ ਮੈਨੂੰ ਕੋਈ ਫਲ ਮਿਲੇ, ਮੈਨੂੰ ਸ਼ਾਂਤੀ ਮਿਲੇ, ਪਰ ਇੱਥੇ ਜਿਹੜਾ ਆਹ ਦਾਨ ਕਰਨਾ ਇਹ ਸਹੀ ਨਹੀਂ, ਕਿਉਂਕਿ ਛੋਟੇ ਛੋਟੇ ਬੱਚੇ ਆ, ਉਹਨਾਂ ਨੂੰ ਤਾਂ ਪਤਾ ਨਹੀਂ ਵਿਚਾਰਿਆਂ ਨੂੰ ਜੀਵਨ ਕੀ ਹੈ, ਤੇ ਜਿਹੜੇ ਉਹਨਾਂ ਭੀਖ ਤੇ ਲਾਤੇ ਆ। ਤੋ ਇਹ ਵੀ ਫੈਸਲਾ ਤੁਹਾਡੀ ਬੁੱਧੀ ਕਰਦੀ ਹੈ। ਇੱਥੇ ਪਤਾ ਕੀ ਕਹਿ ਰਹੇ ਨੇ, ਕਹਿੰਦੇ ਜਬ ਹਮ ਹੋਤੇ ਤਬ ਤੁਮ ਨਹੀਂ, ਅਬ ਤੂੰ ਹੀ ਮੈਂ ਨਹੀਂ। ਹੁਣ ਮੇਰਾ ਹੋਣਾ ਕੀ ਹੈ? ਇੱਕ ਤੇ ਮੈਂ ਸਰੀਰ ਪੱਖੋਂ ਆ, ਮੈਂ ਹੈਗਾ, ਤੇ ਜਦੋਂ ਤੁਸੀਂ ਸਰੀਰ ਅੱਖਾਂ ਬੰਦ ਕਰ ਲਈਆਂ ਫਿਰ ਇਹ ਸੰਸਾਰ ਨਹੀਂ ਹੋਏਗਾ ਉੱਥੇ। ਸਹੀ ਨਾ ਜੀ ਸਾਹਿਬ? ਬਿਲਕੁਲ। ਆਪਾਂ ਜਦੋਂ ਅੱਖਾਂ ਬੰਦ ਕਰਦੇ ਹਾਂ ਫਿਰ ਸਾਡਾ ਕੀ ਪ੍ਰਵੇਸ਼ ਹੋ ਗਿਆ? ਸੂਖਮ ਸਰੀਰ ਦਾ। ਅਸੀਂ ਸੂਖਮ ਸਰੀਰ ਚੱਲ ਗਏ ਹਾਂ। ਸੂਖਮ ਸਰੀਰ ਮਤਲਬ ਜੋ ਸਾਡਾ ਅੰਤਰਾਕਰਨ ਹੈ, ਜਿਹੜੀ ਸਾਡੇ ਅੰਦਰ ਮਸ਼ੀਨ ਫਿੱਟ ਆ, ਜਿਹਨੂੰ ਆਪਾਂ ਜੀਵ ਕਹਿੰਦੇ ਹਾਂ। ਇਹ ਜੀਵ ਜਿਹੜਾ ਹੁੰਦਾ ਨਾ, ਦੇਖੋ ਇਹ ਜੀਵ ਦੇ ਅੰਦਰ ਨਾ ਆਪਣੀ ਇੱਕ ਕੈਪੈਸਿਟੀ ਹੈ, ਉਹ ਆਪਣੀ ਸਮਰੱਥ, ਹਰ ਇੱਕ ਜੀਵ ਦੀ ਆਪਣੀ ਇੱਕ ਸਮਰੱਥਾ ਹੈ। ਭਾਵੇਂ ਤੁਸੀਂ ਸਰੀਰਕ ਪੱਖੋਂ ਬਹੁਤ ਵੱਡੇ ਹੋ, ਪਰ ਜੀਵ ਦੀ ਇੱਕ ਸਮਰੱਥਾ ਹੈ, ਉਸ ਤੋਂ ਵੱਧ ਉਹ ਨਹੀਂ ਜਾ ਸਕਦਾ। ਇਸੇ ਹੀ ਤਰ੍ਹਾਂ ਜਦੋਂ ਅਸੀਂ ਵਿਚਾਰ ਮੰਡਲ 'ਚ ਚੱਲ ਜਾਂਦੇ ਹਾਂ
ਉੱਥੇ ਵੀ ਸਾਡੀ ਹੋਂਦ ਖਤਮ ਥੋੜੀ ਹੁੰਦੀ ਹੈ, ਉੱਥੇ ਵੀ ਤੇ ਮੈਂ ਬਣਿਆ ਪਿਆ ਨਾ, ਮੈਂ ਖਤਮ ਕਿੱਥੇ ਹੋਇਆ? ਨਹੀਂ ਹੋਇਆ। ਇੱਕ ਤੇ ਆਪਾਂ ਅੱਖਾਂ ਖੋਲੀਆਂ, ਠੀਕ ਹੈ, ਇੱਥੇ ਤੇ ਸੰਸਾਰ ਤੇ ਹੈਗਾ, ਮੈਂ ਵੀ ਹੈਗਾ, ਨਿੱਜਰ ਸਾਹਿਬ ਹੈਗਾ, ਆਪਾਂ ਸਾਰੇ ਹੈਗੇ, ਅੱਖਾਂ ਬੰਦ ਕਰ ਲਈਆਂ, ਉੱਥੇ ਵੀ ਗੱਲ ਖਤਮ ਕਿੱਥੇ ਹੋਈ? ਮੈਂ ਕਿੱਥੇ ਖਤਮ ਹੋਇਆ? ਉਹ ਤੇ ਗੱਲ ਕਰਦੇ ਆ ਕਿ ਜਿੰਨਾ ਚਿਰ ਤੱਕ ਮੈਂ ਵਾਂ ਉਹਨਾਂ ਚਿਰ ਤੂੰ ਨਹੀਂ ਪ੍ਰਗਟ ਹੋਣਾ। ਇਹ ਗੱਲ ਕਰਦੇ ਨਿਰਵਿਚਾਰ ਸਮਾਧੀ ਦੀ। ਕਿਉਂਕਿ ਨਿਰਵਿਚਾਰ ਸਮਾਧੀ ਦੇ ਵਿੱਚ ਹੀ ਤੇ ਅਸੀਂ ਸ਼ਾਂਤ ਹੋ ਜਾਂਦੇ ਹਾਂ। ਹੁਣ ਇੱਕ ਚੀਜ਼ ਬਣੀ ਆ, ਉਹ 'ਚ 5 ਤੱਤ ਜੁੜੇ ਹੋਏ ਨੇ, 5 ਕਿਸਮਾਂ ਦੀਆਂ ਚੀਜ਼ਾਂ ਜੁੜ ਕੇ ਇੱਕ ਚੀਜ਼ ਬਣੀ ਆ, ਉਹਨੂੰ ਆਪਾਂ ਜੀਵ ਕਹਿੰਦੇ। ਪਰ ਜਦੋਂ ਇਹਨਾਂ 5 ਤੱਤਾਂ ਨੂੰ ਆਪਾਂ ਅਲੱਗ ਕਰ ਦਿੰਦੇ ਹਾਂ, ਉਸ ਤੋਂ ਬਾਅਦ ਕਿੰਨੇ ਵਿਚਾਰ ਬੰਦ ਹੋ ਜਾਂਦੇ। ਠੀਕ ਹੈ, ਇਹ ਹੋਣਾ ਤੇ ਸਾਰਾ ਪਰਮਾਤਮਾ ਦੀ ਮਰਜ਼ੀ ਨਾਲ ਹੀ ਹੈ, ਪਰ ਇਹ ਪਰਮਾਤਮਾ ਨੇ ਏਦਾਂ ਦੀ ਵਿਧੀ ਬਣਾਈ ਆ, ਕੋਈ ਲੱਭਣਾ ਕਾਫੀ ਔਖਾ ਹੈ। ਚੰਦ ਕੋਈ ਵਿਰਲਾ ਹੀ ਜਾਂਦਾ ਹੈ, ਜ਼ਿਆਦਾ ਇੱਧਰ ਉੱਧਰ ਹੀ ਲੋਕ ਘੁੰਮ ਘੰਮ ਕੇ ਆਪਣਾ ਸਮਾਂ ਬਰਬਾਦ ਕਰਦੇ ਆ ਤੇ ਸੰਸਾਰ ਤੋਂ ਨਿਕਲ ਜਾਂਦੇ ਨੇ। ਔਰ ਇੱਕ ਨਹੀਂ, ਬਾਣੀ 'ਚ ਇਸ ਗੱਲ ਦਾ ਬੜਾ ਲਿਖਿਆ ਹੈ ਖੁੱਲੇ ਤਰੀਕੇ ਨਾਲ ਕਿ ਪੂਰਾਂ ਦੇ ਪੂਰ ਨਿਕਲਦੇ ਪਏ ਨੇ। ਪੂਰ ਦਾ ਮਤਲਬ ਪਤਾ ਹੈ? ਹੁਣ ਜਦੋਂ ਆਪਾਂ ਚੌਲ ਭੁੰਨਣ 'ਚ ਬਣਾਉਂਦੇ ਆ ਜਾਂ ਕਣਕ ਐਰਾ ਵਗੈਰਾ ਜਾਂ ਮੱਕੀ ਦੇ ਦਾਣੇ, ਕਿੰਨੇ ਹੁੰਦੇ ਆ? ਪੂਰਾਂ ਦੇ ਪੂਰੀ ਇੱਕ ਪਰਾਗ ਸੁੱਟਦੇ ਆ, ਇੰਨੇ ਪੂਰ ਲਾ ਦੋ, ਇੰਨੇ ਪਰਾਗੇ ਲਾ ਦੋ। ਸੋ ਇਸ ਸੰਸਾਰ ਦੇ ਵਿੱਚ ਬਹੁਤ ਲੋਕ ਜਿਹੜੇ ਨੇ ਉਸ ਸਾਈਡ ਤੇ ਜਾਂਦੇ ਨੇ। ਤੇ ਇਹਦਾ ਮਤਲਬ ਇੱਕ ਚੀਜ਼ ਹੋਰ ਵੀ ਧਿਆਨ ਨਾਲ ਲੈ ਲਿਓ, ਇਹਦਾ ਮਤਲਬ ਕਿ ਬਾਣੀ ਕਹਿੰਦੀ ਹੈ ਕੋਟਣ 'ਚ ਵਿਰਲਾ ਕੋਈ ਹੈਗਾ ਹੀ, ਕਿਤੇ ਪ੍ਰਭਾਵਿਤ ਨਾ ਹੋ ਜੀ ਭੀੜ ਨੂੰ ਵੇਖ ਕੇ। ਪਰ ਬੰਦਾ ਭੀੜ ਨੂੰ ਵੇਖ ਕੇ ਪ੍ਰਭਾਵਿਤ ਹੋ ਜਾਂਦਾ ਹੈ। ਨਿੱਜਰ ਸਾਹਿਬ, ਇਹ ਵੀ ਬੜੀ ਵੱਡੀ ਸਮੱਸਿਆ। ਬਿਲਕੁਲ। ਇਹ ਚੀਜ਼ ਨੂੰ ਆਪ ਨੋਟਿਸ ਕਰੋ ਸਾਧ ਸੰਗਤ ਜੀ। ਬਾਣੀ 'ਚ ਕਿਤੇ ਨਹੀਂ ਕਿਹਾ ਕਬੀਰ ਜੀ ਨੇ ਕਿ ਮੇਰੇ ਪਿੱਛੇ ਲੱਖਾਂ ਹੀ ਲੋਕ ਲੱਗੇ ਨੇ, ਤੇ ਜਿੱਥੇ ਲੱਖਾਂ ਲੋਕ ਹੈਗੇ ਨੇ ਉੱਥੇ ਪਲੀਜ਼ ਨਾ ਜਾਇਓ। ਇਹ ਵੀ ਸੱਚ ਆ। ਭੀੜ ਜਿਹੜੀ ਹੈ ਨਾ, ਭਾਵਨਾ ਦੇ ਨਾਲ ਆਪਣੇ ਅੰਦਰ ਜਿਹੜੀ ਹੈਗੀ, ਭਾਵਨਾ ਦੇ ਨਾਲ ਜਿਹੜੀ ਹੈਗੀ ਆਪਾਂ ਨੂੰ ਸੋਚਣ ਦੀ ਜਿਹੜਾ ਹੈਗਾ ਨਾ ਸਵਿਚ ਆਫ ਕਰ ਦਿੰਦੀ ਆ। ਉਹ ਸੋਚਣ ਵਾਲਾ ਜਿਹੜਾ ਸਵਿਚ ਬੰਦ ਕਰ ਦਿੰਦੀ ਹੈ, ਬੁੱਧੀ ਵਾਲਾ ਸਵਿਚ। ਹਾਂ, ਕਿਉਂਕਿ ਭੀੜ 'ਚ ਤੁਸੀਂ ਰਲ ਗਏ ਨਾ, ਉਹਨਾਂ ਦੀ ਜਿਹੜੀ ਹੈ ਨਾ, ਉਹਨਾਂ ਦਾ ਇਨਫਲੂਐਂਸ ਕਹਿ ਲਓ, ਉਹ ਤੁਹਾਡੇ ਤੇ ਪ੍ਰਭਾਵ ਚੜ ਜਾਣਾ। ਉਹਨਾਂ ਦਾ ਰੰਗਤ, ਉਹਨਾਂ ਨੇ ਤੁਹਾਡੇ ਅੰਦਰ ਵਿਵੇਕ ਹੀ ਖਤਮ ਕਰ ਦੇਣਾ, ਕਿਉਂਕਿ ਬਹੁਤ ਜ਼ਿਆਦਾ ਨੇ ਲੋਕ। ਤੁਸੀਂ ਇੱਕਦਮ ਘਟੀਆ ਕੱਪੜਾ ਪਾਇਆ ਨਾ ਤੇ 100 ਬੰਦੇ ਨੇ ਕਹਿ ਦੇਣਾ ਕਿ ਬੜਾ ਵਧੀਆ ਸੂਟ ਪਾਇਆ, ਤੁਸੀਂ ਸੱਚੀ ਉਹਦੀ ਗੱਲ ਤੇ ਵਿਸ਼ਵਾਸ ਕਰ ਲੈਣਾ। ਪਰ ਤੁਹਾਨੂੰ ਤੇ ਪਤਾ ਨਾ ਕਿ ਸੂਟ ਸਹੀ ਨਹੀਂ ਹੈ। ਆਪਾਂ ਫਿਰ ਲੋਕਾਂ ਦੀ ਕੋਈ ਜੱਜਮੈਂਟ ਲੈਂਦੇ ਹਾਂ। ਅੱਛਾ ਠੀਕ, ਇੱਥੇ ਗੱਲ ਖਤਮ ਕਰਦੇ ਹਾਂ ਆਪਾਂ। ਇਹਦੇ ਜਦ ਤੱਕ ਮੈਂ ਹੈਗਾ ਤਦ ਤੱਕ ਤੂੰ ਨਹੀਂ ਆ, ਤੇ ਜਦੋਂ ਤੂੰ ਪ੍ਰਗਟ ਹੋ ਗਿਆ ਫਿਰ ਮੈਂ ਨਹੀਂ ਆ। ਇਹਦਾ ਮਤਲਬ ਨਿਰਵਿਚਾਰ 'ਚ ਮੈਂ ਨਹੀਂ ਹੈਗਾ, ਉਹ ਪਰਮਾਤਮਾ ਹੈਗਾ, ਉਹ ਆਤਮਾ ਉੱਥੇ ਹੈਗੀ ਹੈ। ਦੇਖੋ, ਉਹੀ ਤੱਤ ਜਿਹੜਾ ਵਾ ਉਹ ਨਸ਼ਟ ਨਹੀਂ ਹੁੰਦਾ। ਬਾਕੀ ਜੋ ਵੀ ਕੋਈ ਤੁਹਾਨੂੰ ਦਿਖਾਈ ਦੇ ਰਿਹਾ, ਇੱਕ ਸਮਾਂ ਆਵੇਗਾ ਇਸਨੇ ਪਿੰਡ ਸਜਾਣਾ। ਹਾਂਜੀ ਨਿੱਜਰ ਸਾਹਿਬ, ਅਗਲੀ ਤੁਕ ਬੋਲੀ। एक अनल अगम जैसे लहर में ਉਧਤ ਜਲ ਕੇਵਲ ਜਲ ਮਾਹੀ। ਅਨਲ ਕਹਿੰਦੇ ਆ ਜਿਹੜੇ ਹੈਗੇ ਤੂਫਾਨ, ਅਗਮ ਕਹਿੰਦੇ ਆ ਬਹੁਤ ਭਿਅੰਕਰ ਤੂਫਾਨ, ਅਤੇ ਉਹਦੇ ਨਾਲ ਜੈਸੇ ਲਹਿਰਾਂ ਪੈਦਾ ਹੁੰਦੀਆਂ ਆ। ਲਹਿਰ ਮੈਂ ਉਦਤ ਦੇ ਵਿੱਚ, ਸਮੁੰਦਰ ਦੇ ਵਿੱਚ ਲਹਿਰਾਂ ਪੈਦਾ ਹੁੰਦੀਆਂ ਆ। ਜਲ ਕੇਵਲ ਜਲ ਮਾਹੀ, ਉਹ ਲਹਿਰਾਂ ਜਿਹੜੀਆਂ ਹੈਗੀਆਂ ਉਹਨਾਂ ਦਾ ਆਪਣਾ ਐਗਜ਼ਿਸਟੈਂਸ ਨਹੀਂ ਹੈਗੀ, ਆਪਣੀ ਹੋਂਦ ਨਹੀਂ ਹੈ ਉਹਨਾਂ ਦੀ, ਉਹ ਸਿਰਫ ਜਲ ਹੈਗੇ, ਪਰ ਲੱਗਦੀਆਂ ਲਹਿਰਾਂ ਹੈਗੀਆਂ, ਲੱਗਦੀਆਂ ਅਲੱਗ ਹੈਗੀਆਂ। ਅਤੇ ਇਹੀ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਹੈਗਾ ਭੁਲੇਖਾ ਹੈਗਾ, ਇਹੀ ਭਰਮ ਹੈਗਾ, ਇਹੀ ਟਰੈਪ ਮਾਲਕ ਨੇ ਜੋ ਇਹ ਤਰ੍ਹਾਂ ਦੀ ਰੰਗ ਬਿਰੰਗੀ ਜਿਹੜੀ ਦੁਨੀਆ ਜੀਵ ਬਣਾਏ ਹੋਏ ਆ, ਇਹਦੇ ਵਿੱਚ ਆਪਾਂ ਜਿਹੜੇ ਉਹਨਾਂ ਨੂੰ ਅਲੱਗ-ਅਲੱਗ ਸਮਝ ਲੈਂਦੇ ਹਾਂ, ਅਤੇ ਬਸ ਇਹ ਰੱਸੀ ਅਤੇ ਸੱਪ ਵਾਲਾ ਜਿਹੜਾ ਹੈਗਾ ਭੁਲੇਖਾ ਹੋ ਜਾਂਦਾ ਹੈ। ਹਾਂਜੀ ਵੀਰ ਜੀ। ਹਾਂਜੀ, ਦੇਖੋ ਸਾਧ ਸੰਗਤ ਜੀ, ਦੂਜੀ ਤੁਕ 'ਚ ਹੋਰ ਖੁੱਲ ਕੇ ਸਾਨੂੰ ਸਮਝਾ ਰਹੇ ਨੇ। ਕਹਿੰਦੇ ਕਿ ਸਮੁੰਦਰ ਦੇ ਵਿੱਚ ਜਦੋਂ ਤਰੰਗ ਪੈਦਾ ਹੁੰਦੀ ਹੈ ਨਾ, ਉਹ ਆਪਣੀ ਹੋਂਦ ਬਣਾ ਲੈਂਦੀ ਹੈ, ਦਿਖਦੀ ਆ। ਤੁਸੀਂ ਵੇਖੋ, ਸਾਰਿਆਂ ਨੂੰ ਦਿਖਦੀ ਹੈ ਤਰੰਗ ਹੈਗੀ ਆ, ਪਰ ਅਸਲ 'ਚ ਤਰੰਗ ਹੈ ਵੀ ਨਹੀਂ ਆ, ਪਾਣੀ ਆ ਗੱਲਾਂ, ਪਰ ਦਿਖਦੀ ਹੈ ਸਾਨੂੰ, ਕਿਉਂਕਿ ਉਹ ਹੈ ਸਮੁੰਦਰ ਦਾ ਵੀ ਇੱਕ ਹਿੱਸਾ ਵਾ, ਪਰ ਸਮੁੰਦਰ ਦੇ ਵਿੱਚ ਉਸਨੇ ਆਪਣੀ ਇੱਕ ਵੱਖਰੀ ਹੋਂਦ ਬਣਾ ਲਈ ਹੈ। ਸੋ ਇੱਥੇ ਇਸ ਚੀਜ਼ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ, ਜਿੰਨਾ ਚਿਰ ਤੱਕ ਤਰੰਗ ਹੈਗੀ ਉਹਨਾਂ ਚਿਰ ਤੱਕ ਤਰੰਗ ਸਮੁੰਦਰ ਤੋਂ ਅਲੱਗ ਆ। ਉੱਪਰਲੀ ਤੋਕ 'ਚ ਫਿਰ ਉਹਨਾਂ ਕਿਹਾ ਕਿ ਜਿੰਨਾ ਚਿਰ ਤੱਕ ਤੂੰ ਹੈਗਾ ਤਦ ਤੱਕ ਮੈਂ ਨਹੀਂ ਹੈਗਾ। ਤਰੰਗ ਹੈਗੀ ਆ ਤੇ ਸਾਡੀ ਹੋਂਦ ਵੀ ਹੈਗੀ ਆ। ਸਾਡੀ ਹੋਂਦ ਦਾ ਤਰੰਗ ਦਾ ਮਤਲਬ ਵਿਚਾਰ। ਬਿਲਕੁਲ ਸਹੀ ਗੱਲ ਹੈ। ਜਦੋਂ ਸਾਡੇ ਵਿਚਾਰ ਹੈਗੇ ਤੇ ਮੈਂ ਬਹੁਤ ਵੱਡੇ ਲੈਵਲ ਤੇ ਹੈਗਾ। ਬੇਸ਼ੱਕ ਮੈਂ ਸਰੀਰ ਤੋਂ ਟੁੱਟ ਗਿਆ, ਮੈਂ ਨਹੀਂ ਜਾਣਦਾ ਨਿੱਜਰ ਸਾਹਿਬ ਕਿੱਥੇ ਬੈਠੇ ਆ, ਮੈਨੂੰ ਨਹੀਂ ਪਤਾ ਬਾਹਰ ਕੀ ਹੋ ਰਿਹਾ,
ਪਰ ਅੰਦਰ ਮੈਂ ਫਿਰ ਬੈਠਾ। ਇੱਕ ਛੋਟੇ ਜਿਹੇ ਬੱਚੇ ਨੂੰ ਕਹਿਤਾ ਨਾ, ਉਹ ਬੜਾ ਭੱਜਾ ਫਿਰੇ। ਚਲੋ ਉਹਦੇ ਪਿਓ ਨੇ ਦੌਕਾ ਮਾਰਿਆ, ਬਈ ਛੋਟੇ ਬਹਿ ਜਾ ਓਏ। ਉਹ ਕਹਿੰਦਾ ਕਿ ਪਾਪਾ ਮੈਂ ਸਰੀਰ ਤੌਰ ਤੇ ਬੈਠਾ ਪਰ ਅੰਦਰੋਂ ਹਜੇ ਵੀ ਮੈਂ ਖਲੋਤਾ ਹੀ। ਸਾਹਿਬ ਬਹੁਤ ਵਧੀਆ, ਬਿਲਕੁਲ ਸਹੀ ਹੈ। ਤੁਸੀਂ ਪਾਵਰਫੁਲ ਜੋ ਮੈਨੂੰ ਦੌਕਾ ਮਾਰ ਕੇ ਤੇ ਬਾਤਾ ਵਾ, ਪਰ ਅੰਦਰੋਂ ਜਿਹੜਾ ਮੇਰੇ ਅੰਦਰ ਜਿਹੜਾ ਜੀਵ ਆ ਉਸੇ ਤਰ੍ਹਾਂ ਹੀ ਖਲੋਤਾ ਜੋ, ਉਹ ਨਹੀਂ ਜੋ ਬੈਠਾ। ਸੋ ਕਹਿਣ ਤੋਂ ਭਾਵੇਂ ਤੇ ਕਿ ਜਿੰਨਾ ਚਿਰ ਤੱਕ ਤਰੰਗ ਆਪਣੀ ਹੋਂਦ ਬਣਾ ਕੇ ਬੈਠੀ ਆ, ਉਹਨਾਂ ਚਿਰ ਤੱਕ ਸਾਨੂੰ ਪਾਣੀ ਦਾ ਪਤਾ ਨਹੀਂ ਲੱਗਣਾ। ਇਹ ਤਰੰਗ ਜਦੋਂ ਸ਼ਾਂਤ ਹੋ ਜਾਂਦੀ ਆ, ਕਹਿਣ ਤੋਂ ਭਾਵ ਕਿ ਵਿਚਾਰ ਜਦੋਂ ਚਿੱਤ ਚ ਲੀਨ ਹੋ ਜਾਂਦੇ ਆ ਤੇ ਫਿਰ ਪ੍ਰਮਾਤਮਾ ਪ੍ਰਗਟ ਹੋ ਜਾਂਦਾ। ਪ੍ਰਮਾਤਮਾ ਕੋਈ ਦੂਰ ਥੋੜੀ ਆ, ਉਹੀ ਤੇ ਕਹਿੰਦੇ ਆ, ਉਹ ਬੋਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਇੱਧਰ ਲਾਉਣਾ। ਇੰਨਾ ਕਰੀ ਸੰਸਾਰ ਤੋਂ ਪੁੱਟਣਾ ਮਤਲਬ ਕਿੱਥੋਂ ਪੁੱਟਣਾ? ਭੀੜ ਤੋਂ ਪੁੱਟ ਕੇ ਚਿੱਤ ਦੇ ਅੰਦਰ ਹੀ ਮਨ ਨੂੰ ਇਕਾਗਰ ਕਰਕੇ ਉਹ ਚ ਲੀਨ ਕਰ ਦੇਣਾ। ਇੰਨਾ ਆਸਾਨ ਕੰਮ। ਜੇ ਔਖਾ ਕਰਨਾ ਹੈ ਤੇ ਫਿਰ ਬਾਬੇ ਲੱਭੀ ਜਾਓ, ਤੇ ਬਾਬੇ ਬਥੇਰੇ ਹੈਗੇ ਨੇ। ਬਾਬੇ ਦੇ ਭਰਮ ਫੈਲਾਉਂਦੇ ਨੇ, ਉਹ ਭਰਮਾਂ ਚ ਬੰਦੇ ਨੂੰ ਪਾ ਛੱਡਦੇ। ਫਿਰ ਬੰਦਾ ਉੱਥੋਂ ਹੀ ਚੀਜ਼ ਲੱਭਦਾ ਜਿੱਥੇ ਚੀਜ਼ ਕਿਤੇ ਗਵਾਚੀ ਨਹੀਂ। ਇੱਕ ਚੀਜ਼ ਆਪ ਅੰਡਰਸਟੈਂਡ ਕਰਦੇ ਜੋ, ਰਾਬੀਆ ਤੇ ਹਸਨ ਦੀ ਕਹਾਣੀ ਆਪ ਜੀ ਨੂੰ ਕਈ ਵਾਰੀ ਸੁਣਾਈ ਆ ਕਿ ਰਾਬੀਆ ਕਹਿੰਦੀ ਆ ਕਿ ਹਸਨ ਜਿੱਥੇ ਤੂੰ ਲੱਭ ਰਿਹਾ ਨਾ ਉੱਥੇ ਨਹੀਂ ਹੈਗਾ ਉਹ। ਤੇ ਉਹ ਰਾਬੀਆ ਕਹਿੰਦੀ ਕਿ ਮੇਰੀ ਸੂਈ ਗਵਾਚੀ। ਕਹਿੰਦਾ ਜੇ ਤੇਰੀ ਸੂਈ ਘਰ ਗਵਾਚੀ ਹੈ ਤੇ ਇੱਥੇ ਕੋਈ ਲੱਭਦੀ ਆ? ਕਹਿੰਦੀ ਘਰੇ ਹਨੇਰਾ। ਉਹ ਕਹਿੰਦਾ ਮੰਨਿਆ ਕਿ ਘਰੇ ਹਨੇਰਾ, ਪਰ ਚੀਜ਼ ਜਿੱਥੇ ਗਵਾਚੀ ਹੈ ਲੱਭਣ ਦਾ ਫਾਇਦਾ ਹੀ ਉੱਥੇ ਹੈ। ਪਰ ਇਹ ਲੋਕ ਕਹਿੰਦੇ ਆ ਕਿ ਨਹੀਂ, ਅਸੀਂ ਤੁਹਾਨੂੰ ਲਵਾਵਾਂਗੇ। ਆਹ ਵੇਖੋ ਸਾਡੇ ਕੋਲ ਲਾਈਟਾਂ ਲੱਗੀਆਂ। ਉਹ ਗੱਲ ਤੁਹਾਡੀ ਮੰਨੀ ਆ, ਤੁਹਾਡੇ ਕੋਲ ਲਾਈਟਾਂ, ਤੁਹਾਡੇ ਕੋਲ ਬੜੇ ਵਧੀਆ ਫਰਸ਼ ਬਣੇ ਆ, ਪਤਾ ਨਹੀਂ ਕੀ ਕੋਈ ਬਣਾਇਆ ਤੁਸੀਂ, ਪਰ ਚੀਜ਼ ਇੱਥੇ ਹੈ ਹੀ ਨਹੀਂ ਹੈ। ਹੈਗੀ ਨਹੀਂ ਜੀ ਸਾਹਿਬ? ਬਿਲਕੁਲ। ਇਹਨਾਂ ਦਾ ਭਰਮ ਜਾਲ ਹੀ ਐਸਾ ਹੁੰਦਾ ਹੈ ਗੁਰਕੀ ਸਾਹਿਬ। ਦੇਖੋ ਕਈ ਹੁਣ ਕਹਿੰਦੇ ਜੀ ਤੁਸੀਂ ਆਓ ਤਾਂ ਸਹੀ। ਸਾਡੇ ਮਹਾਂਪੁਰਖ ਜਿਹੜੇ ਦੇਖੋ ਉਹ ਤਾਂ ਸਿਰ ਤੇ ਹੱਥ ਰੱਖਦੇ ਆ ਤੇ ਦਸਮ ਦੁਆਰ ਖੁੱਲ ਜਾਂਦਾ ਹੈ। ਆਓ ਤਾਂ ਸਹੀ। ਉਹ ਭਰਮ ਐਸਾ ਫੈਲਾ ਦਿੰਦੇ ਆ। ਦਸਮ ਦੁਆਰ ਜਿਹੜਾ ਖੋਲਿਆ ਜਾਂਦਾ ਹੈ ਉਹ ਕੋਈ ਬੂਹਾ ਥੋੜੀ। ਦਸਮ ਦੁਆਰ ਵੀ ਜਿਹੜਾ ਖੁੱਲਣਾ ਹੈ, ਕਹਿਣ ਤੋਂ ਭਾਵ ਆ ਉਹਦਾ ਅਨੁਭਵ ਕਰਨਾ ਬਹੁਤ ਆਸਾਨ ਹੈ, ਸੈਂਪਲ ਤੇ ਫਰੀ ਆ। ਉਹਦੇ ਵਿੱਚ ਲੀਨ ਹੋ ਜਾਣਾ ਮਤਲਬ ਦਸਮ ਦੁਆਰ ਦਾ ਮਤਲਬ ਆਤਮਾ ਚ ਲੀਨ ਹੋ ਜਾਣਾ, ਵਿਚਾਰ ਮੰਡਲ ਤੋਂ ਅੱਗੇ ਲੰਘ ਕੇ ਤੇ ਸਵੈ ਵਿੱਚ ਅਸਤ ਹੋ ਜਾਣਾ। ਤੇ ਬਸ ਉਹ ਪਰਮ ਅਵਸਥਾ ਹੈ, ਪਰ ਇਹ ਕੋਈ ਦੇ ਨਹੀਂ ਸਕਦਾ। ਬਾਣੀ ਚ ਕੱਲ ਵੀ ਦੇਖੋ ਉਹਨਾਂ ਨੇ ਸਮਝਾਇਆ ਆਪਾਂ ਨੂੰ ਕਿ ਇਹ ਜਿਹੜੀ ਚੀਜ਼ ਆ ਨੰਬਰ 1 ਆ, ਇਹ ਤੈਨੂੰ ਕੋਈ ਦੇ ਨਹੀਂ ਸਕਦਾ। ਨਿੱਜਰ ਸਾਹਿਬ ਬਿਲਕੁਲ। ਇੱਕ ਬੰਦਾ ਦੂਜੇ ਬੰਦੇ ਨੂੰ ਨਹੀਂ ਦੇ ਸਕਦਾ। ਆਈ ਨਾ ਆਪਣੀ ਬਾਣੀ ਪਹਿਲਾਂ। ਬਿਲਕੁਲ ਨਹੀਂ ਦੇ ਸਕਦਾ। ਬੜਾ ਹਾਂ ਦੇਖੋ ਇੱਥੇ ਇੱਕ ਆਪ ਅੰਡਰਸਟੈਂਡ ਕਰਦੇ ਜੋ, ਇੱਕ ਬ੍ਰਹਮ ਗਿਆਨੀ ਕਹਿੰਦੇ ਆ ਕਿ ਚੀਜ਼ ਕੋਈ ਕਿਸੇ ਨੂੰ ਦੇ ਨਹੀਂ ਸਕਦਾ। ਇਹ ਗੱਪੀ ਕਹੀ ਜਾਂਦੇ ਅਸੀਂ ਦਿੰਦੇ ਆ, ਤੁਹਾਨੂੰ ਕਿੱਥੋਂ ਦੇ ਦੇਣਗੇ? ਆਪ ਜਸਟ ਸੋਚੋ, ਬਾਣੀ ਦੀ ਉਲਟੀ ਹੈ ਨਾ ਤਾਰਾ। ਬਿਲਕੁਲ ਉਲਟਿਆ ਜੀ, ਬਿਲਕੁਲ ਉਲਟਿਆ ਬਾਣੀ। ਹਾਂ ਉਹ ਕਹਿੰਦੇ ਨਹੀਂ ਦੇ ਸਕਦਾ ਕੋਈ। ਇੱਕ ਤੇ ਉਹਨਾਂ ਇਹ ਕਿਹਾ ਸੀ, ਫਿਰ ਕਹਿੰਦੇ ਕਿ ਪ੍ਰੇਮ ਭਗਤੀ ਤੈਨੂੰ ਕਰਨੀ ਪਊਗੀ, ਫਿਰ ਤੈਨੂੰ ਪ੍ਰਾਪਤ ਹੋ ਜਾਊਗਾ। ਕੱਲ ਸਾਰੇ ਰਾਹ ਦੱਸੇ ਉਹਨਾਂ ਨੇ, ਕਿਹੜੇ ਤਰੀਕੇ ਨਾਲ ਨਹੀਂ ਮਿਲਣਾ। ਉਹ ਕਹਿੰਦੇ ਪਹਿਲੀ ਲਾਈਨ 'ਚ ਲਿਖਿਆ ਕਿ ਇੱਕ ਬੰਦਾ ਦੂਜੇ ਬੰਦੇ ਨੂੰ ਇਸ ਚੀਜ਼ ਦੇ ਨਾਲ ਨਹੀਂ ਮਿਲਾ ਸਕਦਾ, ਨਾ ਹੀ ਕੋਈ ਦੇ ਸਕਦਾ। ਇਹ ਕਹਿੰਦੇ ਤੁਹਾਡਾ ਦਸਮ ਦੁਆਰ ਖੋਲ ਦਾਂਗੇ। ਉਹਨਾਂ ਨੂੰ ਕਹਾ ਫਿਰ ਤੁਕ 'ਚ ਕੀ ਲਿਖਿਆ? ਬਿਲਕੁਲ ਲਿਖਿਆ ਹੈ। ਉਹ ਕਹਿੰਦੇ ਨਾ ਭਈ ਪਹਾੜ ਪੜੋਸਨ ਪੂਛ ਲੈ ਨਾਮਾ, ਕਾਪੇ ਛਾਨ ਛਵਾਈ ਹੋ, ਤੋਪੇ ਦੁਗਣੀ ਮਜੂਰੀ ਦੇਹੋ ਬੈਦੀ, ਮੋਕੋ ਬੇਡੀ ਦੇहो बताई हो, री भाई बेडी देन ना जाई, देख बेडी रहो समाई। देख लो आ चीज कहते दे ही नहीं सकते, कोई इस तरह का कर ही नहीं सकता। कहते बिल्कुल क्लीयर कह रही है बाणी गुर। ਇਹ ਕਹਿੰਦੇ ਆ ਕਿ ਬਈ ਨਹੀਂ ਅਸੀਂ ਦਵਾਂਗੇ ਤੁਹਾਨੂੰ, ਪਰ ਇੱਥੇ ਸਾਨੂੰ ਅਕਲ ਦਾ ਇਸਤੇਮਾਲ ਕਰਨਾ ਪਊਗਾ, ਸਾਨੂੰ ਵਿਵੇਕ ਤੋਂ ਕੰਮ ਲੈਣਾ ਪਊਗਾ। ਇੱਕ ਇਨਸਾਨ ਦੀ ਆਪਾਂ ਗੱਲ ਸੁਣਨੀ ਆ ਤੇ ਜਾਂ ਇੱਕ ਆ ਜਿਹੜੇ ਬ੍ਰਹਮ ਗਿਆਨੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵਿਰਾਜਮਾਨ ਨੇ ਔਰ ਜਿਨ੍ਹਾਂ ਨੇ ਸਫ਼ਰ ਪੂਰਾ ਕੀਤਾ ਹੈ, ਉਹ ਸਾਨੂੰ ਦੱਸ ਕੇ ਗਏ ਨੇ। ਉਸ ਤੋਂ ਬਾਅਦ ਅਸੀਂ ਅਜੇ ਵੀ ਇਹਨਾਂ ਦੀਆਂ ਗੱਲਾਂ ਨਹੀਂ ਸੁਣਦੇ ਤੇ ਇੱਧਰ ਉੱਧਰ ਸੁਣੀ ਜਾਂਦੇ ਆ। ਇਹਦੇ ਚ ਧੋਖਾ ਕੌਣ ਕਿਸੇ ਨੂੰ ਦੇ ਰਿਹਾ? ਆਪਣੇ ਆਪ ਨੂੰ ਇਨਸਾਨ ਧੋਖਾ ਦਿੰਦਾ। ਇੱਥੇ ਸਹੀ ਨੇ ਸਾਹਿਬ ਜੀ? ਬਿਲਕੁਲ ਮੰਦੇ ਪਾ ਗਿਆ। ਫਿਰ ਇਸ ਤੋਂ ਮੰਦੇ ਪਾ ਕੀ ਆਪਣੇ ਜਿਹੜੇ ਹੈਗੇ, ਦੇਖ ਲਓ ਸਾਹਮਣੇ ਜਿਹੜਾ ਹੈਗਾ ਆਪਣੇ ਜਿਹੜਾ ਹੈਗਾ ਪਾਣੀ ਪੀ ਨਹੀਂ ਸਕਦੇ। ਸਾਹਮਣੇ ਪਾਣੀ ਪਿਆ ਹੈ, ਤਲਾਬ ਲਬਾਲਬ ਭਰਿਆ ਹੈ, ਆਪਾਂ ਪੀ ਨਹੀਂ ਸਕਦੇ। ਹੁਣ ਦੇਖੋ ਇੱਕ ਮੈਨੂੰ ਪਤਾ ਨਹੀਂ ਕਿਹੜੇ ਕਹਿੰਦੇ ਆ ਕਿ
ਪਹਿਲਾਂ ਤੁਸੀਂ ਚੀਟੀ ਮਾਰਗ, ਫਿਰ ਉਹ ਕਹਿੰਦੇ ਆ ਪਤਾ ਨਹੀਂ ਮੱਕੜੀ ਮਾਰਗ, ਫਿਰ ਕਹਿੰਦੇ ਆ ਪੰਛੀ ਮਾਰਗ, ਏਦਾਂ ਕਰਕੇ ਨਾ ਮਾਰਗ ਬਣਾਏ। ਕਹਿਣ ਤੋਂ ਭਾਵ ਹੈ ਕਿ ਪ੍ਰਮਾਤਮਾ ਉਹਨਾਂ ਨੇ ਬਹੁਤ ਦੂਰ ਬਣਾਇਆ। ਆ ਬਾਣੀ ਉਹਨਾਂ ਸਾਰੀ ਚੀਜ਼ਾਂ ਦਾ ਖੱਡਰ ਕੀਤਾ। ਕਹਿੰਦੇ ਜਿੰਨਾ ਚਿਰ ਤੱਕ ਮੈਂ ਹਾਂ, ਜਬ ਤੱਕ ਹਮ ਹੈ ਤਬ ਤੱਕ ਤੂੰ ਨਹੀਂ ਹੈਗਾ। ਤੂੰ ਦਾ ਮਤਲਬ ਇੱਥੇ ਕਿਤੇ ਲਿਖਿਆ, ਦੱਸੋ ਬਾਣੀ ਦੀ ਇੱਕ ਤੁਕ ਚ ਵੀ ਲਿਖਿਆ ਨਿੱਜਰ ਸਾਹਿਬ ਕਿ ਪ੍ਰਮਾਤਮਾ ਕਿਤੇ ਬਾਹਰ ਬੈਠਾ ਉਹਨੂੰ ਮਿਲ ਜਾਣਾ? ਨਾ ਨਾ ਨਾ, ਬਾਣੀ ਤਾਂ ਕਹਿੰਦੀ ਹੈ ਪਰਮਾਤਮਾ। ਅੱਜ ਆਪਾਂ ਨੂੰ ਇੱਕ ਸਾਲ ਹੋ ਗਿਆ ਨਿੱਜਰ ਸਾਹਿਬ, ਅਬਾਊਟ 1 ਸਾਲ ਦੇ ਆਪਾਂ ਕਰੀਬ ਪੜ੍ਹ ਰਹੇ ਹਾਂ, ਵਿਚਾਰ ਕਰ ਰਹੇ ਹਾਂ। ਇਹਨਾਂ ਦਾ ਹੀ ਰਵਿਦਾਸ ਜੀ ਦਾ ਅੱਗੇ ਸ਼ਬਦ ਆਊਗਾ ਗੁਰਪ੍ਰੀਤ ਸਾਹਿਬ, ਇਸ ਤੋਂ ਬਾਅਦ 1 ਜਾਂ 2 ਦੂਜਾ ਤੀਜਾ ਸ਼ਬਦ ਹੈਗਾ, ਉਹਦੇ ਚ ਕਹਿੰਦੇ ਆ ਵੀ ਹੱਥ ਤੋਂ ਵੀ ਨੇੜੇ ਆ, ਜਿੰਨਾ ਤੇਰਾ ਹੱਥ ਆ ਉਸ ਤੋਂ ਵੀ ਨੇੜੇ ਆ ਪਰਮਾਤਮਾ। ਪਰਮਾਤਮਾ ਮੈਂ ਕਹਿੰਦਾ ਉਹਨਾਂ ਮੈਂ ਆਪਣੇ ਕਰੀਬ ਨਹੀਂ ਜਿੰਨਾ ਮੇਰੇ ਪਰਮਾਤਮਾ ਕਰੀਬ ਆ। ਆਪ ਜਸਟ ਸੋਚੋ। ਪਰ ਇਹ ਕਹਿੰਦੇ ਪਤਾ ਨਹੀਂ ਕਿੱਥੇ ਬੈਠਾ ਹੈ ਪਰਮਾਤਮਾ, ਤੁਹਾਨੂੰ ਮਿਲਾਵਾਂਗੇ। ਉਸ ਤੋਂ ਬਾਅਦ ਆਪ ਜਸਟ ਸੋਚੋ, ਜਿਹੜੇ ਬਾਬੇ ਦੀ ਬਾਣੀ ਕਹਿੰਦੇ ਆ, ਕਬੀਰ ਜੀ ਦੀ ਬਾਣੀ ਦੇ ਵਿੱਚ ਲਿਖਿਆ ਹੈ ਕਰ ਨੈਣੋ ਮੇ ਦੀਦਾਰ ਮਹਿਲ ਮੇ ਪਿਆਰਾ ਹੈ, ਪਤਾ ਨਹੀਂ ਕਿੱਥੋਂ ਕਹਿੰਦੇ ਪਤਾ ਨਹੀਂ ਕਿੰਨੇ ਸੂਰਜ ਆ ਉੱਥੇ, ਫਿਰ ਤੁਹਾਡੀ ਆਤਮਾ ਚ ਇੰਨੀ ਸ਼ਕਤੀ ਆਊਗੀ, ਇੰਨਾ ਪ੍ਰਕਾਸ਼ ਪੈਦਾ ਹੋਊਗਾ, ਫਿਰ ਪਤਾ ਨਹੀਂ ਕਿਹੜਾ ਕਾਲਾ ਮੰਡਲ ਹੈ ਜੈਸਾ ਉਹਦੀ ਲੰਘ ਕੇ ਜਾਊਗੀ। ਆਪ ਜਸਟ ਸੋਚੋ। ਕਹਿੰਦੇ ਜਿਹੜਾ ਸੂਰਜ ਬਹੁਤ ਛੋਟਾ ਹੈ, ਇੱਕ ਤੋਂ ਵੀ ਵੱਡੇ ਸੂਰਜ ਆ, ਉਹਨਾਂ ਪ੍ਰਕਾਸ਼ ਤੁਹਾਡੇ ਅੰਦਰ ਪੈਦਾ ਹੋਣਾ। ਇਹੋ ਜਿਹੀਆਂ ਗੱਪਾਂ ਮਾਰ ਕੇ ਲੋਕਾਂ ਨੂੰ ਐਵੇਂ ਗੱਪਾਂ ਸੁਣਾਈ ਜਾਂਦੇ ਆ, ਔਰ ਲੋਕ ਵਿਸ਼ਵਾਸ ਕਰਦੇ ਇਹਨਾਂ ਚੀਜ਼ਾਂ ਚ ਤੇ ਆਪਣਾ ਸਮਾਂ ਬਰਬਾਦ ਕਰ ਰਹੇ ਨੇ। ਹਾਂਜੀ, ਪਰ ਬਾਣੀ ਚ ਪਹਿਲਾਂ ਵੀ ਆਇਆ, ਤੂੰ ਜਿੱਥੇ ਵੀ ਬੈਠਾ ਕੋਈ ਮੈਟਰ ਨਹੀਂ ਕਰਦਾ, ਪਰ ਜੇ ਤੇਰੇ ਜੀਵਨ ਦੇ ਵਿੱਚ ਕੋਈ ਬਦਲਾਅ ਨਹੀਂ ਆਇਆ ਤੇ ਸਮਝ ਲਾ ਕੋਈ ਸਹੀ ਜਗ੍ਹਾ ਤੇ ਨਹੀਂ ਬੈਠਾ, ਗਲਤ ਜਗ੍ਹਾ ਤੇ ਬੈਠਾ। ਇਟ ਡਜ਼ਨਟ ਮੈਟਰ ਤੂੰ ਕਿੱਥੇ ਬੈਠਾ। ਠੀਕ ਹੈ। ਅਗਲੀ ਤੁਕ ਬੋਲਣ ਜੇ ਸਾਹਿਬ, ਫਿਰ ਕਹਿੰਦੇ ਕਿ ਤਰੰਗ ਜਿੱਦਾਂ ਸਮੁੰਦਰ ਦਾ ਹਿੱਸਾ ਹੈ, ਜਦ ਤੱਕ ਤਰੰਗ ਹੈਗੀ ਤਦ ਤੱਕ ਉਸ ਸਮੁੰਦਰ ਤੋਂ ਅਲੱਗ ਆ, ਔਰ ਜਦੋਂ ਤਰੰਗ ਸ਼ਾਂਤ ਹੋ ਜਾਂਦੀ ਆ ਤੇ ਸਮੁੰਦਰ ਦਾ ਹਿੱਸਾ ਬਣ ਜਾਂਦੀ। ਇਸ ਲਈ ਕਹਿੰਦੇ ਜਬ ਹਮ ਹੈ ਤਬ ਤੁਮ ਨਹੀਂ, ਜਦ ਤੱਕ ਤਰੰਗ ਹੈਗੀ ਆ ਤਦ ਤੱਕ ਸਮੁੰਦਰ ਤੋਂ ਅਲੱਗ ਆ, ਜਦੋਂ ਤਰੰਗ ਸ਼ਾਂਤ ਹੋ ਗਈ ਤੇ ਸਮੁੰਦਰ ਤੋਂ ਵੱਖ ਨਹੀਂ ਹੈਗੀ, ਉਹ ਸਮੁੰਦਰ ਦਾ ਇੱਕ ਹਿੱਸਾ ਹੈ। ਇਹੋ ਗੱਲ ਸਾਡੀ ਆ, ਜਿੰਨਾ ਚਿਰ ਤੱਕ ਹਉਮੈ ਦੇ ਵਸ ਪੈ ਕੇ ਆਪਾਂ ਕੰਮ ਕਰੀ ਜਾਂਦੇ, ਕਰੀ ਜਾਓ, ਅਨੰਤ ਜਨਮਾਂ ਤੱਕ ਆਪਾਂ ਇਸੇ ਤਰ੍ਹਾਂ ਜੰਮਾਂਗੇ ਤੇ ਮਰਾਂਗੇ, ਜੰਮਾਂਗੇ ਤੇ ਮਰਾਂਗੇ। ਔਰ ਜਿੱਦਣ ਅਸੀਂ ਹਉਮੈ ਦਾ ਤਿਆਗ ਕਰ ਦਿੱਤਾ, ਆਪ ਇੱਕ ਚੀਜ਼ ਨੂੰ ਅੰਡਰਸਟੈਂਡ ਕਰੋ, ਕੋਈ ਵੀ ਬਾਬਾ ਜਾਂ ਕੋਈ ਹੋਰ ਸੰਤ ਕਹਿ ਲਓ, ਤੁਹਾਨੂੰ ਮਾਇਆ ਤੋਂ ਮੁਕਤੀ ਨਹੀਂ ਦਵਾ ਸਕਦਾ। ਮਾਇਆ ਤੋਂ ਮੁਕਤੀ ਕੇਵਲ ਤੁਹਾਨੂੰ ਪਰਮਾਤਮਾ ਹੀ ਦਵਾ ਸਕਦਾ। ਇਹ ਬਿਲਕੁਲ ਕਲੀਅਰ ਕਨਸੈਪਟ ਹੈਗਾ। ਜੇ ਆਪਾਂ ਭਗਤੀ ਕਰਨੀ ਆ, ਭਗਤੀ ਤੋਂ ਇਲਾਵਾ ਹੋਰ ਕੋਈ ਵੀ ਤਰੀਕਾ ਨਹੀਂ ਆ ਜਿਸ ਦੇ ਨਾਲ ਪਰਮਾਤਮਾ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਜਾ ਸਕੇ। ਸਾਡੀ ਪ੍ਰੇਮਾ ਭਗਤੀ ਹੀ ਪਰਮਾਤਮਾ ਨੂੰ ਸਾਡੇ ਵੱਲ ਖਿੱਚ ਕੇ ਲਿਆਉਂਦੀ ਹੈ। ਕੋਈ ਵੀ ਬੰਦਾ ਪਰਮਾਤਮਾ ਕੋਲ ਨਹੀਂ ਜਾ ਸਕਦਾ। ਪਰਮਾਤਮਾ ਸ਼ੁਰੂ ਤੋਂ ਹੀ ਸਾਧਕ ਦੀ ਤਪੱਸਿਆ ਵੇਖ ਕੇ ਉਹਦੇ ਕੋਲ ਆਪਣੇ ਆਪ ਹੀ ਆ ਜਾਂਦਾ ਹੈ। ਪਰ ਤੁਹਾਡੇ ਅੰਦਰ ਸ਼ਰਧਾ ਚਾਹੀਦੀ ਹੈ, ਲਗਾਤਾਰ ਤੁਸੀਂ ਉਸ ਡਾਇਰੈਕਸ਼ਨ ਵੱਲ ਗਤੀ ਕਰਨੀ ਆ। ਬਾਕੀ ਮੰਜ਼ਿਲ ਤੇ ਪਹੁੰਚਣ ਦੇ ਲਈ ਤੁਹਾਨੂੰ ਥੋੜੀ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ, ਕਿਉਂਕਿ ਜਿਹਨੇ ਸੰਸਾਰ ਦੀ ਰਚਨਾ ਕੀਤੀ ਹੈ ਤੁਹਾਡੇ ਤੋਂ ਜ਼ਿਆਦਾ ਉਹਦੀ ਟੈਨਸ਼ਨ ਹੈ। ਹਾਂਜੀ ਨਿੱਜਰ ਸਾਹਿਬ, ਅਗਲੀ ਤੁਕ ਬੋਲੀਏ। ਇੱਥੇ ਇੱਕ ਹੋਰ ਚੀਜ਼ ਕਲੀਅਰ ਕਰ ਦੇਣਾ ਚਾਹੁੰਦੇ ਆ ਬਈ, ਹਮ ਦਾ ਮਤਲਬ ਹੈਗਾ, ਹਮ ਦਾ ਮਤਲਬ ਆ ਸਰੀਰ ਨਹੀਂ ਹੈਗਾ, ਹਮ ਦਾ ਮਤਲਬ ਸੂਖਸ਼ਮ ਸਰੀਰ ਵੀ ਨਹੀਂ ਹੈਗਾ, ਹਮ ਦਾ ਮਤਲਬ ਹੈਗਾ ਵਿਚਾਰ। ਇਹ ਮਸ਼ੀਨਰੀ ਜਿਹੜੀ ਅੰਦਰ ਆ, ਇਹ ਕੰਮ ਕਰ ਰਹੀ ਹੈ, ਸੋਚ ਰਹੀ ਹੈ। ਸੋਚ ਅਸੋਚ ਦੋਨੋਂ ਚੀਜ਼ਾਂ। ਸੋਚ ਦਾ ਮਤਲਬ ਆ ਵੀ ਚੰਗੇ ਵਿਚਾਰ, ਅਸੋਚ ਦਾ ਮਤਲਬ ਹੈ ਮੰਦੇ ਵਿਚਾਰ। ਜਦ ਤੱਕ ਇਹ ਸੋਚ ਅਸੋਚ ਹੈਗੀ ਆ ਤਦ ਤੱਕ ਹਮ ਹੈਗੇ ਆ। ਬਸ ਆਹੀ ਹੈ। ਹੁਣ ਅੱਗੇ ਕਹਿੰਦੇ ਆ, ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ ਰਹਾਓ। ਕਹਿੰਦੇ ਮਾਲਕਾ, ਹੁਣ ਇਹ ਸਾਰਾ ਕੁਛ ਜਿਹੜਾ ਹੈਗਾ ਨਾ, ਇਹ ਭਰਮ ਜਿਹੜਾ ਹੈਗਾ, ਇਹ ਲਹਿਰਾਂ ਜਿਹੜੀਆਂ ਹੈਗੀਆਂ, ਇਹ ਸਾਰਾ ਜਿਹੜਾ ਵਿਚਾਰ ਜਿਹੜੇ ਹੈਗੇ, ਇਹ ਮਸ਼ੀਨਰੀ ਜਿਹੜੀ ਹੈਗੀ, ਇਹ ਜਿਹੜਾ ਹੈਗਾ, ਇਹ ਤੂੰ ਆਪ ਸਾਰਾ ਕੁਛ ਖੇਡ ਰਿਹਾ ਹੈ। ਇਹ ਤੇਰੀ ਆਪਣੀ, ਤੂੰ ਆਪ ਚਾਹੁੰਦਾ ਹੈ, ਤੂੰ ਆਪ ਇਹ ਸਾਰੀ ਚੀਜ਼ ਬਣਾਈ ਹੈ। ਭਰਮ ਤੇਰਾ ਕੀ ਪੈਦਾ ਕੀਤਾ ਹੋਇਆ ਹੈ। ਮਾਧਵੇ ਕਿਆ ਕਹੀਏ ਭਰਮ ਐਸਾ, ਪਰ ਜੈਸਾ ਮਾਨੀਏ ਹੋਏ ਨਾ ਤੈਸਾ ਰਹਾਓ। ਕਹਿੰਦੇ ਜਿਹੋ ਜਿਹਾ ਮੰਨ ਲੈਂਦੇ ਆ ਨਾ ਅਸੀਂ, ਬਸ ਇਹਨੂੰ ਦੇਖ ਕੇ, ਤੇ ਕਹਿੰਦੇ ਉਹੇ ਜਿਹਾ ਹੈ ਨਹੀਂ ਇਹ ਰਹਾਓ। ਹਾਂਜੀ ਵੀਰ ਜੀ। ਹੁਣ ਉਹ ਕਹਿ ਰਹੇ ਨੇ ਕਿ ਮਾਧਵੇ ਕਿਆ ਕਹੀਏ ਭਰਮ ਐਸਾ। ਉਹ ਕਹਿੰਦੇ ਕਿ ਕੀ ਕਿਹਾ ਜਾਵੇ ਕਿ ਭਰਮ ਜਿਹੜਾ ਹੈ, ਭੁਲੇਖਾ ਏਦਾਂ ਦਾ ਵਾ, ਪਰ ਹੈ ਵਾ
ਜਿੱਦਾਂ ਦਿਖਾਈ ਦਿੰਦਾ ਉਦਾਂ ਦਾ ਹੈ ਨਹੀਂ। ਬਿਲਕੁਲ। ਕੋਈ ਵੀ ਚੀਜ਼ ਆ ਇਹ ਸੰਸਾਰ ਦੇ ਵਿੱਚ ਆਪ ਜਸਟ ਦੇਖੋ ਕਿੰਨੀ ਬਰੀਕੀ ਦੇ ਨਾਲ ਬਣਾਈ ਹੈ, ਕਿੰਨੀ ਬਰੀਕੀ ਦੇ ਨਾਲ ਬਣਾਈ। ਐਡ ਆਕਾਸ਼ ਤੁਸੀਂ ਬਣਾਇਆ ਜਾਂ ਮੈਂ ਬਣਾਇਆ ਜਾਂ ਨਿੱਜਰ ਸਾਹਿਬ ਨੇ ਬਣਾਇਆ? ਕਿੰਨੇ ਬਣਾਇਆ? ਉਹ ਮਾਲਕ ਪਰਮਾਤਮਾ ਨੇ। ਹਵਾ ਕਿੰਨੇ ਬਣਾਈ? ਮਾਲਕ ਨੇ ਬਣਾਈ। ਹਵਾ ਵੇਖੋ ਆਕਸੀਜਨ ਹੈਗੀ ਆ, ਆਕਸੀਜਨ ਦੇਦੀ ਆਪਾਂ ਨੂੰ। ਆਕਸੀਜਨ ਕੱਲੀ ਨਹੀਂ ਹੈਗੀ, ਹੋਰ ਚ ਪਤਾ ਨਹੀਂ ਕਿੰਨੀਆਂ ਗੈਸਾਂ ਦੁਨੀਆ ਭਰ ਦੀਆਂ। ਸਾਡੇ ਅੰਦਰ ਕਿੱਦਾਂ ਜਾ ਰਿਹਾ ਸਿਸਟਮ, ਕਿੱਦਾਂ ਬਾਹਰ ਆ ਰਿਹਾ, ਕਿੱਦਾਂ ਕੁਦਰਤ ਨੇ ਡਿਜ਼ਾਈਨ ਕੀਤਾ। ਮੈਂ ਕੱਲ ਸੋਚਣ ਡਿਆ ਸਾਂ ਕਿ ਕੰਨ ਏਡੀ ਵਧੀਆ ਜਗ੍ਹਾ ਤੇ ਲਾਏ ਆ, ਇੱਕਦਮ ਸੇਫ ਜਗ੍ਹਾ ਤੇ, ਉੱਤੋਂ ਕੰਨਾਂ ਦੇ ਨਾ ਕੁੰਡੇ ਜਿਹੇ ਵੀ ਬਣਾਏ ਆ ਕਿ ਮੀਂਹ ਪੈ ਜੇ ਤੇ ਕੰਨਾਂ ਦੇ ਵਿੱਚ ਪਾਣੀ ਨਾ ਵੜ ਜੇ। ਆਪਾਂ ਜਸਟ ਸੋਚੋ ਅੱਖਾਂ ਦੇ ਉੱਤੇ ਭਰਵੱਟੇ ਨੇ, ਚਿਮਣੀਆਂ ਨੇ, ਕਿੱਦਾਂ ਪਸੀਨਾ ਆਵੇ ਤੇ ਸਾਈਡ ਨੂੰ ਚੋ ਜੇ, ਅੱਖ ਦੇ ਵਿੱਚ ਨਾ ਜਾਵੇ। ਕਿੱਦਾਂ ਵੇਖੋ ਕਿੱਦਾਂ ਪ੍ਰਕਿਰਤੀ ਨੇ ਚੀਜ਼ਾਂ ਸ਼ਿੰਗਾਰੀਆਂ। ਬੰਦੇ ਦਾ ਵੱਖਰਾ ਤਰੀਕਾ ਹੈ, ਉਹਦੀ ਸੋਚਣ ਦਾ ਤਰੀਕਾ ਵੱਖਰਾ ਹੈ। ਔਰਤ ਇੱਕ ਅਲੱਗ ਸਰੀਰਕ ਤੌਰ ਤੇ ਬਣਾਈ ਆ, ਉਹਦੀ ਸੋਚ ਦਾ ਤਰੀਕਾ ਵੀ ਅਲੱਗ ਹੈ। ਨਰ ਤੇ ਮੱਧ ਦਾ ਜਿਹੜਾ ਵਾ ਬੜੇ ਬਰੀਕੀ ਦੇ ਨਾਲ ਪ੍ਰਕਿਰਤੀ ਨੇ ਬਣਾਇਆ। ਔਰ ਕਿੱਡੀ ਜ਼ਬਰਦਸਤ ਚੀਜ਼ ਆ। ਉੱਥੇ ਚੰਦਰਮਾ ਸੈੱਟ ਕੀਤਾ, ਇੱਧਰ ਸੂਰਜ ਨੂੰ ਸੈੱਟ ਕੀਤਾ ਹੈ। ਦੋਨੋਂ ਹੀ ਸਾਰੀਆਂ ਪ੍ਰੈਕਟੀਕਲੀ ਥਿਊਰੀਕਲੀ ਕੰਮ ਹੋਏ ਨੇ। ਕਿੱਦਾਂ ਉਹਦਾ ਸੂਰਜ ਦਾ ਤੇ ਚੰਦਰਮਾ ਦਾ ਪ੍ਰਭਾਵ ਜਿਹੜਾ ਹੈ ਉਹ ਧਰਤੀ ਦੇ ਉੱਤੇ ਜਿਹੜਾ ਪਾਣੀ ਆ ਉਹਦੇ ਤੇ ਪੈਂਦਾ ਹੈ। ਓਦਾਂ ਪਾਣੀ ਤੁਸੀਂ ਮੈਂ ਹਿਲਾਉਂਦੇ ਆ ਸਮੁੰਦਰ ਨੂੰ, 4 ਘੰਟੇ ਚੜ੍ਹਦਾ ਪਾਣੀ, 4 ਘੰਟੇ ਉਤਰਦਾ। ਉਸ ਤੋਂ ਬਾਅਦ ਦੇਖੋ ਨਿੱਜਰ ਸਾਹਿਬ, ਹਾਂਜੀ ਜੇ ਅੱਜ ਹਾਈ ਟਾਈਡ 6 ਵਜੇ ਆਈ ਹੈ ਨਾ ਤੇ ਕੱਲ 6 ਵਜੇ ਨਹੀਂ ਆਉਣੀ। 6:15, 20 ਮਿੰਟ, 30 ਮਿੰਟ ਤੇ ਟਾਈਮ 25 30 ਮਿੰਟ ਅੱਗੇ ਹੋ ਜਾਂਦੇ ਆ। ਫਿਕਸ ਕੁਛ ਨਹੀਂ। ਆਪ ਜਸਟ ਦੇਖੋ, ਉਹ ਜਦੋਂ ਫੁੱਲ ਮੂਨ ਹੋ ਜਾਂਦਾ ਹੈ ਉਦੋਂ ਫਿਰ ਬਹੁਤ ਜ਼ਿਆਦਾ ਪਾਣੀ ਚੜ੍ਹਦਾ। ਨਾਰਮਲ ਤੇ ਉਨਾ ਪਾਣੀ ਨਹੀਂ ਚੜ੍ਹਦਾ ਜਿੰਨਾ ਪਾਣੀ ਫੁੱਲ ਮੂਨ ਤੇ ਤਾਂ ਚੜ੍ਹਦਾ, ਜਿਹਨੂੰ ਅਮਾਵਸ ਦੀ ਰਾਤ ਕਹਿੰਦੇ ਆ। ਸੋ ਕੁਦਰਤ ਨੇ ਜਿਹੜਾ ਭਰਮ ਬਣਾਇਆ, ਮਾਇਆ ਬਣਾਈ ਆ, ਬਹੁਤ ਬਰੀਕੀ ਨਾਲ ਬਣਾਈ ਆ। ਜਿੱਦਾਂ ਦੀ ਦਿਖਾਈ ਦਿੰਦੀ ਉਦਾਂ ਦੀ ਹੈ ਨਹੀਂ। ਇਹ ਜੋ ਵੀ ਹੈਗਾ ਨਾ, ਤੁਸੀਂ ਬਾਹਰ ਦੇਖੋ, ਇਹ ਸਭ ਇੰਦਰਜਾਲ ਆ। ਫੁੱਲ ਮੂਨ ਜੇ ਗੋਰਖੀ ਸਾਹਿਬ ਉਹਨੂੰ ਜਿਹੜਾ ਹੈਗਾ ਨਾ ਪੂਰਨਮਾਸ਼ੀ ਕਹਿੰਦੇ ਆ। ਅਮਾਵਸ ਤਾਂ ਜਿਹੜੀ ਚੰਦਰਮਾ ਹੁੰਦਾ ਨਹੀਂ ਉਦੋਂ। ਅੱਛਾ ਸੌਰੀ, ਹਾਂ ਹੁਣ ਅਮਾਵਸ ਦਾ ਮਤਲਬ ਬਿਲਕੁਲ ਡਾਰਕ ਹੋਊਗੀ, ਠੀਕ ਹੈ। ਹਾਂਜੀ, ਪੂਰਨਮਾਸ਼ੀ ਨੂੰ ਜਦੋਂ ਪੂਰਾ ਚੰਦਰਮਾ ਨਿਕਲ ਜਾਂਦਾ ਨਾ ਤੇ ਉਦੋਂ ਪਾਣੀ ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ। ਉਸ ਤੋਂ 3-4 ਦਿਨ ਪਹਿਲਾਂ ਤੇ ਉਸ ਤੋਂ 2-3 ਦਿਨ ਬਾਅਦ ਜਿਹੜਾ ਸਮੁੰਦਰ ਦੇ ਅੰਦਰ ਪਾਣੀ ਹੈ ਨਾ, ਪਾਣੀ ਨਦੀ ਵਾਂਗੂ ਚੱਲਦਾ। ਉਹਨਾਂ ਦਿਨਾਂ 'ਚ ਪਾਣੀ ਬਹੁਤ ਤੇਜ਼ ਚੱਲਦਾ। ਉਹਨਾਂ ਦਿਨਾਂ 'ਚ ਅਸੀਂ ਜ਼ਿਆਦਾ ਕੰਮ ਨਹੀਂ ਕਰ ਸਕਦੇ ਕਿਉਂਕਿ ਪਾਣੀ ਦਾ ਬਹਾਵ ਬਹੁਤ ਜ਼ਿਆਦਾ ਹੈ। ਜਿੱਦਾਂ ਭਾਖੜਾ ਡੈਮ ਦੀ ਨਦੀ ਚੱਲਦੀ ਨਾ, ਉਨੀ ਸਪੀਡ ਨਾਲ ਸਮੁੰਦਰ ਦਾ ਪਾਣੀ ਚੱਲਦਾ। ਜੇ ਇਹ ਪਾਣੀ ਨਾ ਚੱਲੇ ਤੇ ਪਾਣੀ 'ਚੋਂ ਬਦਬੂ ਆਉਣ ਲੱਗ ਪਏ। ਕੁਦਰਤ ਨੇ ਪਾਣੀ ਦੇ ਅੰਦਰ ਮਕੈਨਿਜ਼ਮ ਦਾ ਬਣਾਇਆ ਕਿ ਪਾਣੀ ਹਿੱਲ ਕੇ ਆਕਸੀਜਨ ਤਿਆਰ ਕਰਦਾ। ਹੁਣ ਜਾਰਡਨ ਦੇ ਵਿੱਚ ਵੀ ਸਮੁੰਦਰ ਹੈਗਾ ਵਾ ਪਰ ਉਹ ਡੈਡ ਸੀ ਆ। ਇੰਨਾ ਸੰਘਣਾ ਪਾਣੀ ਹੋ ਗਿਆ, ਤੁਸੀਂ ਪਾਣੀ 'ਚ ਛਾਲ ਵੀ ਮਾਰੀ ਨਾ ਤੁਸੀਂ ਡੁੱਬਣਾ ਨਹੀਂ, ਤੈਰਦੇ ਹੀ ਰਹਿਣਾ। ਇੰਨੀ ਡੈਂਸਿਟੀ ਪਾਣੀ ਦੀ ਵੱਧ ਗਈ ਹੈ ਕਿਉਂਕਿ ਪਾਣੀ ਸੁੱਕ ਗਿਆ ਵਾ, ਬਾਕੀ ਨਮਕ ਹੀ ਰਹਿ ਗਿਆ। ਬਹੁਤ ਸੰਘਣਾ ਹੈ। ਤੇ ਹੁਣ ਉਹ ਕਹਿ ਰਹੇ ਨੇ ਕਿ ਭਰਮ ਏਦਾਂ ਦਾ ਵਾ ਕਿ ਜਿੱਦਾਂ ਦਾ ਦਿਖਾਈ ਦਿੰਦਾ ਵਾ, ਅਸਲ 'ਚ ਏਦਾਂ ਤਾਂ ਹੈ ਨਹੀਂ। ਕੁਛ ਹੋਰ ਇਹਦੀ ਅਸਲੀਅਤ ਜਿਹੜੀ ਏਦਾਂ ਦੀ ਹੈ। ਕਈਆਂ ਚੀਜ਼ਾਂ ਜਿਹੜੀਆਂ ਨੇ ਆਪਾਂ ਬਾਹਰੋਂ ਵੇਖਦੇ ਆ, ਅਸਲ 'ਚ ਓਦਾਂ ਦੀਆਂ ਥੋੜ੍ਹੀ ਹੁੰਦੀਆਂ ਨੇ। ਉਹ ਤੇ ਜਦੋਂ ਆਪਾਂ ਬਰੀਕੀ 'ਚ ਆਪਾਂ ਚੀਜ਼ ਖਰੀਦਦੇ ਆ ਜਾਂ ਉਸ ਚੀਜ਼ ਨਾਲ ਵਾਹ ਪੈਂਦਾ ਹੈ, ਫਿਰ ਸਾਨੂੰ ਪਤਾ ਲੱਗਦਾ ਕਿ ਅੰਦਰ ਕੀ ਹੈ। ਹਾਂਜੀ ਨਿੱਜਰ ਸਾਹਿਬ, ਅਗਲੀ ਤੁਕ ਬੋਲੋ। ਹਾਂਜੀ, ਰਹਾਓ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਾਇਆ ਭਿਖਾਰੀ। ਕਹਿੰਦੇ ਇੱਕ ਰਾਜਾ ਹੈਗਾ, ਆਪਣੇ ਸਿੰਘਾਸਨ 'ਤੇ ਹੀ ਉਹਨੂੰ ਮਾੜੀ ਜਿਹੀ ਅੱਖ ਲੱਗ ਗਈ ਅਤੇ ਸੁਪਨਾ ਆ ਗਿਆ। ਅਤੇ ਸੁਪਨਾ ਆਇਆ ਅਤੇ ਉਹਨੂੰ ਇਸ ਤਰ੍ਹਾਂ ਲੱਗਿਆ ਕਿ ਮੈਂ ਤਾਂ ਜਿਹੜਾ ਹੈਗਾ ਭਿਖਾਰੀ ਹੋ ਗਿਆ। ਅਛਤ ਦਾ ਮਤਲਬ ਹੁੰਦਾ ਹੈ ਜਿਹੜਾ ਛੈ ਨਹੀਂ ਹੋਇਆ, ਜਿਹੜਾ ਹੈਗਾ। ਅਛਤ ਰਾਜ ਬਿਛਰਤ ਦੁੱਖ ਪਾਇਆ। ਸੁਪਨੇ ਦੇ ਵਿੱਚ ਉਹਨੂੰ ਲੱਗਿਆ ਵੀ ਮੇਰਾ ਤਾਂ ਰਾਜ ਹੀ ਛੈ ਹੋ ਗਿਆ, ਮੈਂ ਤਾਂ ਭਿਖਾਰੀ ਹੋ ਗਿਆ, ਮੇਰਾ ਸਾਰਾ ਰਾਜ ਪਾਟ ਖਤਮ ਹੋ ਗਿਆ ਅਤੇ ਵਿਛੜ ਗਿਆ। ਕਹਿੰਦੇ ਦੁਖੀ ਹੋ ਗਿਆ। ਅਛਤ ਰਾਜ ਬਿਛਰਤ ਦੁੱਖ ਪਾਇਆ, ਸੋਗਤ ਪਈ ਹਮਾਰੀ। ਕਹਿੰਦੇ ਉਹ ਸਾਡੀ ਹਾਲਤ ਆ ਭਾਈ। ਆਪਾਂ ਵੀ ਜਿਹੜੇ ਹੈਗੇ ਸੁਪਨੇ ਦੇ ਵਿੱਚ ਹੀ ਹੈਗੇ ਆ। ਸਾਰਾ ਇਹ ਜੋ ਕੁਛ ਵੀ ਦੇਖ ਰਹੇ ਹਾਂ, ਜੋ ਵੀ ਪਦਾਰਥ ਹੈ, ਜੋ ਸਰੀਰ ਹੈਗਾ, ਜੋ ਆਕਾਰ ਹੈਗਾ, ਇਹ ਸਾਰਾ ਦਾ ਸਾਰਾ ਸੁਪਨਾ ਹੈਗਾ। ਇਹ 5 ਤੱਤਾਂ ਦੀ ਰਚਨਾ ਹੈਗੀ ਆ। ਇਹ ਸਿਰਫ ਜਿਹੜੀ ਮਿਰਗ ਤ੍ਰਿਸ਼ਨਾ ਹੈਗੀ, ਗੰਧਰਵ ਨਗਰੀ ਹੈਗੀ ਆ, ਇਹ ਜਿਹੜੀ ਹੈਗੀ ਆ, ਜੋ ਚੀਜ਼ ਦਿਸ ਰਹੀ ਹੈ, ਹਰੇਕ ਚੀਜ਼ 'ਚ ਚੇਂਜ ਆ ਰਿਹਾ। ਕੋਈ ਵੀ ਚੀਜ਼ ਜਿਹੜੀ ਹੈਗੀ ਇਹ
ਅਬਨਾਸੀ ਨਹੀਂ ਹੈਗੀ, ਪਰਮਾਨੈਂਟ ਨਹੀਂ ਹੈਗੀ ਆ। ਇਸ ਕਰਕੇ ਆਪਾਂ ਜਿਹੜੇ ਹੈਗੇ ਆ ਇਹ ਟਰੈਪ ਦੇ ਵਿੱਚ ਫਸੇ ਹੋਏ ਆ, ਇਹ ਭਰਮ ਦੇ ਵਿੱਚ ਫਸ ਗਏ ਆ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਉਹ ਕਹਿੰਦੇ ਨੇ ਜੈਸਾ ਮਾਨੀਏ ਹੋਏ ਨਾ ਤੈਸਾ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ। ਹੁਣ ਰਾਜਾ, ਇਹ ਰਾਜੇ ਜਨਕ ਦੀ ਗੱਲ ਕਰਦੇ। ਹਾਂਜੀ। ਤੇ ਰਾਜੇ ਜਨਕ ਨੂੰ ਸੁਪਨਾ ਆਇਆ, ਪਤਾ ਲੱਗਾ, ਪਹਿਲਾਂ ਵੀ ਆਪਾਂ ਕਈ ਵਾਰੀ ਵਿਚਾਰ ਕੀਤੀ ਆ, ਮੈਂ ਬਹੁਤ ਗਰੀਬ ਹੋ ਗਿਆ, ਕਿਸੇ ਨੇ ਅਟੈਕ ਕਰਤਾ, ਮੇਰੇ ਕੱਪੜੇ ਪਾੜ ਗਏ, ਮੇਰਾ ਰਾਜ ਮਾਟ ਵੀ ਖੋਲਿਆ ਕਿਸੇ ਨੇ, ਤੇ ਸੁੱਕੀਆਂ ਰੋਟੀਆਂ ਮੈਨੂੰ 2-3 ਦਿਨ ਬਾਅਦ ਮਿਲੀਆਂ, ਉਹ ਵੀ ਜਦੋਂ ਮੈਂ ਖਾਣ ਲੱਗਾ ਉਹ ਵੀ ਚੀਲ ਖੋ ਕੇ ਲੈ ਗਈ। ਤੇ ਉਹ ਕਹਿੰਦੇ ਆ ਕਿ ਦੇਖ ਇੱਕ ਭਰਮ ਆ। ਫਿਰ ਅਗਲੇ ਦਿਨ ਉਹਨੇ ਫੇਰ ਸਵਾਲ ਕੀਤਾ ਅਸ਼ਟਾਵਕਰ ਕੋ ਕਿ ਮਹਾਰਾਜ ਇਹ ਕੀ ਹੈ, ਇਹ ਸੱਚ ਹੈ ਜਾਂ ਉਹ ਸੱਚ ਹੈ? ਉਹ ਕਹਿੰਦੇ ਸੱਚ ਤੇ ਨਾ ਇਹ ਤੇ ਨਾ ਉਹ ਸੱਚ ਹੈ। ਕਹਿੰਦਾ ਜਿਹੜਾ ਤੈਨੂੰ ਦਿਖਦਾ ਪਿਆ ਵਾ ਇਹ ਵੀ ਇੱਕ ਸੁਪਨਾ ਹੋ ਜਾਣਾ। ਅੱਜ ਤੈਨੂੰ ਪਤਾ ਲੱਗਦਾ ਕਿ ਤੇਰਾ ਰਾਜ ਆਪਾਂ ਆ ਗਿਆ, ਔਰ ਤੂੰ ਸੋਚਦੇ ਆ ਕਿ ਤੇਰੇ ਬੱਚੇ ਵੀ ਕਾਂ ਰਾਜ ਕਰਨਗੇ, ਫਿਰ ਉਹਨਾਂ ਦੇ ਗਾਂ ਬੱਚੇ ਰਾਜ ਕਰਨਗੇ। ਏਦਾਂ ਨਹੀਂ ਹੋ ਸਕਦਾ। ਕੁਦਰਤੀ ਦੇਖ ਲਓ ਨਿਯਮ, ਇੱਕ ਵਾਰੀ ਬੰਦੇ ਨੂੰ ਚੁੱਕ ਕੇ ਤਾਂ ਲੈ ਜਾਂਦੀ ਹੈ, ਮੁੜ ਕੇ ਥੱਲੇ ਸੁੱਟ ਦਿੰਦੀ ਹੈ। ਕਿਉਂਕਿ ਕਈ ਗੱਲਾਂ ਜਿਹੜੀਆਂ ਹੈਗੀਆਂ ਨੇ ਉਹਦੇ ਅੰਦਰ ਰਾਜ ਹੁੰਦਾ ਹੈ। ਇਹ ਕੋਈ ਵੀ ਆਪਾਂ ਨੂੰ ਪ੍ਰਾਪਤ, ਕਈ ਚੀਜ਼ਾਂ ਜਿਹੜੀਆਂ ਪ੍ਰਾਪਤ ਹੋ ਰਹੀਆਂ ਨੇ ਉਹਨਾਂ 'ਚ ਬਹੁਤ ਹੱਦ ਤੱਕ ਸਾਡੇ ਪੁਰਾਤਨ ਕਰਮ ਨੇ। ਜਿੱਦਾਂ ਦੇ ਬੀਜ ਆਪਾਂ ਭਰੇ ਨੇ ਉਸੇ ਹੀ ਤਰ੍ਹਾਂ ਦੇ ਉਹ ਚੀਜ਼ਾਂ ਪ੍ਰਗਟ ਹੋ ਰਹੀਆਂ ਨੇ। ਇਹਦਾ ਮਤਲਬ ਨਹੀਂ ਹੈ ਕਿ ਜੇ ਮੈਂ ਕਰੋੜਾਂ ਕਮਾਵਾਂਗਾ ਤੇ ਕਾਂ ਮੇਰੇ ਬੱਚੇ ਵੀ ਕਰੋੜਾਂ ਹੀ ਕਮਾਈ ਜਾਣਗੇ। ਹੋ ਸਕਦਾ ਡਾ ਦੇਣ, ਠੀਕ ਹੈ ਨਾ ਜੈ ਸਾਹਿਬ? ਬਿਲਕੁਲ ਹਾਂ। ਇਹਦਾ ਮਤਲਬ ਕਿ ਕੁਝ ਵੀ ਚੀਜ਼ ਸਸਟੇਨ ਨਹੀਂ ਹੈਗੀ। ਔਰ ਨਹੀਂ ਯਕੀਨ, ਆਪ ਲਾਗੇ ਬੰਨੇ ਦੇਖੋ ਤੇ ਆਪਾਂ ਨੂੰ ਪਤਾ ਲੱਗ ਜਾਏਗਾ। ਹੁਣ ਕਹਿੰਦੇ ਨਰਪਤ ਏਕ ਸਿੰਘਾਸਨ ਸੋਇਆ, ਸੁੱਤਾ ਸੀ ਮਹਿਲ ਦੇ ਵਿੱਚ, ਇੱਕ ਪਲੰਘ ਤੇ ਸੁੱਤਾ ਸੀ, ਸੁਪਨੇ ਪਿਆ ਭਿਖਾਰੀ, ਸੁਪਨੇ 'ਚ ਭਿਖਾਰੀ ਹੋ ਗਿਆ। ਅਗਲੀ ਤੋਂ ਕੋਲ ਨਿਜੇ ਸਾਹਿਬ ਅਛਤ ਰਾਜ ਵਿਛਰਤ ਦੁੱਖ ਪਾਇਆ। ਕਹਿੰਦੇ ਛੈ ਨਹੀਂ ਹੋਇਆ ਰਾਜ, ਅਛਤ ਨਹੀਂ ਹੈ ਰਾਜ, ਰਾਜ ਹੈਗਾ ਉਹਦਾ, ਪਰ ਉਹਨੂੰ ਸੁਪਨੇ 'ਚ ਲੱਗ ਰਿਹਾ ਕਿ ਮੇਰਾ ਰਾਜ ਗੁਆਚ ਗਿਆ, ਵਿਛੜ ਗਿਆ ਮੈਂ ਰਾਜ ਤੋਂ, ਦੁਖੀ ਹੋ ਗਿਆ, ਸੋਗਤ ਪਈ ਹਮਾਰੀ। ਕਹਿੰਦੇ ਉਹੀ ਸਾਡੀ ਹਾਲਤ ਹੈਗੀ ਆ। ਹਾਂਜੀ ਵੀਰ ਜੀ। ਉਹ ਕਹਿੰਦੇ ਆ ਕਿ ਰਾਜਾ ਉਹਨੂੰ ਭਰਮ ਪੈ ਗਿਆ ਕਿ ਮੇਰਾ ਰਾਜ ਖੋਇਆ ਗਿਆ। ਉਸੇ ਤਰ੍ਹਾਂ ਕਹਿੰਦੇ ਕਿ ਭੋਲਿਆ ਤੂੰ ਕਾਹਨੂੰ ਦੁਖੀ ਹੁੰਦਾ ਹੈ, ਤੇਰਾ ਹੈ ਕੀ ਇੱਥੇ ਖੋਣ ਵਾਸਤੇ? ਬਸ ਤੂੰ ਭਰਮ ਦੇ ਵਸ 'ਚ ਗਵਾਚਿਆ ਪਿਆ। ਜਿੱਦਾਂ ਇੱਕ ਦਰਪਣ ਆਪਣੇ ਆਪ ਨੂੰ ਇਹ ਸਮਝ ਲਵੇ ਕਿ ਜਿਹੜੀ ਤਸਵੀਰ ਮੇਰੇ ਅੰਦਰ ਦਿਖਾਈ ਦੇ ਰਹੀ ਹੈ ਉਹ ਮੈਂ ਵਾਂ, ਫਿਰ ਦਰਪਣ ਨੇ ਦੁਖੀ ਹੁੰਦੇ ਰਹਿਣਾ। ਪਰ ਦਰਪਣ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਚੀਜ਼ਾਂ ਤੇਰੇ ਅੰਦਰ ਦਿਖਾਈ ਦੇ ਰਹੀਆਂ ਨੇ, ਇਹਨਾਂ ਦੇ ਨਾਲ ਚਿੰਬੜਨਾ। ਸੰਸਾਰ ਦੀ ਗੱਲ ਕਰਦੇ ਪਏ ਨੇ, ਉਹ ਕਹਿਣ ਤੋਂ ਭਾਵ ਹੈ ਕਿ ਇਹ ਤੇਰਾ ਆਲਾ ਦੁਆਲਾ ਜੋ ਵੀ ਹੈਗਾ ਨਾ, ਇਹਨਾਂ ਦਾ ਜ਼ਿਆਦਾ ਮੋਹ ਨਾ ਕਰੀ ਜਾ। ਕਿਉਂਕਿ ਤੂੰ ਮੋਹ ਦੇ ਵਿੱਚ ਕੀ ਹੋਵੇਗਾ, ਫਿਰ ਤੂੰ ਬੁੱਧੀ ਤੋਂ ਕੰਮ ਨਹੀਂ ਲੈਣਾ, ਤੇ ਤੂੰ ਬੁੱਧੀ ਜਿਹੜੀ ਆ ਉਹ ਖੋ ਹੀ ਜਾਵੇਗੀ। ਕਿਉਂਕਿ ਮੋਹ ਦੇ ਵਿੱਚ ਫਿਰ ਮੋਹ ਆ ਗਿਆ, ਫਿਰ ਬੁੱਧੀ ਕਿੱਥੇ ਹੈਗੀ ਆ? ਇੱਥੇ ਕਾਮ ਆ ਗਿਆ, ਕ੍ਰੋਧ ਆ ਗਿਆ, ਲੋਭ ਆ ਗਿਆ, ਮੋਹ ਆ ਗਿਆ, ਹੰਕਾਰ ਆ ਗਿਆ, ਉੱਥੇ ਬੁੱਧੀ ਕਿੱਥੇ ਹੈ? ਫਿਰ ਤੇ ਉਹ ਕੁਝ ਹੋਰ ਤੱਤ ਨੇ। ਬੁੱਧੀ ਜਿਹੜੀ ਸਾਨੂੰ ਗਿਆਨ ਕਰਾਉਂਦੀ ਹੈ, ਪਰ ਜਿੱਥੇ ਬੁੱਧੀ ਨਹੀਂ ਹੈਗੀ ਇੱਥੇ ਪੰਜੇ ਪ੍ਰਗਟ ਹੋ ਜਾਣੇ। ਹਾਂਜੀ ਨਜਰ ਸਾਹਿਬ ਕਹਿੰਦੇ ਆ ਕਿ ਇੱਕ ਤਰਫ ਦੇਖੋ ਰਾਜਾ ਹੋ ਕੇ ਤੇ ਕਿੱਦਾਂ ਉਹ ਦੁੱਖ ਨੂੰ ਪ੍ਰਗਟ ਭੋਗਿਆ ਉਸਨੇ ਸੁਪਨੇ ਦੇ ਵਿੱਚ। ਇਸੇ ਹੀ ਤਰ੍ਹਾਂ ਅਸੀਂ ਵੀ ਇਸ ਸੰਸਾਰ ਦੇ ਵਿੱਚ ਸੁਪਨੇ ਨੂੰ ਸੱਚ ਸਮਝ ਲੈਂਦੇ ਹਾਂ ਅਤੇ ਦੁੱਖਾਂ ਦੇ ਵਿੱਚ ਭਟਕਦੇ ਰਹਿੰਦੇ ਹਾਂ। ਹਾਂਜੀ ਨਜਰ ਸਾਹਿਬ ਬਿਲਕੁਲ ਇਹੀ ਗੱਲ ਹੈ। ਕਿਉਂਕਿ ਆਪਾਂ ਜਿਹੜੇ ਹੈਗੇ ਆਪਣੀ ਸਰੀਰ ਜਿਹੜਾ ਹੈਗਾ, ਇਹ ਸਰੀਰ ਵੀ ਜਿਹੜਾ ਹੈਗਾ ਨਾਸ਼ਵਾਨ ਹੈ, ਇਹ ਵੀ ਜਿਹੜਾ ਹੈਗਾ ਸੁਪਨਾ ਹੈਗਾ, ਇਹ ਵੀ ਲਹਿਰ ਹੈਗੀ ਆ। ਬਾਕੀ ਦੁਨੀਆ ਦੇ ਜੋ ਕੁਛ ਆਕਾਰ ਦਿਖ ਰਿਹਾ ਹੈ ਸਾਰਾ ਦਾ ਸਾਰਾ ਜਿਹੜਾ ਹੈਗਾ ਇਹ ਸੱਚ ਨਹੀਂ ਹੈਗਾ। ਤੇ ਹੁਣ ਜਿਹੜੇ ਹੈਗੇ ਰਵਿਦਾਸ ਜੀ ਕਹਿ ਰਹੇ ਆ, ਰਾਜ ਭੁਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ। ਕਹਿੰਦੇ ਦੇਖ ਜਿਵੇਂ ਰੱਸੀ ਹੈਗੀ, ਰਾਜ ਕਹਿੰਦੇ ਰੱਸੀ ਨੂੰ, ਰੱਸੀ ਪਈ ਹੋਈ ਆ ਤੇ ਉਹਨੂੰ ਸਮਝ ਲਿਆ ਸੱਪ। ਭੁਯੰਗ ਕਹਿੰਦੇ ਸੱਪ, ਰੱਸੀ ਨੂੰ ਸੱਪ ਸਮਝ ਲਿਆ। ਕਹਿੰਦੇ ਇਹ ਤਾਂ ਤੂੰ ਰਾਜ ਭੁਯੰਗ ਪ੍ਰਸੰਗ ਜੈਸੇ ਹੈ ਅਬ ਕਛ ਪਰਮ ਜਨਾਇਆ। ਕਹਿੰਦੇ ਹੁਣ ਜਿਹੜਾ ਹੈਗਾ ਮੈਨੂੰ ਕੁਛ ਜਿਹੜਾ ਹੈਗਾ ਇਹਦਾ ਭੇਤ ਪਤਾ ਲੱਗਿਆ ਹੈ ਭਾਈ। ਮੈਂ ਤਾਂ ਜਿਹੜਾ ਹੈਗਾ ਇਹ ਰੱਸੀ ਨੂੰ ਸੱਪ ਸਮਝੀ ਬੈਠਾ ਸੀ, ਇਹ ਮਾਇਆ ਨੂੰ, ਇਹ ਪਦਾਰਥਾਂ ਨੂੰ, ਇਹ ਸਰੀਰ ਨੂੰ ਮੈਂ ਸਮਝ ਬੈਠਾ ਸੀ, ਤੇ ਮੈਂ ਤਾਂ ਕਦੀ ਮਰਨਾ ਨਹੀਂ, ਮੈਂ ਤਾਂ ਇਹ ਸਰੀਰ ਹੀ ਹੈਗਾ ਆ। ਅਨਕ ਕਟਕ ਜੈਸੇ ਭੂਲ ਪਰੇ ਅਬ ਕਹਿਤੇ ਕਹਿਣ ਨਾ ਆਇਆ।
ਕਹਿੰਦੇ ਇੰਨੇ ਸੋਨੇ ਦੇ ਜਿਹੜੇ ਹੈਗੇ ਗਹਿਣੇ ਬਣਾ ਲਓ, ਕੜੇ ਬਣਾ ਲਓ, ਅਤੇ ਉਹਨਾਂ ਦੇ ਵਿੱਚ ਜਿਹੜਾ ਆ ਕੜਾ ਅਲੱਗ ਗਿਆ ਜੀ, ਹਾਰ ਅਲੱਗ ਗਿਆ, ਕਾਂਟੇ ਅਲੱਗ ਆ, ਇਹ ਅਲੱਗ ਆ, ਇਹਨੂੰ ਅਲੱਗ-ਅਲੱਗ ਸਮਝ ਕੇ ਬੈਠੇ ਹੋਏ ਆ। ਅਨਕ ਕਟਕ ਜੈਸੇ ਭੂਲ ਪਰੇ, ਇਸ ਤਰੀਕੇ ਦੇ ਨਾਲ ਹੈ ਤਾਂ ਸਾਰਾ ਸੁਨਿਆਰ ਨੂੰ ਦੇ ਦਿਓ ਅਤੇ 5 ਮਿੰਟ ਦੇ ਵਿੱਚ ਸਾਰੇ ਨੂੰ ਗਾਲ ਕੇ ਉਹਨੇ ਇੱਕ ਬਣਾ ਦੇਣਾ ਹੈ। ਅਨਕ ਕਟਕ ਜੈਸੇ ਭੂਲ ਪਰੇ, ਅਬ ਕਹਤੇ ਕਹਿਣ ਨਾ ਆਇਆ। ਕਹਿੰਦੇ ਹੁਣ ਨਹੀਂ ਭਾਈ, ਹੁਣ ਨਹੀਂ ਅਸੀਂ ਇਹ ਭੁੱਲਦੇ। ਕਹਿੰਦੇ ਹੁਣ ਇਹ ਮੇਰੇ ਕੋਲੋਂ ਆਹ ਚੀਜ਼ ਜਿਹੜੀ ਹੈਗੀ, ਹੁਣ ਮੈਂ ਇਹਨੂੰ ਭੂਲ ਭੁਲਈਆ ਵਾਲੀ ਗੱਲ ਹੁਣ ਮੈਨੂੰ ਕਹਿਣ ਨੂੰ ਨਹੀਂ ਆਉਂਦੀ ਹੁਣ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਕਹਿੰਦੇ ਕਿ ਹੁਣ ਭੇਦ ਪਤਾ ਲੱਗ ਗਿਆ ਕਿ ਇਹ ਸੰਸਾਰ ਜਿਹੜਾ ਹੈ ਇਹ ਸਮੁੰਦਰ ਚੋਂ ਹੀ ਪੈਦਾ ਹੋਈਆਂ ਲਹਿਰਾਂ ਨੇ। ਔਰ ਜਦੋਂ ਇਹ ਸ਼ਾਂਤ ਹੋ ਗਈਆਂ ਤੇ ਸਮੁੰਦਰ ਹੀ ਰਹਿ ਜਾਣਾ। ਵੈਸੇ ਵੀ ਧਰਤੀਆਂ ਖਤਮ ਹੋ ਜਾਣੀਆਂ ਤੇ ਬਾਕੀ ਕਿਹੜਾ ਰਹਿ ਜਾਣਾ? ਆਤਮਾ। ਦੇਖਦਾ ਤੇ ਇੱਥੇ ਪਿਆ ਵਾ, ਯਥਾਰਕ ਸੱਚ ਆ, ਪਰ ਉਹ ਕਹਿੰਦੇ ਛੱਲ ਜਿਹੜੀ ਤੈਨੂੰ ਦਿਖਾਈ ਦੇ ਰਹੀ ਹੈ, ਛੱਲ ਤੇ ਹੈ ਹੀ ਨਹੀਂ, ਹੈ ਹੀ ਸਮੁੰਦਰ ਹੈ ਥੱਲੇ। ਬਸ ਇਹ ਸਾਇੰਟਿਸਟ ਕਹਿੰਦੇ ਮੈਨੂੰ ਪਤਾ ਲੱਗ। ਹਾਂ ਗੋਰਖੀ ਸਾਹਿਬ, ਸਾਇੰਟਿਸਟ ਕਹਿੰਦੇ ਕੋਈ ਜਵਾਬ ਤਾਂ ਹੈ ਨਹੀਂਗਾ। ਕਹਿੰਦੇ ਜੀ ਉਹ ਬਲੈਕ ਹੋਲ ਹੈਗਾ, ਬਲੈਕ ਹੋਲ ਦੇ ਵਿੱਚ ਚਲਾ ਗਿਆ। ਬਲੈਕ ਹੋਲ ਪਤਾ ਨਹੀਂ ਕਿਹੋ ਜਿਹਾ ਵੀ ਇੰਨਾ ਮੈਟਰ ਉਹਦੇ ਵਿੱਚ ਜਾਈ ਜਾ ਰਿਹਾ। ਧਰਤੀਆਂ ਸੂਰਜ ਬਲੈਕ ਹੋਲ 'ਚ ਗਾਇਬ ਹੋ ਜਾਂਦੇ ਆ। ਕਮਾਲ ਆ, ਕਮਾਲ ਦਾ ਬਲੈਕ ਹੋਲ ਆ ਉਹਨਾਂ ਦਾ। ਇਹ ਨਹੀਂ ਕਹਿ ਸਕਦੇ ਵੀ ਉਹ ਪਰਮਾਤਮਾ ਆਏਗਾ। ਹਾਂ, ਉਹਦੇ ਅੰਦਰ ਹੀ ਚੀਜ਼ਾਂ ਪੈਦਾ ਹੁੰਦੀਆਂ, ਉਹਦੇ ਅੰਦਰ ਹੀ ਚੀਜ਼ਾਂ ਬਿਣਸ ਜਾਂਦੀਆਂ। ਤੇ ਦੇਖੋ ਇਹ ਕਿੱਦਾਂ ਦੀ ਸ਼ਕਤੀ ਹੈ। ਫਿਰ ਕਹਿੰਦੇ ਸੱਪ ਸੀ ਜਾਂ ਰੱਸੀ ਸੀ। ਜੇ ਤੇ ਸੱਪ ਹੈਗਾ ਤਾਂ ਸੱਪ ਨੂੰ ਸੱਪ ਦੇ ਰੂਪ 'ਚ ਦੇਖ ਲਓ, ਰੱਸੀ ਹੈਗੀ ਹੈ ਤੇ ਰੱਸੀ ਨੂੰ ਰੱਸੀ ਦੇ ਰੂਪ 'ਚ ਦੇਖ। ਉਹ ਕਹਿੰਦੇ ਇਹ ਬੱਚੇ ਹੀ ਵਹਿਮ ਪੈ ਗਿਆ ਤੇ ਕਿ ਉਹ ਸਾਹਮਣੇ ਦ੍ਰਿਸ਼ ਹੈਗਾ। ਉਹ ਵਿਚਾਰੇ ਡਰਦੇ ਉੱਥੇ ਜਾਣਨ। ਫਿਰ ਉਹਨਾਂ ਨੇ ਕਿ ਉਹਨਾਂ ਦੇ ਵੱਡੇ ਕੋਈ ਬੰਦਾ ਸੀ, ਉਹ ਕਹਿੰਦਾ ਪੁੱਤ ਉੱਥੇ ਕਿਉਂ ਨਹੀਂ ਜਾਂਦੇ? ਕਹਿੰਦੇ ਪਾਪਾ ਜਦੋਂ ਰਾਤ ਨੂੰ ਜਾਈਦਾ ਨਾ ਤਾਂ ਉੱਥੇ ਲੱਗਦਾ ਰਿਸ਼ ਹੈਗਾ। ਤੇ ਕਹਿੰਦਾ ਏਦਾਂ ਕਰੋ ਕਿ ਉਹ ਤੇ ਤੁਸੀਂ ਤੇ ਅਨੁਭਵ ਕਰ ਰਹੇ ਜੋ, ਪਰ ਤੁਹਾਡੇ ਕੋਲ ਪ੍ਰਮਾਣ ਤੇ ਨਹੀਂ ਨਾ ਹੈਗਾ ਅਸਲ ਦੇ ਵਿੱਚ ਰਿਸ਼ ਹੈਗਾ। ਕਹਿੰਦੇ ਇਹਨੂੰ ਚੈੱਕ ਕਿੱਦਾਂ ਕਰਾਂਗੇ? ਫਿਰ ਇੱਕ ਮੁੰਡਾ ਹੋਰ ਸੀ ਸ਼ਰਾਰਤੀ, ਉਹ ਕਹਿੰਦਾ ਪਹਿਲਾਂ ਤਾਂ ਮੈਂ ਪੱਥਰ ਪੁੱਥਰ ਮਾਰ ਕੇ ਵੇਖਾਂਗਾ। ਹੈਗੀ ਨਜ਼ਰ ਸਾਹਿਬ? ਮਨ ਦਾ ਸ਼ੱਕ ਤੇ ਦੂਰ ਕਰਨਾ ਹੈ ਨਾ। ਹੁਣ ਦੇਖੋ ਬਿਨਾਂ ਚੈੱਕ ਕੀਤਿਆਂ ਕਿੱਦਾਂ ਪਤਾ ਲੱਗੂ? ਹੁਣ ਚਾਹ ਦਾ ਕੱਪ ਤੁਹਾਡੇ ਕੋਲ ਆਇਆ, ਘੁੱਟ ਪੀਵੋਗੇ ਤੇ ਫੇਰ ਹੀ ਪਤਾ ਲੱਗੂਗਾ ਨਾ ਕਿ ਤੱਤੀ ਠੰਡੀ ਜਾਂ ਇਹ ਕੀ ਆ, ਜਾਂ ਇਹ 'ਚ ਖੰਡ ਪਾਈ ਜਾਂ ਨਹੀਂ ਪਾਈ, ਪੱਤੀ ਵੱਧ ਆ ਜਾਂ ਦੁੱਧ ਘੱਟ ਆ, ਕੀ ਹੋਇਆ? ਇਹ ਤੇ ਉਹਨੂੰ ਅਨੁਭਵ ਕਰਨਾ ਪਊ ਨਾ, ਫੇਰ ਹੀ ਪਤਾ ਲੱਗੂ। ਉਹ ਕਹਿੰਦਾ ਮੈਂ ਵੱਟਾ ਮਾਰੂੰਗਾ। ਕਹਿੰਦਾ ਨਹੀਂ, ਜੇ ਕਹਿੰਦਾ ਵੱਟਾ ਨਹੀਂ ਹੈਗਾ ਤਾਂ ਫਿਰ ਕਹਿੰਦਾ ਮੈਂ ਝਾੜੀ ਜੂਈ ਡੰਡਾ ਡੁੰਡਾ ਮਾਰ ਕੇ ਵੇਖੂੰਗਾ। ਜੇ ਹਿੱਲਿਆ ਤੇ ਰੇਸ਼ਿਆ, ਜੇ ਨਹੀਂ ਹਿੱਲਿਆ ਤੇ ਮੈਨੂੰ ਪਤਾ ਲੱਗ ਗਿਆ ਤੇ ਕੁਛ ਵੀ ਨਹੀਂ ਹੈਗਾ। ਉਹੀ ਗੱਲ ਸਾਡੀ ਆ। ਅਸੀਂ ਸੱਪ ਨੂੰ ਰੱਸੀ ਸਮਝ ਲੈਂਦੇ ਆ ਜਾਂ ਰੱਸੀ ਨੂੰ ਸੱਪ ਸਮਝ ਲੈਂਦੇ। ਅਵਿਦਿਆ ਕਹਿੰਦੇ ਇਹਨੂੰ। ਜੋ ਚੀਜ਼ ਸਾਹਮਣੇ ਆ ਉਹਨੂੰ ਉਹਦੇ ਰੂਪ 'ਚ ਨਾ ਸਮਝ ਪਾਉਣਾ। ਇੰਦਰੀਆਂ ਦੇ ਅੰਦਰ ਉਹ ਸ਼ਕਤੀ ਨਹੀਂ ਆ ਸੱਚ ਨੂੰ ਜੋ ਜਾਣ ਸਕਦੀਆਂ। ਹਜੇ ਕਿ ਇੰਦਰੀਆਂ ਭੋਗਾਂ 'ਚ ਗਵਾਚੀਆਂ ਨੇ, ਇਸ ਕਰਕੇ ਇਹਨਾਂ ਦਾ ਅਨੁਭਵ ਜਿਹੜਾ ਲਿਮਟਿਡ ਹੈ। ਫਿਰ ਉਹ ਕਹਿੰਦੇ ਆ ਤੇ ਸਾਰਿਆਂ ਦੇ ਵਿੱਚ ਕਹਿੰਦੇ ਇੱਕ ਹੀ ਆ। ਤੇ ਜਿਹੜਾ ਬੰਦਾ ਇਸ ਚੀਜ਼ ਨੂੰ ਸਮਝ ਲੈਂਦਾ, ਦੇਖੋ ਆਪ ਜਦੋਂ ਅੱਖਾਂ ਬੰਦ ਕਰਕੇ ਨਿਰਵਿਚਾਰ ਸਮਾਧੀ 'ਚ ਪ੍ਰਵੇਸ਼ ਕਰਦੇ ਜੋ, ਉੱਥੇ ਆਤਮਾ ਤੋਂ ਇਲਾਵਾ ਕੁਝ ਹੈਗਾ? ਉੱਥੇ ਕੋਈ ਕਾਲ, ਕੋਈ ਟਾਈਮ, ਕੋਈ ਸੂਰਜ, ਕੋਈ ਚੰਦਰਮਾ, ਕੋਈ ਧਰਤੀ, ਕੁਛ ਹੈਗਾ ਉੱਥੇ? ਕੋਈ ਪ੍ਰਕਾਸ਼ ਪ੍ਰਕੂਸ਼ ਵੀ ਹੈਗਾ? ਨਹੀਂ ਹੈਗਾ ਉੱਥੇ। ਉੱਥੇ ਇਕੱਲੀ ਆਤਮਾ ਹੈ। ਜਿੱਦਾਂ ਸਮੁੰਦਰ ਦੇ ਵਿੱਚ ਹੀ ਸਾਰਾ ਕੁਝ ਹੈਗਾ ਹੈ, ਪਰ ਮਾਲਕ ਜਿਹੜਾ ਹੈ ਸਮੁੰਦਰ ਆ। ਉਹਦੇ ਅੰਦਰ ਹੀ ਮੱਛੀ ਪੈਦਾ ਹੋ ਰਹੀ ਹੈ, ਉਹਦੇ ਅੰਦਰ ਹੀ ਸ਼ਾਂਤ ਹੋ ਜਾਂਦੀ। ਉਸੇ ਤਰ੍ਹਾਂ ਹੀ ਜੀਵ ਆ। ਇਹ ਜਿਹੜਾ ਸੰਸਾਰ ਹੈ ਇੱਕ ਸਮੁੰਦਰ ਹੈ, ਇਹਦੇ ਅੰਦਰ ਜੀਵ ਜਨਮ ਲੈਂਦਾ ਹੈ, ਸਰੀਰ ਬਦਲੀ ਜਾਂਦਾ, ਘੁੰਮੀ ਜਾਂਦਾ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ। ਹਾਂਜੀ, ਅੱਗੇ ਤੋਂ ਬੋਲੋ। ਹਾਂ, ਕਹਿੰਦੇ ਅਨਕ ਕਟਕ ਜੈਸੇ ਭੂਲ ਪਰੇ, ਅਬ ਕਹਿਤੇ ਕਹਿਣ ਨਾ ਆਇਆ। ਕਹਿੰਦੇ ਇਹ ਤਾਂ ਇਸ ਤਰ੍ਹਾਂ ਹੈਗਾ ਜਿਵੇਂ ਸੋਨੇ ਦੇ ਗੜੇ ਕੜੇ ਕੁੜੇ ਜਿਹੜੇ ਆ, ਕਾਂਟੇ ਕੂੰਟੇ, ਹਾਰ ਹੋਰ ਅਨੇਕਾਂ ਹੀ ਬਣਾ ਲਓ ਤੇ ਸਮਝ ਲਓ ਵੀ ਆਹ ਲੱਗ ਗਿਆ, ਆਹ ਲੱਗ ਗਿਆ, ਆਹ ਲੱਗ ਗਿਆ। ਕਹਿੰਦੇ ਹੁਣ ਨਹੀਂ ਮੈਂ ਇਹ ਗੱਲ ਸਮਝਦਾ ਭਾਈ, ਹੁਣ ਮੈਨੂੰ ਪਤਾ ਲੱਗ ਗਿਆ ਇਹ ਸੋਨਾ ਤਾਂ ਸੋਨਾ ਹੀ ਹੈਗਾ ਤੇ ਤੂੰ ਹੀ ਹੈਗਾ ਸਾਰਾ ਕੁਛ, ਤੇਰੇ ਅੰਦਰ ਹੀ ਸਾਰਾ ਕੁਛ ਹੈ, ਤੂੰ ਹੀ ਸਾਰਿਆਂ ਦੇ ਵਿੱਚ ਹੈਗਾ ਆ। ਸਰਬੇ ਏਕ ਅਨੇਕ ਹੈ ਸੁਆਮੀ। ਸਰਬੇ ਏਕ, ਸਾਰਿਆਂ ਦੇ ਵਿੱਚ ਉਹੀ ਇੱਕੋ ਹੀ ਮਾਲਕ ਆ, ਅਨੇਕਾਂ ਦੇ ਵਿੱਚ ਉਹੀ ਸੁਆਮੀ ਹੈਗਾ। ਸਰਬੇ ਏਕ ਅਨੇਕ ਹੈ ਸੁਆਮੀ, ਸਭ ਘਟ ਭੋਗਵੈ ਸੋਈ। ਸਾਰੇ ਘਟਾਂ ਦੇ ਵਿੱਚ ਉਹ ਮਾਲਕ ਪਰਮਾਤਮਾ ਆਪ ਹੀ ਸਾਰੇ ਘਟਾਂ ਨੂੰ ਭੋਗ ਰਿਹਾ ਹੈ, ਸਾਰਿਆਂ ਦੇ ਵਿੱਚ ਉਹੀ ਹੈਗਾ। ਕਹਿ ਰਵਿਦਾਸ ਹੱਥ ਪੈ ਨੇਰਾ ਸਹਜੇ ਹੋਏ ਸੋ ਹੋਈ। ਐਸੇ 'ਚ ਹੀ ਆ ਗਿਆ। ਰਵਿਦਾਸ ਜੀ ਕਹਿੰਦੇ ਬਿਲਕੁਲ ਹੱਥ ਤੋਂ ਵੀ ਨੇੜੇ ਹੈਗਾ ਉਹ ਮਾਲਕ ਪਰਮਾਤਮਾ।
ਜੇ ਮਾਲਕ ਨੂੰ ਪਾਉਣਾ ਹੈ, ਮਾਲਕ ਨੂੰ ਪ੍ਰਗਟ ਕਰਨਾ ਹੈ, ਮਾਲਕ ਨੇ ਅੰਦਰ ਤੇਰੇ ਪ੍ਰਗਟ ਹੋਣਾ ਹੈ, ਤੇ ਭਾਈ ਸਹਿਜ ਦੇ ਵਿੱਚ ਜਾਣਾ ਪਊਗਾ। ਇਹ ਵਿਚਾਰ ਬੰਦ ਕਰਨੇ ਪਊਗੇ, ਤਾਂ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਹੀ ਰਹਿ ਜਾਏਗਾ। ਕਹਿ ਰਵਿਦਾਸ ਹੱਥ ਪੈ ਨੇਰੇ ਸਹਿਜੇ ਹੋਏ ਸੋ ਹੋਈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ, ਕਹਿ ਰਹੇ ਨੇ ਕਿ ਪ੍ਰਮਾਤਮਾ ਬਹੁਤ ਕਰੀਬ ਆ, ਤੇ ਵੈਸੇ ਵੀ ਕਹਿੰਦੇ ਆ ਕਿ ਸੰਸਾਰ ਜਿਹੜਾ ਪ੍ਰਮਾਤਮਾ ਹੀ ਹੈ। ਤੂੰ ਇਹ ਨਾ ਸੋਚ ਕਿ ਪ੍ਰਮਾਤਮਾ ਕਿਤੇ ਵੱਖਰਾ ਬੈਠਾ। ਇਹ ਜਿੱਥੇ ਜਿੱਥੇ ਵੀ ਕੋਈ ਚੀਜ਼ ਤੈਨੂੰ ਦਿਖਾਈ ਦੇ ਰਹੀ ਹੈ, ਇਹ ਜਦੋਂ ਬਿਣਸ ਜਾਏਗੀ ਤੇ ਕਿਰਚ ਬਿਣਸੇਗੀ ਆਤਮਾ ਚ। ਇਹਦਾ ਮਤਲਬ ਜੇ ਇਹ ਸਾਰਾ ਕੁਝ ਉਹਦੇ ਚ ਸਮਾ ਸਕਦਾ ਹੈ, ਤੇ ਇਹ ਫਿਰ ਕੌਣ ਹੈ? ਇਹ ਕੀ ਨੇ ਸਾਰੇ ਆਪਣੇ ਲਾਗੇ ਬੰਨੇ ਦੁਨੀਆ ਤੁਰੀ ਫਿਰਦੀ ਹੈ? ਇਹ ਸਭ ਤੇ ਉਹਦਾ ਹੀ ਰੂਪ ਆ। ਔਰ ਬੂੰਦ ਕਿੱਥੋਂ ਆਈ ਆ? ਸਾਗਰ ਦੀ ਆ। ਸਾਗਰ ਚ ਲਹਿਰਾਂ ਪੈਦਾ ਹੋ ਰਹੀਆਂ, ਫਿਰ ਲੀਨ ਕਿਰਚ ਹੋ ਰਹੀਆਂ ਨੇ ਸਾਗਰ ਦੇ ਵਿੱਚ। ਹੁਣ ਸਮੁੰਦਰ ਚ ਲਹਿਰ ਪੈਦਾ ਹੋ ਗਈ ਜਾਂ ਬਰਫ਼ ਬਣ ਗਈ, ਆਖਰ ਤੇ ਪਿਘਲ ਕੇ ਕਿੱਧਰ ਜਾਏਗੀ? ਉਹ ਸਮੁੰਦਰ ਦਾ ਹੀ ਹਿੱਸਾ ਬਣ ਜਾਣਾ ਉਹਨੇ। ਇਸੇ ਤਰ੍ਹਾਂ ਕਹਿੰਦੇ ਇਹ ਪ੍ਰਮਾਤਮਾ ਚੋਂ ਹੀ ਧਰਤੀਆਂ ਧੁਰਤੀਆਂ ਸੂਰਜ ਜੇ ਪੈਦਾ ਹੋ ਰਹੇ ਨੇ। ਜਦੋਂ ਇਹ ਬਿਣਸ ਜਾਣਗੇ ਫਿਰ ਉਹਦਾ ਹੀ ਰੂਪ ਹੋ ਜਾਣਾ। ਜਿੱਦਾਂ ਸਮੁੰਦਰ ਦੀ ਤਰੰਗ, ਸਮੁੰਦਰ ਚ ਤਰੰਗ ਪੈਦਾ ਹੋਈ ਤੇ ਸਮੁੰਦਰ ਹੀ ਸ਼ਾਂਤ ਹੋ ਗਈ। ਕਹਿ ਰਵਿਦਾਸ ਹੱਥ ਪੈ ਨੇੜੇ, ਹਾਂ ਹੱਥ ਪੈ ਨੇੜੇ ਸਹਿਜੇ ਹੋਏ ਸੋ ਹੋਈ। ਹੋਏ ਕਹਿੰਦੇ ਸਹਿਜ ਦੇ ਵਿੱਚ ਹੀ ਹੋਣਾ ਹੈ। ਹਾਂ ਜੋ ਕੁਝ ਵੀ ਹੋਣਾ ਹੈ ਸਹਿਜ ਦੇ ਵਿੱਚ ਹੀ ਹੋਣਾ ਹੈ। ਔਰ ਉਹ ਮਾਲਕ ਪਰਮਾਤਮਾ ਬਿਲਕੁਲ ਸਭ ਤੋਂ ਨੇੜੇ ਹੈ, ਸਾਰਿਆਂ ਤੋਂ ਨੇੜੇ ਆਪਣੇ ਉਹ ਮਾਲਕ ਪਰਮਾਤਮਾ ਹੀ ਹੈਗਾ। ਔਰ ਹੈ ਹੀ ਉਹ ਮਾਲਕ ਪਰਮਾਤਮਾ। ਤੇ ਜੇ ਉਹ ਮਾਲਕ ਪਰਮਾਤਮਾ ਪ੍ਰਗਟ ਹੋਏਗਾ ਤੇ ਭਾਈ ਉਹਦੇ ਵਾਸਤੇ ਜਿਹੜਾ ਹੈਗਾ ਆਪਾਂ ਨੂੰ ਸਹਿਜ ਅਵਸਥਾ 'ਚ ਜਾਣਾ ਪਊਗਾ, ਵਿਚਾਰ ਬੰਦ ਕਰਨੇ ਪੈਣੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿ ਰਹੇ ਨੇ ਕਿ ਜਿੱਦਾਂ ਉਹ ਜਿਹੜੀ ਸ਼ਕਤੀ ਆ ਉਹਨੂੰ ਅਨੁਭਵ ਕਰਨ ਦਾ ਤਰੀਕਾ ਇਹੋ ਹੀ ਹੈ ਕਿ ਜਦੋਂ ਅਸੀਂ ਸਹਿਜ ਤੇ ਹੋ ਜਾਂਦੇ ਹਾਂ, ਇੱਕਦਮ ਸ਼ਾਂਤ ਹੋ ਜਾਂਦੇ। ਔਰ ਜਦੋਂ ਸ਼ਾਂਤ ਹੋ ਗਏ ਤੇ ਫਿਰ ਕਹਿੰਦੇ ਆਪਣੇ ਆਪ ਹੀ ਹੋ ਜਾਣਾ। ਤੈਨੂੰ ਲੱਭਣ ਦੀ ਲੋੜ ਹੀ ਨਹੀਂ ਪਰਮਾਤਮਾ ਨੂੰ, ਪਰਮਾਤਮਾ ਦੇ ਅੰਦਰ ਹੀ ਤੂੰ ਚੱਲ ਜਾਣਾ। ਬਿਲਕੁਲ, ਕਿਉਂਕਿ ਤੇਰੇ ਇੰਨੇ ਕਰੀਬ ਹੈ ਤੈਨੂੰ ਪਤਾ ਵੀ ਨਹੀਂ, ਉਹਨਾਂ ਤੂੰ ਵੀ ਆਪਣੇ ਕਰੀਬ ਨਹੀਂ ਜਿੰਨਾ ਉਹ ਤੇਰੇ ਕਰੀਬ ਹੈ। ਸਹੀ ਹੈ ਨਿੱਜਰ ਸਾਹਿਬ? ਅਗਲੀ ਤੱਕ ਬੋਲੋ। ਅੱਗੇ ਅਗਲਾ ਸ਼ਬਦ ਸ਼ੁਰੂ ਹੋ ਗਿਆ। ਅੱਗੇ ਤਾਂ ਕਮਾਲ ਹੀ ਕਰ ਦਿੱਤੀ ਜੀ ਰਵਿਦਾਸ ਜੀ ਨੇ, ਜਿਹੜਾ ਹੈਗਾ ਮਾਲਕ ਨੂੰ ਚੈਲੰਜ ਕਰ ਦਿੱਤਾ। ਜੋ ਹਮ ਬਾਂਧੇ ਮੋਹ ਫਾਂਸ, ਹਮ ਪ੍ਰੇਮ ਬੰਧਨ ਤੁਮ ਬਾਂਧੇ। ਕਹਿੰਦੇ ਮਾਲਕਾ ਠੀਕ ਆ, ਤੂੰ ਜਿਹੜੀ ਹੈਗੀ ਇਹ ਖੇਡ ਬਣਾਈ ਆ ਮੋਹ ਦੀ, ਪਦਾਰਥਾਂ ਦੀ, ਅਟਰੈਕਸ਼ਨ ਦੀ। ਇਹ ਸਾਰਾ ਅਲੱਗ-ਅਲੱਗ ਤਰ੍ਹਾਂ ਦਾ ਇਹ ਰੂਪ ਹੈਗਾ। ਇਹ ਸਾਰਾ ਜਿਹੜਾ ਹੈਗਾ ਪਰਾਇਆ ਤਨ, ਪਰਾਇਆ ਧਨ, ਇਹ ਸਾਰਾ ਜਿਹੜੇ ਹੈਗੇ ਤੂੰ ਸਾਡੇ ਅੰਦਰ ਜਿਹੜੇ ਹੈਗੇ ਆ ਇਹ ਜਿਹੜੇ ਹੈਗੇ ਆ ਚੋਗਾ ਪਾਇਆ, ਖਿਲਾਰਿਆ ਹੋਇਆ ਚੋਗਾ। ਔਰ ਚੋਗੇ ਦੇ ਵਿੱਚ ਸਾਨੂੰ ਜਿਹੜਾ ਹੈਗਾ ਤੂੰ ਇਹਦੇ ਮੋਹ ਦੇ ਵਿੱਚ ਫਸਾਇਆ ਹੋਇਆ ਹੈ। ਜੋ ਹਮ ਬਾਂਧੇ, ਅਸੀਂ ਬੰਨੇ ਹੋਏ ਹਾਂ, ਮੋਹ ਫਾਂਸ ਤੂੰ ਬੰਨਿਆ ਸਾਨੂੰ। ਹਮ ਪ੍ਰੇਮ ਬੰਧਨੇ ਤੁਮ ਬਾਂਧੇ। ਕਹਿੰਦੇ ਅਸੀਂ ਹੁਣ ਜਿਹੜਾ ਹੈਗਾ ਤੈਨੂੰ ਪ੍ਰੇਮ ਦੇ ਬੰਧਨ ਦੇ ਵਿੱਚ ਬੰਨ ਲਿਆ ਆ। ਤੈਨੂੰ ਵੀ ਬੰਨ ਲਿਆ ਅਸੀਂ, ਤੂੰ ਵੀ ਅੰਦਰ ਆ ਗਿਆ ਹੈ ਸਾਡੇ। ਜੋ ਹਮ ਬਾਂਧੇ ਮੋਹ ਫਾਂਸ, ਹਮ ਪ੍ਰੇਮ ਬੰਧਨੇ ਤੁਮ ਬਾਂਧੇ। ਆਪਣੇ ਛੂਟਨ ਕੋ ਯਤਨ ਕਰੋ, ਹਮ ਛੂਟੇ ਤੁਮ ਅਰਾਧੇ। ਕਹਿੰਦੇ ਸਾਡੇ ਕੋਲ ਤਾਂ ਨੁਕਤਾ ਦੇ ਕੇ ਤੂੰ ਜਿਹੜਾ ਹੈਗਾ ਭੁੱਲ ਗਿਆ ਹੈ, ਸਾਨੂੰ ਨੁਕਤਾ ਦੇ ਦਿੱਤਾ ਆ। ਪ੍ਰੇਮ ਕੀਆ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੂੰ ਪ੍ਰੇਮ ਦੇ ਵਿੱਚ, ਸਾਡੇ ਪ੍ਰੇਮ 'ਚ ਤੂੰ ਬੰਨਿਆ ਜਾਣਾ ਆ। ਅਸੀਂ ਤਾਂ ਛੁੱਟ ਜਾਂਦੇ ਹਾਂ ਤੇਰੇ ਪ੍ਰੇਮ ਦੇ ਨਾਲ, ਤੇਰੇ ਨਾਲ ਪ੍ਰੇਮ ਕਰਕੇ ਅਸੀਂ ਛੁੱਟ ਜਾਂਦੇ ਹਾਂ। ਤੇ ਹੁਣ ਤੂੰ ਦੱਸ, ਤੂੰ ਸਾਡੇ ਪ੍ਰੇਮ ਦੇ ਬੰਧਨ ਦੇ ਵਿੱਚ ਬੰਨਿਆ ਜਾਣਾ ਹੈ, ਤੂੰ ਆਪਣੇ ਆਪ ਨੂੰ ਛੁਡਾ ਕੇ ਦੱਸ। ਇੱਕ ਜਗ੍ਹਾ ਹੋਰ ਸ਼ਬਦ ਆਉਂਦਾ, ਉਹਦੇ 'ਚ ਕਹਿੰਦਾ ਕਿ ਮੈਂ ਨਹੀਂ ਛੁੱਟ ਸਕਦਾ ਭਾਈ। ਜਦ ਮੇਰੇ ਭਗਤ ਮੈਨੂੰ ਬੰਨ ਲੈਂਦੇ ਆ ਪ੍ਰੇਮ ਦੇ ਵਿੱਚ, ਤੇ ਮੇਰੇ ਕੋਲ ਕੋਈ ਤਾਕਤ ਨਹੀਂ ਹੈ ਮੈਂ ਛੁੱਟ ਜਾਵਾਂ। ਮਾਲਕ ਹੱਥ ਖੜੇ ਕਰ ਗਿਆ ਉਸ ਜਗ੍ਹਾ ਦੇ ਉੱਤੇ। ਉਹ ਵੀ ਮੇਰੇ ਖਿਆਲ ਸ਼ਬਦ ਜਿਹੜਾ ਹੈਗਾ ਇਹਨਾਂ ਦਾ ਹੀ ਸੀਗਾ, ਆਪਾਂ ਲਵਾਂਗੇ। ਤੇ ਕਹਿੰਦੇ ਭਾਈ ਹੁਣ ਤੂੰ ਛੁੱਟ ਕੇ ਦਿਖਾ ਸਾਨੂੰ। ਅਸੀਂ ਤਾਂ ਛੁੱਟ ਗਏ ਤੈਨੂੰ ਤੇਰਾ ਸਿਮਰਨ ਕਰਕੇ ਇਹ ਮੋਹ ਤੋਂ ਅਸੀਂ ਜਿਹੜੀ ਟਰੈਪ ਪਾਈ ਸੀ, ਸਵਾਦ ਪਾਇਆ ਸੀ, ਚੋਗਾ ਪਾਇਆ ਸੀ, ਅਸੀਂ ਆਪਣੇ ਮਨ ਨੂੰ ਜਿਹੜਾ ਹੈਗਾ ਰੋਕ ਲਿਆ। ਮਨ ਰੁਕ ਗਿਆ, ਕੰਟਰੋਲ ਕਰ ਲਿਆ। ਮਨ ਜੀਤੇ ਜਗ ਜੀਤ ਵਾਲੀ ਗੱਲ ਹੋ ਗਈ। ਹੁਣ ਤੂੰ ਛੁੱਟ ਕੇ ਦਿਖਾ ਸਾਡੇ ਪ੍ਰੇਮ ਦੇ ਬੰਧਨ ਤੋਂ। ਹਾਂਜੀ ਵੀਰ ਜੀ। ਹਾਂ ਠੀਕ ਹੈ ਜੀ। ਕਹਿੰਦੇ ਨੇ ਕਿ ਜਦੋਂ ਪ੍ਰਮਾਤਮਾ ਨੂੰ ਆਪਾਂ ਪ੍ਰੇਮ ਦੇ ਬੰਧਨ 'ਚ ਬੰਨ ਲੈਂਦੇ ਹਾਂ ਤੇ ਫਿਰ ਪ੍ਰਮਾਤਮਾ ਦੇ ਲਈ ਬੜਾ ਮੁਸ਼ਕਲ ਹੋ ਜਾਂਦਾ ਹੈ ਆਪਣੇ ਆਪ ਨੂੰ ਛੁਡਾ ਪਾਉਣਾ। ਨਹੀਂ ਛੁਡਾ ਸਕਦਾ। ਬਾਣੀ 'ਚ ਲਿਖਿਆ ਨਾ, ਗੁਰੂ ਕੀ ਬਾਂਧੇ ਭਗਤ ਛੁਡਾਏ, ਭਗਤ ਕੀ ਬਾਂਧੀ ਨਾ ਛੂਟੇ ਮੋਹੇ। ਇਹੀ ਗੱਲ ਆ।
ਹਾਂ ਬਿਲਕੁਲ ਇਹੀ ਗੱਲ ਹੈ। ਤੇਰੀ ਬਾਂਦੀ ਭਗਤ ਛਡਾਵੇ, ਤੇਰੀ ਬਾਂਦੀ ਭਗਤ ਛਡਾਵੇ, ਬਾਂਦੀ ਕਹਿੰਦੇ ਹਮਰੀ ਤੁਮਰੀ ਬਾਂਦੀ ਭਗਤ ਛਡਾਵੇ, ਮੇਰੀ ਬਾਂਦੀ ਭगत छड़ावे, बांधा भगत न हाँ छूटे जी। मोह। हाँ। एक समय मौका क्या बांधा तो फिर मुंह पे जवाब ना। ਜਵਾਬ ਨਾ ਹੋਈ। ਇਹ ਪਰਮਾਤਮਾ ਬੋਲ हाँ जी, ਰਿਹਾ हाँ ਹੈ, जी। ਦੇਖ ਲਓ। ਬਹੁਤ ਵਧੀਆ ਜੀ, ਬਹੁਤ ਵਧੀਆ ਜੀ। ਉਹ ਕਹਿ ਰਹੇ ਨੇ ਕਿ ਦੇਖੋ ਪਰਮਾਤਮਾ ਕਹਿ ਰਹੇ ਨੇ ਕਿ ਮੈਂ ਜਦੋਂ ਬੰਦਾ ਹੈ ਤੇ ਬੰਦਾ ਬਗਾਵਤ ਕਰਕੇ ਭੱਜ ਜਾਂਦਾ ਹੈ, ਛੁਡਾ ਲੈਂਦਾ ਹੈ। ਇਹ ਛਡਾ ਕੇ ਭੱਜ ਜਾਂਦਾ ਹੈ, ਇਹ ਮੁੱਕਰ ਜਾਂਦਾ ਹੈ। ਪਰ ਕਹਿੰਦਾ ਜਦੋਂ ਇਹ ਬੰਦਾ ਤੇ ਫਿਰ ਮੇਰੇ ਤੋਂ ਵੀ ਉਹਦੀ ਗੱਲ ਮੁੜਦੀ ਨਹੀਂ। ਉਹ ਬੰਦਾ ਵੀ ਏਦਾਂ ਦੀ ਆ, ਮੋਹ ਦੇ ਨਾਲ ਬੰਦਾ ਹੈ, ਪਿਆਰ ਦੇ ਨਾਲ। ਫਿਰ ਪ੍ਰਮਾਤਮਾ ਮਨਜ਼ੂਰ ਹੈ ਕਿ ਪ੍ਰਮਾਤਮਾ ਨੂੰ ਕਿਸੇ ਤਰੀਕੇ ਨਾਲ ਆਪਾਂ ਆਕਰਸ਼ਿਤ ਥੋੜੀ ਕਰ ਸਕਦੇ ਹਾਂ। ਫਿਰ ਜਦੋਂ ਅਸੀਂ ਉਹਦੇ ਨਾਲ ਬੰਨ ਦਿੰਦੇ ਆ ਤੇ ਫਿਰ ਉਹਨੂੰ ਕਰ ਦਿੰਦੇ ਆ ਆਪਾਂ ਸਮਰਪਣ। ਸਮਰਪਣ ਦਾ ਮਤਲਬ ਇਹ ਨਹੀਂ ਕਿ ਕੰਮ ਨਹੀਂ ਕਰਨਾ ਤੇ ਵਿਹਲੇ ਬਹਿ ਜਾਣਾ। ਸਮਰਪਣ ਦਾ ਮਤਲਬ ਇਹੋ ਹੀ ਹੈ ਕਿ ਜਿਹੜਾ ਜੀਵਨ 'ਚ ਮੈਂ ਕੰਮ ਕੀਤਾ, ਹੋਇਆ ਜਾਂ ਨਹੀਂ ਹੋਇਆ, ਪੂਰਾ ਹੋਇਆ ਜਾਂ ਨਹੀਂ ਹੋਇਆ, ਫਾਇਦਾ ਹੋਇਆ, ਨੁਕਸਾਨ ਹੋ ਗਿਆ, ਉਹਦਾ ਹੁਕਮ ਸਮਝ ਲੈਣਾ। ਇਹੋ ਹੀ ਤੇ ਪ੍ਰਮਾਤਮਾ ਹੈ। ਤੇ ਹੁਣ ਕਹਿੰਦੇ ਕਿ ਜਦੋਂ ਅਸੀਂ ਬੰਨ ਲੈਂਦੇ ਹਾਂ ਤੇ ਫਿਰ ਪ੍ਰਮਾਤਮਾ ਕਹਿੰਦੇ ਉਹਦੇ ਲਈ ਬੜੀ ਮੁਸ਼ਕਿਲ ਹੈ ਗੱਲ ਨੂੰ ਛਡਾਉਣਾ। ਸੋ ਇੱਥੇ ਵੀ ਆਪਾਂ ਨੂੰ ਇਹੋ ਸਮਝਾ ਰਹੇ ਨੇ ਕਿ ਪ੍ਰਮਾਤਮਾ ਦੇ ਨਾਲ ਰਿਸ਼ਤਾ ਬਣਾਓ ਤੇ ਉਹ ਨਹੀਂ ਛੁੱਟੇਗਾ ਤੁਹਾਡੇ ਕੋਲੋਂ, ਕਿਉਂਕਿ ਤੁਸੀਂ ਉਹਨੂੰ ਮੋਹ ਦੇ ਨਾਲ, ਪਿਆਰ ਦੇ ਨਾਲ, ਉਹਨੂੰ ਮੋਹ ਦੇ ਨਾਲ ਸੁਰੱਖਿਆ ਤਾਂ ਪਿਆਰ ਦੀਆਂ ਤੰਦਾਂ ਦੇ ਨਾਲ ਉਹਨੂੰ ਆਪਣੇ ਨਾਲ ਤੁਸੀਂ ਬੰਨ ਲਿਆ ਤੇ ਪ੍ਰਮਾਤਮਾ ਲਈ ਫਿਰ ਬਹੁਤ ਮੁਸ਼ਕਿਲ। ਫਿਰ ਕੀ ਕਰਦਾ ਹੈ? ਤੁਹਾਨੂੰ ਇਸ ਭਰਮ ਤੋਂ, ਅਗਿਆਨ ਤੋਂ, ਕਹਿੰਦੇ ਮਾਧੋ ਜਿਹੜਾ ਭਰਮ ਹੈਗਾ ਹੈ, ਜਿਹੜਾ ਦਿਖਾਈ ਦਿੰਦਾ, ਉੱਥੋਂ ਮੁਕਤ ਕਰ ਦਿੰਦਾ। ਬਿਲਕੁਲ ਇੰਨਾ ਹੀ ਕੀ ਕੰਮ ਹੈਗਾ। ਠੀਕ ਹੈ। ਹਾਂਜੀ ਨਜਰ ਸਾਹਿਬ। ਮਾਧਵੇ ਜਾਣਤ ਹੋ ਜੈਸੀ ਤੈਸੀ, ਹੇ ਮੇਰੇ ਮਾਲਕਾ ਤੂੰ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਹੈ, ਮੇਰੇ ਪ੍ਰੇਮ ਨੂੰ। ਮਾਧਵੇ ਜਾਣਤ ਹੋ ਜੈਸੀ ਤੈਸੀ, ਅਬ ਕਹਾਂ ਕਰੋਗੇ ਐਸੀ। ਹੁਣ ਤੂੰ ਦੱਸ ਕਿਵੇਂ ਛੁੱਟੇਗਾ ਇਹ ਪ੍ਰੇਮ ਤੇ ਮੇਰੇ ਪ੍ਰੇਮ ਦੇ ਬੰਧਨ ਤੋਂ? ਹੁਣ ਤੂੰ ਕਿਵੇਂ ਛੁੱਟੇਗਾ? ਰਹਾਓ। ਮਾਧਵੇ ਜਾਣਤ ਹੋ ਜੈਸੀ ਤੈਸੀ, ਅਬ ਕਹਾਂ ਕਰੋਗੇ ਐਸੀ। ਕਹਿੰਦੇ ਹੁਣ ਤੂੰ ਕਿਵੇਂ ਛੁੱਟੇਗਾ? ਮੈਂ ਤਾਂ ਜਿਹੜੇ ਹੈਗੇ ਆ ਤੇਰੇ ਨਾਲ ਪ੍ਰੇਮ ਕਰਕੇ ਮੈਂ ਤਾਂ ਛੁੱਟ ਗਿਆ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਕਹਿੰਦੇ ਅਬ ਕਿਆ ਕਰੋ ਐਸੀ। ਹਾਂ ਮਾਧਵੇ ਜਾਣਤ ਹੋ ਜੈਸੀ ਤੈਸੀ, ਤੂੰ ਹਰੇਕ ਚੀਜ਼ ਨੂੰ ਅੰਦਰੋਂ ਜਾਣਦਾ ਹੈ ਵੀ ਇਹ ਪ੍ਰੇਮ ਜਿਹੜਾ ਹੈਗਾ ਤੇਰੇ ਨਾਲ ਪਾ ਲਿਆ ਆ। ਇਸ ਗੱਲ ਨੂੰ ਤੂੰ ਚੰਗੀ ਤਰ੍ਹਾਂ ਸਮਝਦਾ ਹੈ। ਅਬ ਕਹਾਂ ਕਰੋਗੇ ਐਸੀ, ਤੂੰ ਸਾਡੇ ਪ੍ਰੇਮ ਦੇ ਬੰਧਨ ਤੋਂ ਜਿਹੜਾ ਹੈਗਾ ਸਾਡੇ ਤੋਂ ਦੂਰ ਨਹੀਂ ਜਾ ਸਕਦਾ। ਹੁਣ ਤੇਰੀ ਇਹ ਮਾਇਆ ਜਿਹੜੀ ਹੈਗੀ ਹੈ ਸਾਨੂੰ, ਜਿਹੜੀ ਹੈਗੀ ਤੇ ਤੂੰ ਆਪਣੀ ਮਾਇਆ ਦੇ ਨਾਲ, ਮੋਹ ਦੇ ਨਾਲ ਸਾਨੂੰ ਨਹੀਂ ਬੰਨ ਸਕਦਾ। ਰਹਾਓ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਸਾਧ ਸੰਗਤ ਜੀ। ਜਦੋਂ ਵੀ ਤੁਹਾਡੇ ਅੰਦਰ ਜੋਤ ਪ੍ਰਗਟ ਹੋ ਗਈ ਤੇ ਬਹੁਤ ਔਖਾ ਹੈ। ਤੁਹਾਨੂੰ ਪ੍ਰਕਿਰਤੀ ਬੰਨ ਹੀ ਨਹੀਂ ਸਕਦੀ ਆਪਣੇ ਨਾਲ। ਤੁਹਾਡੇ ਅੰਦਰ ਲਹਿਰ ਪੈਦਾ ਕਰਨੀ ਕਾਫੀ ਔਖੀ, ਬਹੁਤ ਮੁਸ਼ਕਿਲ। ਕਿਉਂਕਿ ਜਦੋਂ ਬੰਦਾ ਆਤਮਾ ਤੱਤ 'ਚ ਚੱਲ ਜਾਂਦਾ ਹੈ ਫਿਰ ਸੰਸਾਰ ਦਾ ਜਿਹੜਾ ਬਾਹਰੀ ਰੂਪ ਆ ਉਹ ਬੰਦੇ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ। ਕਾਫੀ ਔਖਾ ਹੋ ਜਾਏਗਾ। ਉਹ ਵੱਖਰੀ ਗੱਲ ਆ ਕਿ ਬੰਦਾ ਮਲੀਨ ਹੋਵੇ, ਜੜ ਤੇ ਬੈਠਾ ਹੋਵੇ, ਸਭ ਤੋਂ ਪਹਿਲੇ ਨੰਬਰ ਲੈਵਲ ਤੇ ਬੈਠਾ ਹੋਵੇ ਤੇ ਉਹਦੇ ਲਈ ਭੋਗਾਂ ਦਾ ਬਹੁਤ ਵੱਡੀ ਗੱਲ ਆ, ਭੋਗਾਂ ਨੂੰ ਭੋਗਣਾ। ਪਰ ਜਿਵੇਂ ਤੁਸੀਂ ਉੱਪਰ ਚੱਲ ਗਏ ਤੁਹਾਡੇ ਲਈ ਭੋਗਾਂ ਨੂੰ ਭੋਗਣਾ ਬਹੁਤ ਮੁਸ਼ਕਿਲ ਹੈ, ਕਿਉਂਕਿ ਅੰਦਰ ਚੇਤਨਾ ਪ੍ਰਗਟ ਹੋ ਗਈ ਹੈ। ਚੇਤਨਾ ਤੁਹਾਡੇ ਜੀਵਨ ਨੂੰ ਗਲਤ ਦਿਸ਼ਾ ਦੇ ਵੱਲ ਨਹੀਂ ਲੈ ਕੇ ਜਾ ਸਕਦੀ। ਹਾਂ, ਹਨੇਰੀ ਦੇ ਵਿੱਚ ਆਪਾਂ ਗਲਤੀ ਕਰ ਸਕਦੇ ਹਾਂ। ਹੁਣ ਜਦੋਂ ਦਿਨ ਚੜ ਗਿਆ, ਸਾਨੂੰ ਦਿਖਣ ਡੈ ਪਿਆ ਤੇ ਫਿਰ ਅਸੀਂ ਅੱਖਾਂ ਬੰਦ ਕਰਕੇ ਖੱਡੇ 'ਚ ਥੋੜੀ ਆਪਣੇ ਆਪ ਨੂੰ ਸੁੱਟ ਲਾਂਗੇ। ਉੱਥੇ ਤੇ ਵਿਵੇਕ ਨੇ ਪ੍ਰਗਟ ਹੋ ਜਾਣਾ। ਇਸੇ ਤਰ੍ਹਾਂ ਜਦੋਂ ਆਪਾਂ ਆਤਮਾ ਤੱਤ 'ਚ ਲੀਨ ਹੋ ਜਾਂਦੇ ਹਾਂ, ਸਾਡੇ ਅੰਤਰਾਕਰਨ 'ਚ ਦਿਵ ਦ੍ਰਿਸ਼ਟੀ ਪੈਦਾ ਹੋ ਜਾਂਦੀ ਆ। ਸਾਨੂੰ ਕਿਸੇ ਵੀ ਕਰਮ ਦੇ ਬਾਰੇ ਪਤਾ ਲੱਗ ਜਾਂਦਾ ਹੈ ਕਿ ਇਹਦਾ ਫਲ ਕੀ ਨਿਕਲੇਗਾ। ਹਾਂਜੀ ਨੇਜਾ ਸਾਹਿਬ। ਹਾਂ ਫਿਰ ਤਾਂ ਗੋਰਖੀ ਸਾਹਿਬ ਜਦ ਦਿਨ ਚੜ ਗਿਆ ਤੇ ਫਿਰ ਆਪਾਂ ਰੱਸੀ ਨੂੰ ਸੱਪ ਥੋੜੀ ਨਾ ਸਮਝਾਂਗੇ। ਹਾਂ, ਫਿਰ ਸਾਨੂੰ ਯਥਾਰਥ ਸੱਚ ਹੋਊਗਾ। ਜੇ ਰੱਸੀ ਹੈ ਤੇ ਰੱਸੀ ਦਿਖਾਈ ਦੇਊਗੀ, ਜੇ ਸੱਪ ਹੋਇਆ ਤੇ ਸੱਪ ਦਿਖਾਈ ਦੇਗਾ। ਪਰ ਜਦੋਂ ਆਪਾਂ ਸੱਚ ਨੂੰ ਨਹੀਂ ਦੇਖ ਪਾ ਰਹੇ, ਕੁਝ ਹੋਰ ਸਮਝੀ ਜਾ ਰਹੇ ਹਾਂ ਤੇ ਉਹ ਅਵਿਦਿਆ ਹੈ, ਭਰਮ ਹੈ। ਬਿਲਕੁਲ ਉਹ ਗਿਆਨ ਨਹੀਂ। ਔਰ ਫਿਰ ਜਦੋਂ ਪਤਾ ਹੀ ਨਹੀਂ ਮੈਨੂੰ ਉੱਥੇ ਸੱਪ ਆ ਜਾਂ ਰੱਸੀ ਹੈ। ਹਾਂ, ਜਦੋਂ ਮੈਨੂੰ ਪਤਾ ਲੱਗ ਗਿਆ ਉਹ ਸੱਪ ਆ ਜਾਂ ਰੱਸੀ, ਜੇ ਸੱਪ ਹੈਗਾ ਤੇ ਮੈਂ ਬਹੁਤ ਧਿਆਨ ਨਾਲ ਉੱਥੋਂ ਲੰਘੂੰਗਾ ਗਾਂਹ ਤੋਂ। ਪਰ ਜੇ ਮੈਂ ਵੀ ਸੱਪ ਨੂੰ ਰੱਸੀ ਸਮਝੀ ਬੈਠਾ ਜਾਂ ਰੱਸੀ ਨੂੰ ਸੱਪ ਸਮਝੀ ਬੈਠਾ ਤੇ ਫਿਰ ਗਿਆਨ ਥੋੜੀ ਹੋਇਆ, ਫਿਰ ਤੇ ਭਰਮ ਹੋਇਆ ਨਾ। ਇਸ ਕਰਕੇ ਕਹਿੰਦੇ ਕਿ ਭਰਮ ਜਿਹੜਾ ਹੈਗਾ ਦਿਖਾਈ ਦਿੰਦਾ ਹੈ, ਅਸਲ ਚ ਉਹ ਹੈ ਨਹੀਂ। ਤੇ ਇਹ ਕਹਿੰਦੇ ਆ ਕਿ ਹਾਂਜੀ ਨੇਜਾ ਸਾਹਿਬ ਅੱਗੇ ਚੱਲੀਏ।
ਹਾਂਜੀ, ਹੁਣ ਕਹਿੰਦੇ ਆ ਕਿ ਪਿਆਰ ਦੇਖੋ, ਪਿਆਰ ਕਿਹੋ ਜਿਹਾ ਹੋ ਗਿਆ, ਭਗਤ ਦਾ ਪਿਆਰ ਕਿਹੋ ਜਿਹਾ ਹੈ ਪਰਮਾਤਮਾ ਦੇ ਨਾਲ, ਜਿਹਦੇ ਨਾਲ ਭਗਤ ਨੇ ਪਰਮਾਤਮਾ ਨੂੰ ਬੰਨ੍ਹ ਲਿਆ ਹੈ। ਮੀਨ ਪਕਰ ਫਾਂਕਿਓ ਔਰ ਕਾਟਿਓ, ਰਾਂਦ ਕੀਓ ਬਹੁ ਬਾਨੀ। ਕਹਿੰਦੇ ਮੱਛੀ ਨੂੰ ਫੜ ਕੇ ਤੇ ਚੰਗੀ ਤਰ੍ਹਾਂ ਉਹਦਾ ਛਿੱਲਿਆ ਉਹਨੂੰ, ਤੇ ਉਹਨੂੰ ਕੱਟਿਆ, ਕੱਟ ਕੇ ਬਥੇਰਾ ਮਸਾਲੇ ਮਸੂਲੇ ਲਾ ਕੇ ਜਿਹੜਾ ਹੈਗਾ ਉਹਨੂੰ ਪਕਾਇਆ, ਵਧੀਆ ਭੋਜਨ ਬਣਾਇਆ ਉਹਦਾ। ਰਾਂਦ ਕੀਓ ਬਹੁ ਬਾਨੀ, ਬਹੁਤ ਤਰੀਕੇ ਦੇ ਨਾਲ। ਖੰਡ ਖੰਡ ਕਰ ਭੋਜਨ ਕੀਨੋ, ਤਊ ਨਾ ਵਿਸਰਿਓ ਪਾਣੀ। ਕਹਿੰਦੇ ਫਿਰ ਉਹਨੂੰ ਕੀ ਕੀਤਾ, ਕਹਿੰਦੇ ਉਹਦੇ ਟੁਕੜੇ ਕਰ ਕਰਕੇ ਜਿਹੜੇ ਹੈਗੇ ਬੜੇ ਸਵਾਦ ਦੇ ਨਾਲ ਖਾਧਾ, ਉਹਨੂੰ ਭੋਜਨ ਕੀਤਾ ਉਹਦਾ। ਅਤੇ ਫਿਰ ਮੱਛੀ ਜਿਹੜੀ ਐਸੀ ਹੈਗੀ ਆ, ਜਿਹੜਾ ਮੱਛੀ ਖਾਂਦਾ ਹੈ ਰਾਤ ਨੂੰ ਉੱਠ ਉੱਠ ਕੇ ਬਾਰ-ਬਾਰ ਉਹਨੂੰ ਪਾਣੀ ਪੀਣਾ, ਪਾਣੀ ਦੀ ਪਿਆਸ ਪੈਂਦੀ ਹੈ ਉਹ ਮੱਛੀ ਦੇ ਨਾਲ, ਐਸਾ ਉਹਦੀ ਮੱਛੀ ਦੇ ਮਾਸ 'ਚ ਹੁੰਦਾ ਹੈ। ਕਹਿੰਦੇ ਖੰਡ ਖੰਡ ਕਰ ਭੋਜਨ ਕੀਨੋ, ਤਊ ਨਾ ਵਿਸਰਿਓ ਪਾਣੀ। ਇੰਨਾ ਮੱਛੀ ਨੂੰ ਪਾਣੀ ਨਾਲ ਪਿਆਰ ਹੁੰਦਾ ਹੈ। ਉਸੇ ਤਰੀਕੇ ਦੇ ਨਾਲ ਰਵਿਦਾਸ ਜੀ ਕਹਿ ਰਿਹਾ ਕਿ ਸਾਡਾ ਵੀ ਤੇਰੇ ਨਾਲ, ਸਾਡਾ ਵੀ ਪ੍ਰੇਮ ਤੇਰੇ ਨਾਲ ਉਸੇ ਮੱਛੀ ਵਰਗਾ ਹੀ ਹੈਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸੰਗਤ ਜੀ ਇੱਥੇ ਉਹ ਸਮਝਾ ਰਹੇ ਨੇ ਕਿ ਜਿੱਦਾਂ ਮੱਛੀ ਆਪਾਂ ਖਾਂਦੇ ਹਾਂ, ਫਿਰ ਅੰਦਰ ਜਾ ਕੇ ਹੋਰ ਸਾਨੂੰ ਪਿਆਸ ਲਗਾਉਂਦੀ ਹੈ। ਇਸੇ ਹੀ ਤਰ੍ਹਾਂ ਕਹਿੰਦੇ ਪਰਮਾਤਮਾ ਹੈ, ਉਹ ਵੀ ਨਿਜ ਸਾਹਿਬ ਇੱਕ ਪਿਆਸ ਦੇ ਤੌਰ ਤੇ ਪ੍ਰਗਟ ਹੋਣਾ ਚਾਹੀਦਾ ਹੈ ਕਿ ਭਾਵੇਂ ਖਾਈਏ ਭਾਵੇਂ ਨਾ ਖਾਈਏ, ਪਰ ਸਾਡੇ ਜੀਵਨ 'ਚ ਉਹਦਾ ਪ੍ਰਭਾਵ ਹੋਣਾ। ਠੀਕ ਹੈ। ਹਾਂ, ਸਾਡਾ ਪਿਆਰ ਜਿਹੜਾ ਹੈਗਾ ਉਸ ਤਰ੍ਹਾਂ ਦਾ ਹੋਣਾ ਚਾਹੀਦਾ, ਇੰਨਾ ਪਿਆਰ ਹੋਣਾ ਚਾਹੀਦਾ ਉਹਦੇ ਨਾਲ। ਕੋਈ ਵੀ ਚੀਜ਼ ਜਿਹੜੀ ਹੈ ਸਾਡੇ ਪਿਆਰ ਨੂੰ ਜਿਹੜਾ ਹੈਗਾ ਉਹਦੇ ਵਿੱਚ ਰੁਕਾਵਟ ਨਾ ਬਣ ਸਕੇ, ਸੱਚਾ ਪਿਆਰ ਹੋਣਾ। ਹਾਂ, ਬੇਸ਼ੱਕ ਮੱਛੀ ਮਰ ਗਈ ਆ, ਕਹਿੰਦੇ ਇਹਦੇ ਬਾਵਜੂਦ ਵੀ ਅੰਦਰ ਜਾ ਕੇ ਵੀ ਪਾਣੀ ਮੰਗਣ ਦੀ। ਹਾਂ, ਇਸੇ ਹੀ ਤਰ੍ਹਾਂ ਕਹਿੰਦੇ ਕਿ ਸਾਡਾ ਜਿਹੜਾ ਪਿਆਰ ਆ ਉਹ ਕੋਈ ਨਕਲੀ ਪਿਆਰ ਨਾ ਹੋਵੇ ਕਿ ਥੋੜਾ ਜਿਹਾ ਰੌਲਾ ਪੈ ਗਿਆ ਤੇ ਆਪਾਂ ਰੱਬ ਨੂੰ ਮਿਹਣੇ ਤਾਨੇ ਦੇਣੇ ਸ਼ੁਰੂ ਕਰ ਦਈਏ। ਏਦਾਂ ਦਾ ਪਿਆਰ ਚਾਹੀਦਾ। ਬੇਸ਼ੱਕ ਮੱਛੀ ਮਰ ਗਈ ਆ, ਪਰ ਉਹਦਾ ਮੱਛੀ ਜਿਹੜਾ ਪਾਣੀ ਦੇ ਨਾਲ ਪਿਆਰ ਆ ਉਹ 'ਚ ਕੋਈ ਫਰਕ ਨਹੀਂ ਪਿਆ। ਹਾਂਜੀ ਨਾ ਜੀ ਸਰ। आगे तीसरा बंद आ गया, आपन बापै नाही किसी को, ਭਾਵਨ ਕੋ ਹਰ ਰਾਜਾ। ਕਹਿੰਦੇ ਪਰਮਾਤਮਾ ਜਿਹੜਾ ਹੈਗਾ ਉਹ ਕਿਸੇ ਦੇ ਪਿਓ ਦੀ ਜਾਗੀਰ ਨਹੀਂ ਹੈਗੀ ਆ। ਬਈ ਆਹ ਜਿਹੜਾ ਹੈਗਾ ਗੋਰਾ ਹੈਗਾ ਤੇ ਇਹ ਪਰਮਾਤਮਾ ਇਹਨੂੰ ਮਿਲੂਗਾ, ਕਾਲੇ ਨੂੰ ਨਹੀਂ ਮਿਲੂਗਾ, ਜਾਂ ਹਿੰਦੂ ਨੂੰ ਮਿਲੂਗਾ ਤੇ ਦੂਜੇ ਮੁਸਲਮਾਨ ਨੂੰ ਨਹੀਂ ਮਿਲੂਗਾ। ਕਹਿੰਦੇ ਉਹ ਕਿਸੇ ਦੇ ਪਿਓ ਦੀ ਜਾਗੀਰ ਨਹੀਂ ਹੈ ਪਰਮਾਤਮਾ। ਆਪਨ ਬਾਪੈ ਨਾਹੀਂ, ਕਿਸੇ ਦਾ ਪਿਓ ਦੀ ਜਾਗੀਰ ਨਹੀਂ ਹੈ। ਆਪਨ ਬਾਪੈ ਨਾਹੀਂ ਕਿਸੀ ਕੋ, ਭਾਵਨ ਕੋ ਹਰ ਰਾਜਾ। ਉਹ ਪਰਮਾਤਮਾ ਪਿਆਰ ਦਾ ਹੈਗਾ ਭਾਈ, ਉਹ ਰਾਜਾ ਜਿਹੜਾ ਹੈਗਾ ਭਾਵਨਾ ਦਾ ਹੈਗਾ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕੋਈ ਵੀ ਦੁਨੀਆ ਦੇ ਵਿੱਚ ਜਿਹੜਾ ਹੈਗਾ ਮਾਲਕ ਨੂੰ ਪਾ ਸਕਦਾ ਹੈ ਪ੍ਰੇਮ ਦੇ ਨਾਲ, ਭਾਵਨਾ ਦੇ ਨਾਲ। ਆਪਨ ਬਾਪੈ ਨਾਹੀਂ ਕਿਸੀ ਕੋ, ਭਾਵਨ ਕੋ ਹਰ ਰਾਜਾ। ਮੋਹ ਪਟਲ ਸਭ ਜਗਤ ਵਿਆਪਿਓ, ਭਗਤ ਨਹੀਂ ਸੰਤਾਪਾ। ਕਹਿੰਦੇ ਉਹ ਮਾਲਕ ਪਰਮਾਤਮਾ ਨੇ ਐਸਾ ਮੋਹ ਦਾ ਪਰਦਾ ਕੀਤਾ ਹੋਇਆ, ਸਾਰਾ ਸੰਸਾਰ ਉਸ ਪਰਦੇ ਦੇ ਹਨੇਰੇ ਦੇ ਵਿੱਚ ਜਿਹੜਾ ਹੈਗਾ ਟਰੈਪ ਹੋਇਆ ਪਿਆ ਹੈ। ਸਾਰਾ ਸੰਸਾਰ ਮੋਹ ਦੇ ਵਿੱਚ, ਮੋਹ ਦੇ ਪਰਦੇ ਦੇ ਵਿੱਚ ਜਿਹੜਾ ਹੈਗਾ ਜਕੜਿਆ ਪਿਆ ਹੈ। ਪਰ ਭਗਤ ਨਹੀਂ ਸੰਤਾਪਾ। ਭਗਤ ਜਿਹੜੇ ਹੈਗੇ ਫਰੀ ਹੈਗੇ ਭਾਈ, ਉਹਨਾਂ ਨੇ ਉਹਦੀਆਂ ਤਾਰ ਕੱਟ ਦਿੱਤੀ ਆ, ਉਹਨਾਂ ਨੂੰ ਕੋਈ ਸੰਤਾਪ ਨਹੀਂ ਹੈਗਾ। ਹਾਂਜੀ ਵੀਰ ਜੀ। ਹਾਂਜੀ ਗੋਰਕੀ ਸਾਹਿਬ। ਮਾਈਕ ਬੰਦ ਸੀ। ਹਾਂਜੀ। ਕਹਿੰਦੇ ਆਪਨ ਬਾਪੇ ਨਾਹੀਂ ਕਿਸੀ ਕੋ, ਭਾਵਨ ਕੋ ਹਰੀ ਰਾਜਾ। ਕਹਿੰਦੇ ਕਿ ਪਰਮਾਤਮਾ ਜਿਹੜਾ ਨਾ ਉਹ ਕਿਸੇ ਇਨਸਾਨ ਦੀ ਜੱਦੀ ਮਲਕੀਅਤ ਨਹੀਂ ਆ। ਹਾਂ, ਉਹ ਕੋਈ ਪੈਸਾ ਨਹੀਂ ਆ, ਉਹ ਤੁਹਾਡੇ ਬੈਂਕ ਜਿਹੜਾ ਪਿਆ ਤੁਸੀਂ ਜਿਹਨੂੰ ਮਰਜ਼ੀ ਦੇ ਦਿਓ, ਉਹ ਤੇ ਉਹਨੂੰ ਮਿਲਣਾ ਹੈ ਜਿਹਦੇ ਅੰਦਰ ਪ੍ਰੇਮਾ ਭਗਤੀ ਹੈ, ਜਿਹੜਾ ਪਰਮਾਤਮਾ ਨੂੰ ਪਿਆਰ ਕਰਦਾ, ਜਿਹਦੇ ਅੰਦਰ ਭਾਵਨਾ ਹੈਗੀ ਆ। ਇਹ ਭਾਵਨਾ ਤੋਂ ਬਿਨਾਂ ਤੁਹਾਨੂੰ ਵੀ ਪਹਿਲਾਂ ਵੀ ਕਿਹਾ ਸੀ, ਲੰਗਰ ਖਵਾ ਦਿਓ, ਭਾਵੇਂ ਕਿਸੇ ਦੀ ਸੇਵਾ ਕਰੀ ਜਾਓ ਤੇ ਭਾਵੇਂ ਕਿਸੇ ਨੂੰ ਪੜ੍ਹਾਈ ਜਾਓ। ਜਿਹਦੇ ਅੰਦਰ ਭਾਵਨਾ ਹੀ ਨਹੀਂ ਹੈਗੀ ਬਸ ਤੇ ਉਹ ਕਬੂਲ ਕਿੱਥੋਂ ਹੋਣੀ ਹੈ? ਸਹੀ ਆ। ਹੁਣ ਆਪ ਜਸਟ ਸੋਚੋ, ਆਪਣਾ ਕੋਈ ਭੈਣ ਭਰਾ ਹੋਵੇ, ਆਪਾਂ ਨੂੰ ਰੋਟੀ ਖਵਾਵੇ, ਅੰਦਰ ਕੋਈ ਸ਼ਰਧਾ ਹੀ ਨਹੀਂ, ਅੰਦਰ ਕੋਈ ਖੁਸ਼ੀ ਨਹੀਂ, ਕੋਈ ਖੇੜਾ ਨਹੀਂ, ਕੀ ਆਪਾਂ ਨੂੰ ਚੰਗਾ ਲੱਗੂਗਾ? ਨਹੀਂ। ਮੈਂ ਤੁਹਾਡੇ ਘਰ ਆ ਗਿਆ ਜਾਂ ਤੁਸੀਂ ਮੇਰੇ ਘਰ ਆ ਗਏ, ਮੈਂ ਤੁਹਾਡੇ ਲਈ ਚਾਹ ਬਣਾਈ, ਤੁਹਾਨੂੰ ਪਤਾ ਨਹੀਂ ਲੱਗਾ ਕਿ ਚਰਨਜੀਤ ਦੇ ਮਨ 'ਚ ਕੀ ਭਾਵ ਆ, ਤੁਸੀਂ ਚਾਹ ਪੀ ਲਈ ਤੇ ਆਪਾਂ ਨਹੀਂ ਸੋਚਿਆ ਚਰਨਜੀਤ ਬੜਾ ਵਧੀਆ ਬੰਦਾ, ਬੜੀ ਸਾਡੀ ਸੇਵਾ ਕੀਤੀ, ਕੀ ਪਤਾ ਤੁਹਾਨੂੰ ਮਤਲਬ ਗਾਲਾਂ ਨਹੀਂ ਕੱਢਣ ਦਿਆ। ਬਿਲਕੁਲ
ਵੀ ਮੈਂ ਚਰਨਜੀਤ ਤੁਹਾਨੂੰ ਕੋਈ ਕੰਮ ਹੋਰ ਕਰਨਾ ਸੀਗਾ, ਕੰਮ ਕਹਿੰਦੇ ਆ ਗਿਆ ਹੈ, ਆ ਕੇ ਕੰਬਖਤ ਨੇ ਜਿਹੜਾ ਮੇਰਾ ਟਾਈਮ ਗਾਲਤਾ। ਹਾਂ, ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਜੇ ਕਿ ਹਾਂ ਵੀ ਚਰਨਜੀਤ ਦੇ ਅੰਦਰ ਇਹ ਸੋਚਣ ਦਿਆ, ਤੇ ਕੀ ਉਹ ਮੇਰੀ ਚਾਹ ਪਿਆਈ ਜਾਂ ਪਾਣੀ ਪਿਆ ਤੁਹਾਨੂੰ ਚੰਗਾ ਲੱਗੂਗਾ? ਦੱਸੋ, ਇਹ ਜਵਾਬ ਦਿਓ। ਜੇ ਤੁਹਾਨੂੰ ਨਹੀਂ ਚੰਗਾ ਲੱਗਣਾ ਤੇ ਕੀ ਪ੍ਰਮਾਤਮਾ ਨੂੰ ਚੰਗਾ ਲੱਗੂਗਾ? ਤੇ ਇਹੋ ਜਿਹੇ ਨਕਲੀ ਪਿਆਰ, ਬਿਲਕੁਲ, ਇਹ ਸਾਨੂੰ ਸੋਚਣ ਦੀ ਲੋੜ ਹੈ। ਠੀਕ ਹੈ ਜੀ। ਤੇ ਸੋ ਇਹ ਗੱਲਾਂ ਨੂੰ ਆਪਾਂ ਅੰਡਰਸਟੈਂਡ ਕਰਨਾ ਹੈ। ਤੇ ਹੁਣ ਕਹਿੰਦੇ ਨੇ ਕਿ ਹਾਂਜੀ ਹਾਂਜੀ ਹਾਂ, ਆਖਰੀ ਤੁਕ ਬੋਲ ਦੋ। ਹਾਂ, ਆਖਰੀ ਤੁਕ ਰਹਿ ਗਈ ਹੈ ਗੁਰਕੀ ਸਾਹਿਬ। ਕਹਿੰਦੇ ਅੱਛਾ, ਇਹ ਤੁਕ ਜਿਹੜੀ ਸੀਗੀ ਇਹਦੇ ਵਿੱਚ ਮਹਾਰਾਜ ਇਹ ਕਹਿੰਦੇ ਕਿ ਸਾਰਾ ਸੰਸਾਰ ਮਾਲਕ ਨੇ ਮੋਹ ਪਦਾਰਥਾਂ ਦਾ, ਆਕਾਰ ਦਾ, ਸਵਾਦਾਂ ਦਾ ਮੋਹ ਬਣਾਤਾ, ਤੇ ਉਹਦੇ ਵਿੱਚ ਸਾਰਾ ਸੰਸਾਰ ਜਿਹੜਾ ਜਕੜਿਆ ਗਿਆ ਉਹ ਪਰਦੇ ਦੇ ਓਹਲੇ ਆ ਗਿਆ, ਹਨੇਰੇ ਦੇ ਵਿੱਚ ਆ ਗਿਆ। ਤੇ ਭਗਤ ਜਿਹੜੇ ਹੈਗੇ ਉਹ ਇਸ ਤੋਂ ਉਹਨਾਂ ਨੇ ਇਹ ਪਰਦਾ ਜਿਹੜਾ ਹੈਗਾ ਫਾੜ ਦਿੱਤਾ ਭਾਈ। ਉਹ ਨਹੀਂ, ਉਹਨਾਂ ਨੂੰ ਕੋਈ ਸੰਤਾਪ ਨਹੀਂ ਹੈਗਾ। ਹੁਣ ਆਖਰੀ ਦੇ ਵਿੱਚ ਕਹਿ ਰਹੇ ਰਵਿਦਾਸ ਜੀ, ਕਹਿ ਰਵਿਦਾਸ ਭਗਤ ਇੱਕ ਬਾਡੀ ਅਬ ਇਹ ਕਾਸਿਓਂ ਕਹੀਏ। ਬਾਡੀ ਕਹਿੰਦੇ ਕਹਿ ਰਵਿਦਾਸ ਜੀ ਕਹਿ ਰਹੇ, ਕਹਿੰਦੇ ਕਿ ਐਸੀ ਇੰਨੀ ਭਗਤੀ, ਇੰਨੀ ਤੇਰੇ ਨਾਲ ਖਿੱਚ ਪੈਦਾ ਹੋ ਗਈ ਆ ਇਹ ਭਗਤੀ ਦੇ ਦੁਆਰਾ। ਕਹਿ ਰਵਿਦਾਸ ਭਗਤ ਇੱਕ ਬਾਡੀ ਅਬ ਇਹ ਕਾਸਿਓਂ ਕਹੀਏ। ਕਹਿੰਦੇ ਹੁਣ ਇਹ ਗੱਲ ਕਹਿਣ ਦੀ ਲੋੜ ਹੈਗੀ ਆ। ਕਾਹਦੇ ਵਾਸਤੇ ਕਹੀਏ ਇਹ ਗੱਲ? ਕਿਹੜੀ ਗੱਲ? ਬਈ ਜਾ ਕਾਰਨ ਹਮ ਤੁਮ ਅਰਾਧੇ ਸੋ ਦੁੱਖ ਅਜੂ ਸਹੀਏ। ਮਾਲਕ ਤਾਂ ਅੰਦਰ ਪ੍ਰਗਟ ਹੋ ਗਿਆ ਹੈ, ਜਿਹਦੇ ਵਾਸਤੇ ਜਿਹੜਾ ਹੈਗਾ ਭਗਤੀ ਕਰਦੇ ਸੀਗੇ ਬਈ ਉਹ ਹੁਣ ਹਾਲੇ ਜਿਹੜਾ ਹੈਗਾ, ਕਹਿੰਦੇ ਇਹ ਤਾਂ ਹੁਣ ਬੋਲਣ ਦੀ ਇਹ ਬੋਲਣ ਦਾ ਤਾਂ ਕੋਈ ਮਤਲਬ ਹੀ ਨਹੀਂ ਰਹਿ ਗਿਆ। ਕਹਿੰਦੇ ਕਿ ਉਹ ਇੰਨਾ ਪ੍ਰੇਮ ਪਰਮਾਤਮਾ ਦੇ ਪ੍ਰਤੀ ਇੰਨਾ ਪ੍ਰੇਮ ਹੋ ਗਿਆ ਕਿ ਮਾਲਕ ਪਰਮਾਤਮਾ ਦਾ ਪ੍ਰਗਟ ਹੋ ਗਿਆ। ਹੁਣ ਤਾਂ ਆਹ ਗੱਲ ਕਹਿਣ ਦੀ, ਕਿਸੇ ਨੂੰ ਕਹਿਣ ਦੀ ਕੋਈ, ਇਹ ਗੱਲ ਦਾ ਕੋਈ ਮਹੱਤਵ ਹੀ ਨਹੀਂ ਰਹਿ ਗਿਆ ਕਿ ਵੀ ਜਿਸ ਵਾਸਤੇ ਜਿਹੜਾ ਹੈਗਾ ਤੇ ਤੈਨੂੰ ਅਸੀਂ ਅਰਾਧਦੇ ਸੀਗੇ ਵੀ ਉਹ ਹਾਲੇ ਤੇਰੇ ਦਰਸ਼ਨ ਹੀ ਨਹੀਂ ਹੋਏ ਸਾਨੂੰ, ਅਰਥਾਤ ਮਾਲਕ ਪਰਮਾਤਮਾ ਪ੍ਰਗਟ ਹੋ ਗਿਆ। ਹਾਂਜੀ ਵੀਰ ਜੀ। ਹਾਂਜੀ, ਠੀਕ ਹੈ ਜੀ। ਕਹਿੰਦੇ ਇੱਕ ਉੱਪਰ ਕਹਿੰਦੇ ਕਿ ਮੋਹ ਪਲਟ ਸਭ ਜਗਤ ਵਿਆਪਿਓ। ਕਹਿੰਦੇ ਮੋਹ ਦੇ ਵਿੱਚ ਸਾਰਾ ਸੰਸਾਰ ਜਿਹੜਾ ਵੱਜਿਆ ਆ, ਔਰ ਵਿਚਾਰੇ ਨੂੰ ਪਤਾ ਨਹੀਂ ਲੱਗਣ ਦਿਆ ਕੀ ਸਹੀ ਹੈ ਜਾਂ ਕੀ ਗਲਤ ਹੈ, ਕੀ ਖਾਣਾ, ਕੀ ਪੀਣਾ, ਕੀ ਸੁਣਨਾ, ਕੀ ਨਹੀਂ ਸੁਣਨਾ, ਕੀ ਬੋਲਣਾ, ਬੰਦੇ ਨੂੰ ਪਤਾ ਹੀ ਨਹੀਂ ਵਿਚਾਰੇ ਨੂੰ। ਤੇ ਕਹਿੰਦੇ ਭਗਤਾਂ ਨੂੰ ਕੋਈ ਸੰਤਾਪ ਨਹੀਂ ਹੁੰਦਾ। ਕਹਿਣ ਤੋਂ ਭਾਵ ਆ ਕਿ ਭਗਤਾਂ ਨੂੰ ਇਹ ਸੰਸਾਰ ਦਾ ਜਿਹੜਾ ਭਰਮ ਆ ਪ੍ਰਭਾਵਿਤ ਨਹੀਂ ਕਰਦਾ। ਉਹ ਤੇ ਮੁਕਤ ਹੋ ਕੇ ਬੈਠੇ ਨੇ, ਕਿਉਂਕਿ ਉਹਨਾਂ ਦੀ ਸੁਰਤੀ ਆਤਮਾ 'ਚ ਚਲ ਗਈ ਆ। ਆਤਮਾ ਦੇ ਵਿੱਚ ਇਹ ਪ੍ਰਕਿਰਤੀ ਦਾ ਕੋਈ ਅਸਰ ਨਹੀਂ ਹੁੰਦਾ। ਸਹੀ ਨਾ ਜੈਸਾ? ਬਿਲਕੁਲ। ਜਦੋਂ ਆਤਮਾ ਦੇ ਵਿੱਚ ਜਾਂਦੀ ਹੈ ਤੇ ਫਿਰ ਕਹਿੰਦੇ ਬਲੈਕ ਹੋਲ ਹੈ, ਚੀਜ਼ ਨੂੰ ਖਿੱਚ ਲੈਂਦਾ। ਉੱਥੇ ਉਹ ਚੀਜ਼ ਰੂਪ 'ਚ ਨਹੀਂ ਜਾ ਸਕਦੀ, ਅਰੂਪ ਹੋ ਜਾਏਗੀ ਤੇ ਜਾ ਸਕਦੀ ਹੈ। ਠੀਕ ਹੈ। ਕਹਿ ਰਵਿਦਾਸ ਭਗਤ ਇੱਕ ਬਾਡੀ ਅਬ ਇਹ ਕਾਸਿਓਂ ਕਹੀਏ। ਕਹਿੰਦੇ ਇੰਨੀ ਭਗਤੀ ਵੱਧ ਗਈ ਆ ਮਾਲਕ ਪਰਮਾਤਮਾ ਦੇ ਨਾਲ, ਮਾਲਕ ਪਰਮਾਤਮਾ ਪ੍ਰਗਟ ਹੋ ਗਿਆ ਅੰਦਰ। ਕਹਿੰਦੇ ਹੁਣ ਇਹ ਗੱਲ ਕਹਿਣ ਦੀ ਲੋੜ ਹੀ ਨਹੀਂ ਹੈ, ਕਿ ਇਹ ਕਹਿਣ ਦਾ ਮਤਲਬ ਹੀ ਨਹੀਂ ਹੈਗਾ ਕਿ ਬਈ ਤੈਨੂੰ ਜਿਹੜਾ ਜਿਸ ਕਾਰਨ ਦੇ ਵਾਸਤੇ ਅਸੀਂ ਤੇਰੀ ਆਰਾਧਨਾ ਕਰ ਰਹੇ ਸੀਗੇ, ਭਗਤੀ ਕਰ ਰਹੇ ਸੀਗੇ, ਬਈ ਉਹ ਦੁੱਖ ਹਾਲੇ ਤੱਕ ਆ ਰਿਹਾ ਹੈ ਸਾਨੂੰ। ਕਹਿੰਦੇ ਹੁਣ ਤਾਂ ਜਿਹੜਾ ਮਾਲਕ ਹੀ ਪ੍ਰਗਟ ਹੋ ਗਿਆ ਤੇ ਦੁੱਖ ਕੀ ਗੱਲ ਕਹਿਣ ਦੀ ਕੀ ਲੋੜ ਹੈ? ਕਹਿੰਦੇ ਕਿ ਇਹ ਗੱਲ ਬੇਲੋੜਾ ਹੋ ਗਈ ਆ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ। ਕਹਿੰਦੇ ਅੰਦਰ ਦੀ ਅਵਸਥਾ ਜਿਹੜੀ ਬਣ ਗਈ ਆ ਉਹਨੂੰ ਜ਼ਿਆਦਾ ਦੱਸਣ ਦੀ ਲੋੜ ਨਹੀਂ ਹੈਗੀ, ਕਿਉਂਕਿ ਮੈਨੂੰ ਪਤਾ ਲੱਗ ਗਿਆ ਜੋ ਮੈਂ ਕਰਨਾ ਹੈ ਮੈਂ ਕਰ ਲਿਆ। ਸਹੀ ਨਾ ਜੀ ਸਾਹਿਬ? ਬਿਲਕੁਲ। ਦੇਖੋ ਪਤਾ ਕੀ ਆ, ਸ਼ੋਅ ਆਫ ਤੇ ਉਹ ਕਰਦਾ ਨਾ ਕਿ ਜਿਹਦੇ ਕੋਲ ਨਹੀਂ ਹੈਗਾ, ਜਿਹਦੇ ਕੋਲ ਹੈਗਾ ਉਹਨੂੰ ਦੱਸਣ ਦੀ ਕੀ ਲੋੜ ਪਈ ਹੈ। ਹੁਣ ਇੱਕ MBBS ਡਾਕਟਰ ਹੈਗਾ, ਉਹਨੂੰ ਪਤਾ ਹੈ ਕਿ ਮੈਂ ਲੋਕਾਂ ਨੂੰ ਦੱਸਾਂ ਕਿ ਮੈਂ ਡਾਕਟਰ ਹਾਂ, ਜਾਂ ਇੱਕ ਇੰਜੀਨੀਅਰ ਕਹੂਗਾ ਲੋਕਾਂ ਨੂੰ ਕਿ ਮੈਂ ਇੰਜੀਨੀਅਰ ਹਾਂ, ਉਹਨੂੰ ਪਤਾ ਹੈ ਮੈਂ ਕੀ ਹਾਂ। ਬਿਲਕੁਲ। ਇਸੇ ਤਰ੍ਹਾਂ ਸਾਡਾ ਵੀ ਆ, ਜਦੋਂ ਸਾਨੂੰ ਆਤਮਾ ਤੱਤ ਦਾ ਸ਼ੋਅ ਪ੍ਰਾਪਤ ਹੋ ਜਾਂਦੀ ਹੈ ਤੇ ਫਿਰ ਅਸੀਂ ਕਿਹਨੂੰ ਲੋਕਾਂ ਨੂੰ ਸੁਣਾਉਣਾ ਹੈ? ਸਾਨੂੰ ਪਤਾ ਹੈ ਸਾਡੇ ਕੋਈ ਚੀਜ਼ ਹੈਗੀ, ਉਹ ਸਾਡੇ ਅੰਤਰਾਕਰਨ 'ਚ ਪੈਦਾ ਹੋ ਗਈ ਹੈ, ਔਰ ਉਹ ਬੜਾ ਨਿੱਜੀ ਆ। ਜੇ ਕੋਈ ਬੰਦਾ ਬ੍ਰਹਮ ਗਿਆਨੀ ਬਣ ਜਾਂਦਾ ਤੇ ਨਿੱਜਾ ਸਾਹਿਬ ਇਹ ਨਹੀਂ ਆ ਕਿ ਉਹ ਮਤਲਬ ਕੋਈ ਵੱਖਰੀ ਗੱਲ ਕਰਦੀ ਆ, ਕੇਵਲ ਉਹਨੇ ਆਪਣਾ ਰੂਪ ਹੀ ਜਾਣਿਆ। ਉਹਨੇ ਕੇਵਲ ਲਹਿਰਾਂ ਤੋਂ ਅੱਗੇ ਆਪਣੇ ਆਪ ਨੂੰ ਦੇਖ ਲਿਆ ਕਿ ਲਹਿਰਾਂ ਜਿਹੜੀਆਂ ਸਮੁੰਦਰ ਦੀਆਂ ਉਤਲੇ ਤਲ ਦੇ ਵਿੱਚ ਆ, ਅੰਦਰ ਦੇ ਸਮੁੰਦਰ ਸ਼ਾਂਤ ਆ। ਉਹ ਸਭ ਸਾਡਾ ਵਾ। ਜਿੰਨਾ ਚਿਰ ਚਿੱਤ ਸੱਚ ਸਾਨੂੰ ਲਹਿਰਾਂ ਦੇਦੀਆਂ, ਵਿਚਾਰ ਦੇ ਨੇ, ਉਹਨਾਂ ਚਿਰ ਸਮਝ ਲਓ ਕਿ ਅਸੀਂ ਬਹੁਤ ਬਾਹਰੀ ਚੀਜ਼ 'ਚ ਬੈਠੇ ਹਾਂ। ਔਰ ਜਦੋਂ ਅਸੀਂ ਅੰਦਰ ਪ੍ਰਵੇਸ਼ ਕਰ ਜਾਂਦੇ ਹਾਂ, ਅੰਦਰ ਤੇ ਚਿੱਤ ਆਪਣਾ ਬਿਲਕੁਲ ਸ਼ਾਂਤ ਆ। ਉੱਥੇ ਕੋਈ ਵੀ ਕੰਪਨ, ਕੋਈ ਲਹਿਰ ਪੈਦਾ ਨਹੀਂ ਹੁੰਦੀ।
ਕਿੰਨੇ ਚ ਸਵਾਈ ਦੀ ਵਿਚਾਰ ਇੱਥੇ ਸਮਾਪਤ। ਹਾਂਜੀ ਬਹੁਤ ਵਧੀਆ ਜੀ, ਬਹੁਤ ਵਧੀਆ। ਠੀਕ ਹੈ। ਇੱਕ ਓंकार सतनाम करता पुरख निर्भव निर्वैर अकाल मूर्त जोनि से भंग प्रसाद। ਇਹ ਮੇਰੇ ਪਿਤਾ ਮਿਹਰ ਕਰੋ ਗਰੀਬ ਨਵਾਜ ਤੰਦਰੁਸਤੀ ਬਖਸ਼ੋ, ਘਰ ਵਿੱਚ ਸੁੱਖ ਸ਼ਾਂਤੀ ਬਖਸ਼ੋ। ਇਹ ਮੇਰੇ ਪਿਤਾ ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਦੇਹ ਨਿਰੋਗਤਾ ਬਖਸ਼ਣੀ ਮੇਰੇ ਪਿਤਾ, ਕਾਰੋਬਾਰ ਚ ਵਾਧੇ ਬਖਸ਼ਣੇ ਮੇਰੇ ਮਾਲਿਕ, ਮਿਹਰ ਕਰੋ। ਮੇਰੇ ਪਿਤਾ ਅਸੀਂ ਸਾਰੇ ਨਿਰਵਿਚਾਰ ਸਮਾਧੀ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ। ਆਪ ਸਾਨੂੰ ਸਮੱਤ ਬਖਸ਼ੋ, ਭਰਮ ਤੋਂ ਮੁਕਤ ਕਰੋ, ਅਗਿਆਨ ਤੋਂ ਮੁਕਤ ਕਰੋ, ਵਿਵੇਕ ਬੁੱਧੀ ਬਖਸ਼ੋ, ਗਿਆਨ ਬਖਸ਼ੋ, ਬੁੱਧੀ ਬਖਸ਼ੋ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਮੇਰੇ ਪਿਤਾ ਇੱਕ ਮਾਤਾ ਅਰਦਾਸ ਕਰਦੀ ਹੈ, ਉਹਨਾਂ ਨੂੰ ਘਰ ਦੀ ਪ੍ਰਾਪਤੀ ਹੋਵੇ। ਆਪ ਮਿਹਰ ਕਰੋ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਹੁਣ ਸੰਗਤ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ